पंजाबी का अकैडमी ते राम स्वरूप अनखी सैयद सभा वालों सारे सुनने वालियां नूं जी आइयां नूं आखदे हां। अज दा इह जिहड़ा खास प्रोग्राम है ਇਹ ਉਹ 6 ਰੋਜ਼ਾ ਤਕਰੀਬਾਤ ਨੇ ਜਿਹੜੀਆਂ ਬਹੁਤ ਹੀ ਵੱਡੇ ਨਾਵਲ ਨਗਾਰ, ਕਹਾਣੀਕਾਰ ਔਰ ਸ਼ਾਇਰ ਰਾਮ ਸਰੂਪ ਅੜਖੀ ਹਰਾਂ ਦੀ ਯਾਦ 'ਚ ਉਹਨਾਂ ਦੇ 99ਵੇਂ ਜਨਮ ਦਿਨ ਨੂੰ ਮਨਾਉਂਦਿਆਂ ਹੋਇਆਂ ਰਾਮ ਸਰੂਪ ਅੜਖੀ ਸਹਿਤ ਸਭਾ ਮਨਾ ਰਹੀ ਹੈ ਤੇ ਪੰਜਾਬੀ ਕਾ ਉਹਨਾਂ ਦੀ ਬਾਂਹ ਬੋਲੀ ਹੈ, ਕਿਉਂਕਿ ਪੰਜਾਬੀ ਕਾ ਮਾਂ ਬੋਲੀ ਦੇ ਹਰ ਕੰਮ ਵਿੱਚ ਹਰ ਪੰਜਾਬੀ ਦੇ ਨਾਲ ਹੈ ਤੇ ਏਡੇ ਵੱਡੇ ਮਹਾਨ ਨਾਵਲ ਨਗਾਰ, ਕਹਾਣੀਕਾਰ ਤੇ ਸ਼ਾਇਰ ਤੋਂ किस तरह पिछे रह सकती। मैं धन्यवाद कहना वा बेअंत बाजवा होरां नूं जिहड़े उस मिट्टी दे उस भोए नाल तलक रखते हैं जिथे एडा वड्डा कलाकार जम्मिया पलिया रिहा वसिया और उस सभा दे भी बड़े उन्होंने चला रहे ने। मैं इन्हां ते बहुत ही इन्हां दा धन्नवादी हाँ कि इन्हां ने एक पंजाबी दे ऐसे महान बंदे दा नाम जिंदा रखिया होया और अगे लैके टुर रहे हैं जिहड़ी कि नवीं पीढ़ी लई एक मिसाल है। अच्छा, ये राम स्वरूप अनखी हरी 1932 ਵਿੱਚ पैदा होए 28 अगस्त ਨੂੰ और 24 फरवरी 2010 ਇਹ ਉਹ ਤਾਰੀਖਾਂ ਨੇ ਜਿਹੜੀਆਂ ਵਿਕੀਪੀਡੀਆ ਤੇ ਪਈਆਂ ਨੇ, ਉਹਦੇ ਮੁਤਾਬਕ ਦੁਨੀਆ 'ਚੋਂ ਚਲਾਣਾ ਕਰ ਗਏ ਤੇ ਬਹੁਤ ਵੱਡੇ ਰਾਈਟਰ ਸਨ। ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੀ ਜਿਹੜੇ ਅਵਾਰਡ ਮਿਲੇ, ਉਹਨਾਂ ਦੇ ਵਿੱਚ ਸਭ ਤੋਂ ਵੱਡਾ ਸਾਹਿਤਿਆ ਅਕੈਡਮੀ ਅਵਾਰਡ ਜਿਹੜਾ ਹੈ ਉਹ ਉਹਨਾਂ ਨੂੰ ਮਿਲਿਆ ਸੀ। ਔਰ ਉਸ ਤੋਂ ਬਾਅਦ ਅਸੀਂ ਚਾਹਾਂਗੇ ਕਿ ਜਿਹੜੇ ਉਹਨਾਂ ਦੇ ਨਾਵਲ, ਜਿਹੜਾ ਉਹਨਾਂ ਦਾ ਜਗਤਗੀਰ ਨਾਵਲ ਹੈ ਕੋਠੇ ਖੜਕ ਸਿੰਘ, ਉਹਦੀ ਜਿਹੜੀ ਮਸ਼ਹੂਰੀ ਹੈ ਉਹਦੀ ਕੀ ਵਜ੍ਹਾ ਹੈ, ਤੇ ਇਹ ਪੁੱਛਣ ਲਈ ਸਾਡੇ ਕੋਲ ਬੇਅੰਤ ਬਾਜਵਾਰੀ ਮੌਜੂਦ ਨੇ। ਇਹਨਾਂ ਦੇ ਨਾਲ ਨਾਲ ਸਾਡੇ ਅੱਜ ਦੇ ਜਿਹੜੇ ਨਾਲ ਮਹਿਮਾਨ ਨੇ, ਕਹਾਣੀਕਾਰ ਨੇ ਸਾਡੇ ਜਸਵੀਰ ਰਾਣਾ ਹਰੀ, ਉਹ ਵੀ ਸਾਡੇ ਨਾਲ ਜੁੜਦੇ ਪਏ ਨੇ। ਉਹਨਾਂ ਵੱਲ ਕੋਈ ਨੈਟਵਰਕ ਦਾ ਮਸਲਾ ਹੈ, ਲੇਕਿਨ ਅਸੀਂ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਸਾਂਝੀ ਕਰਾਵਾਂਗੇ। ਉਹ ਵੀ ਬੜੇ ਵੱਡੇ ਕਹਾਣੀਕਾਰ ਨੇ। ਤੇ ਮੈਂ ਪੁੱਛਣਾ ਚਾਹਾਂਗਾ, ਪਹਿਲੇ ਤੇ ਜੀ ਆਇਆਂ ਨੂੰ ਆਖਣਾ ਬੇਅੰਤ ਬਾਜਵਾਰਾਂ ਨੂੰ, ਤੇ ਫਿਰ ਉਹਨੂੰ ਪੁੱਛਾਂਗਾ ਕਿਹੜਾ ਪ੍ਰੋਗਰਾਮ ਇਹ ਬਣਾ ਰਹੇ ਨੇ, ਇਹ ਕਦੋਂ ਤੋਂ ਚੱਲ ਰਿਹਾ ਹੈ ਔਰ ਇਹਦੀ ਕੀ ਮਕਸਦ ਕੀ ਨੇ ਔਰ ਇਹਦੇ 'ਚ ਕੌਣ ਕੌਣ ਲੋਕ ਸ਼ਾਮਲ ਨੇ। ਇਹ ਪੂਰੇ ਦੁਨੀਆ ਦੇ ਪੰਜਾਬੀਆਂ ਲਈ ਇੱਕ ਮਿਸਾਲ ਹੈ ਜੋ ਤੁਸੀਂ ਕਰ ਰਹੇ ਹੋ। ਤੇ ਜੀ ਬੇਅੰਤ ਬਾਜਵਾ ਜੀ। ਜੀ ਬਹੁਤ ਬਹੁਤ ਸ਼ੁਕਰੀਆ ਜੀ ਮਲਕ ਸਾਹਿਬ, ਧੰਨਵਾਦ ਬਹੁਤ ਬਹੁਤ ਤੁਹਾਡਾ ਤੇ ਪੂਰੇ ਲਹਿੰਦੇ ਪੰਜਾਬ ਦਾ, ਪੰਜਾਬੀ ਪਾਠਕਾਂ ਦਾ, ਤੇ ਜਿਨ੍ਹਾਂ ਨਾਲ ਸਾਡੀ ਅੱਜ ਰੂਹ ਤੋਂ ਸਾਂਝ ਜਿਹੜੀ ਪੈ ਰਹੀ ਹੈ। ਕਿਉਂਕਿ ਰੂਹ ਤੋਂ ਸਾਂਝ ਤਾਂ ਪਹਿਲਾਂ ਹੀ ਆ, ਬੜੇ ਚਿਰ ਦੀ ਤੜਫ ਸੀ ਵੀ ਜਿਹੜੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਨਾਲ ਗੱਲਬਾਤ ਹੋਵੇ ਤੇ ਇਸ ਬਹਾਨੇ ਆਪਾਂ ਜਿਹੜੀਆਂ ਗੱਲਾਂ ਬਾਤਾਂ ਹੋਰ ਆ ਜਿਹੜੇ ਸਾਂਝੀਆਂ ਕਰ ਸਕੀਏ। ਤੇ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬੀ ਕਾ ਤੇ ਮਲਕ ਸਾਹਿਬ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਇਸ ਮੰਚ ਤੇ ਲੈ ਕੇ ਆਂਦਾ ਤੇ ਆਪਣੀ ਜਿਹੜੀ ਸਾਂਝ ਆ ਉਹ ਹੋਰ ਗੂੜੀ ਹੋਵੇਗੀ ਤੇ ਜਿਹੜੇ ਰਿਸ਼ਤੇ ਆ ਦੋਨੇ ਪੰਜਾਬਾਂ ਦੇ ਤੇ ਇੱਕ ਪੰਜਾਬੀ ਮਾਂ ਬੋਲੀ ਲਈ ਬਹੁਤ ਵਧੀਆ ਆਪਾਂ ਕਾਰਜ ਇਸ ਮੰਚ ਤੇ ਕਰਾਂਗੇ। ਤੇ ਮੈਂ ਸ਼ੁਰੂ ਦੇ ਵਿੱਚ ਥੋੜਾ ਜਿਹਾ ਦੱਸਣਾ ਚਾਹੂੰਗਾ, ਜਿਵੇਂ ਕਿ ਤੁਸੀਂ ਮੈਨੂੰ 2-3 ਸਵਾਲ ਜਿਹੜੇ ਇਕੱਠੇ ਕੀਤੇ ਆ। ਰਾਮ ਸਰੂਪ ਅਣਖੀ ਵਿਸ਼ਵ ਪੰਜਾਬੀ ਪ੍ਰਸਿੱਧ ਆਪਾਂ ਲੇਖਕ ਜਿਹੜੇ ਅਣਖੀ ਸਾਹਿਬ ਹੈਗੇ ਨੇ, ਉਹਨਾਂ ਦਾ 28 ਅਗਸਤ 1932 ਨੂੰ ਜਿਹੜਾ ਜਨਮ ਆ ਉਹ ਪਿੰਡ ਧੌਲਾ, ਜ਼ਿਲ੍ਹਾ ਬਰਨਾਲਾ, ਚੜ੍ਹਦੇ ਪੰਜਾਬ ਦੇ ਵਿੱਚ ਹੋਇਆ। ਤੇ ਉਹਨਾਂ ਨੇ ਆਪਾਂ ਕਹਿ ਲਈਏ ਵੀ ਬਹੁਤ ਵੱਡੇ ਕੱਦਾਵਰ ਜਿਹੜੇ ਇਹ ਨਾਮੀ ਲੇਖ ਨੇ ਰਾਮ ਸਰੂਪ ਅਣਖੀ ਜੀ। ਅੱਜ ਮੈਂ ਨਾਲ ਹੀ ਆਪਾਂ ਕਿਉਂਕਿ ਗੱਲਾਂ ਬਾਤਾਂ ਬਹੁਤ ਕਰਨੀਆਂ ਨੇ, ਆਪਣੇ ਨਾਲ ਅੱਜ ਉੱਘੇ ਕਹਾਣੀਕਾਰ ਜਸਵੀਰ ਰਾਣਾ ਜੀ ਜੁੜਨਗੇ। ਉਹ ਵੀ ਅਣਖੀ ਸਾਹਿਬ ਨਾਲ ਜਿਹੜੀ ਉਹਨਾਂ ਦੀ ਸਾਂਝ ਸੀ ਤੇ ਆਪਣੀ ਲੇਖਣੀ ਬਾਰੇ ਤੇ ਅਣਖੀ ਸਾਹਿਬ ਦੀ ਲੇਖਣੀ ਬਾਰੇ ਵੀ ਪੰਜਾਬੀ ਕਹਾਣੀ ਦੇ ਵਿੱਚ ਕੀ ਉਹਨਾਂ ਦਾ ਸਥਾਨ ਆ ਉਹਦੇ ਬਾਰੇ ਚਰਚਾ ਕਰਨਗੇ। ਸੋ ਅਣਖੀ ਸਾਹਿਬ ਦਾ ਜਿਹੜਾ ਜਨਮ ਆ ਮੈਂ ਦੱਸ ਦਿੱਤਾ ਵੀ ਪਿੰਡ ਧੌਲਾ ਵਿਖੇ ਹੋਇਆ ਸੀ। ਉਹਨਾਂ ਦਾ ਜੱਦੀ ਪਿੰਡ ਧੌਲਾ ਗਾ ਤੇ ਉਹਨਾਂ ਦੇ ਬੇਟਾ ਡਾਕਟਰ ਕ੍ਰਾਂਤੀਪਾਲ ਜੀ ਜੋ ਅੱਜ ਕੱਲ੍ਹ ਚੇਅਰਮੈਨ ਮਾਡਰਨ ਲੈਂਗੁਏਜ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਸੇਵਾਵਾਂ ਆਪਣੇ ਨਿਭਾ ਰਹੇ ਨੇ। ਤੇ ਇੱਕ ਵਾਰ ਫੇਰ ਮੈਂ ਤੁਹਾਨੂੰ ਧੰਨਵਾਦ ਕਰਦਾ ਗਾ ਪੂਰੇ ਪੰਜਾਬੀ ਕਾ ਟੀਮ ਦੀ, ਮਲਕ ਸਾਹਿਬ ਤੁਹਾਡਾ ਤੇ ਜਿੰਨੇ ਵੀ ਸਰੋਤੇ ਇਸ ਵੇਲੇ ਦੇਖ ਰਹੇ ਨੇ ਜੀ। ਸਿਰਫ ਇੱਕ ਮਿੰਟ ਜੀ, ਉਹਨਾਂ ਨੂੰ ਮਿਲ ਲਵਾਂ ਨਾਲ। ਜੀ ਆ ਗਏ ਨੇ ਜਸਵੀਰ ਸਾਹਿਬ ਸਾਡੇ ਨਾਲ। ਔਰ
ਅੱਜ ਸਰ ਜਿੰਦੇ ਤੱਕ ਉਹ ਦੋਸਤ ਸਾਡੇ ਨਾਲ ਜੁੜਦੇ ਨੇ, ਇਹ ਆਪਣਾ ਤੁਹਾਡੇ ਪੇਜ ਤੇ ਵੀ ਸ਼ੇਅਰ ਹੋ ਗਿਆ ਮੇਰਾ ਖਿਆਲ ਹੈ, ਤੇ ਮੇਰੇ ਪਿੱਛੇ ਜਿਹੜੇ ਦੋਸਤ ਵੇਖ ਰਹੇ ਨੇ ਉਹ ਪਿੱਛੇ ਵਾਰਿਸ ਸ਼ਾਹ ਦੇ ਇੱਕ ਸ਼ੇਅਰ ਨਾਲ ਮੈਂ ਇਹਦੀ ਅੱਜ ਗੱਲ ਤੁਹਾਡੇ ਨਾਲ ਤੋੜਨਾ ਚਾਹੁੰਦਾ ਕਿ ਵਾਰਿਸ ਸ਼ਾਹ ਉਹ ਸਦਾ ਹੀ ਜਿਉਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ। ਤੇ ਰਾਮ ਸਰੂਪ ਅਣਖੀ ਹਰਾਂ ਦੀ ਫੋਟੋ ਤੁਹਾਨੂੰ ਨਜ਼ਰ ਆ ਰਹੀ ਹੈ ਮੇਰੇ ਸਿਰ ਤੇ, ਮੇਰੀ ਕੰਧ ਤੇ। ਉਹ ਹਰ ਪੰਜਾਬੀ ਲਿਖਣ ਵਾਲੇ ਦੀ ਕੰਧ ਤੇ ਉਹਨਾਂ ਦਾ ਹੱਥ ਇਸ ਤੋਂ ਹੈ ਕਿ ਜਿੰਨਾ ਉਹ ਪੰਜਾਬੀ 'ਚ ਕੰਮ ਕਰ ਗਏ ਨੇ, ਉਹ ਸਾਡੇ ਲਈ ਇੱਕ ਉਹ ਤਾਰਾ ਹੈ ਜਿਹਨੂੰ ਵੇਖ ਕੇ ਨਵੀਂ ਪੀੜ੍ਹੀ ਆਪਣੇ ਰਾਹਾਂ ਦੇ ਮੁੱਢ ਬਣ ਸਕਦੀ ਹੈ। ਅਸੀਂ ਉਹਨਾਂ ਦੇ ਸਾਰੇ ਕੰਮਾਂ ਨੂੰ, ਸਲਾਹਣਯੋਗ ਕੰਮਾਂ ਨੂੰ ਸਲਾਹਨੇ ਹਾਂ, ਔਰ ਇਹ ਮਾਣ ਕਰਨੇ ਆ ਕਿ ਦੁਨੀਆ ਭਰ 'ਚ ਨਾਵਲ 'ਚ ਜਿਹੜਾ ਉਹਨਾਂ ਦਾ ਮੁਕਾਮ ਹੈ ਉਹ ਮਜ਼ੀਦ ਵਧੇ, ਨਵੀਂ ਪੀੜ੍ਹੀ ਨੂੰ ਮਜ਼ੀਦ ਪਤਾ ਲੱਗੇ ਕਿ ਕਿੰਨੇ ਕਿੰਨੇ ਪੰਜਾਬ ਦੀ ਮਿੱਟੀ ਨੇ ਵੱਡੇ ਸੂਰਮੇ ਜੰਮੇ, ਉਹਨਾਂ ਨੇ ਅਦਬ ਦੇ ਵਿੱਚ ਕੀ ਕੀ ਕਾਰਨਾਮੇ ਕੀਤੇ। ਇਹ ਸਾਰੀਆਂ ਗੱਲਾਂ ਅੱਜ ਅਸੀਂ ਕਰਨੀਆਂ ਨੇ। ਤੇ ਬੇਅੰਤਰੀ ਜੋ ਕਿ ਉਸੇ ਥਾਂ ਰਹਿੰਦੇ ਨੇ, ਤੇ ਇਹਨਾਂ ਕੋਲ ਅਸੀਂ ਪੁੱਛਾਂਗੇ ਕਿ ਤੁਸੀਂ ਰਾਮ ਸਰੂਪ ਅਣਖੀ ਹਰਾਂ ਦੇ ਪਿਛੋਕੜ ਬਾਰੇ, ਉਹਨਾਂ ਦੇ ਬਚਪਨ ਬਾਰੇ ਕੋਈ ਚੀਜ਼ਾਂ ਸੁਣਨ ਨਾਲ ਸਾਂਝੀਆਂ ਕਰੋ, ਕਿਉਂਕਿ ਉਹਨਾਂ ਬਾਰੇ ਬਹੁਤ ਸਾਰੇ ਲੋਕ ਜਾਣਨਾ ਚਾਹੁੰਦੇ ਨੇ। ਵਿਕੀਪੀਡੀਆ ਔਰ ਗੂਗਲ ਤੇ ਬਹੁਤ ਜ਼ਿਆਦਾ ਮਾਲੂਮਾਤ ਨਹੀਂ ਹੈਗੀਆਂ, ਤੇ ਇਸ ਤੋਂ ਤੁਹਾਡੇ ਤੋਂ ਜੋ ਸਾਨੂੰ ਲੱਭਣੀਆਂ ਨੇ ਉਹ ਸਾਡੇ ਸਾਰਿਆਂ ਲਈ ਬੜਾ ਸਾਡਾ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਮੈਂ ਇੱਥੇ ਤੁਹਾਨੂੰ ਮਲਕ ਸਾਹਿਬ ਦੱਸਣਾ ਚਾਹੁੰਦਾ, ਕਿਉਂਕਿ ਮੇਰੀ ਉਮਰ 30 ਸਾਲ ਦੀ ਉਮਰ ਆ ਜੀ, ਤੇ ਮੈਂ ਅਣਖੀ ਸਾਹਿਬ ਦੀ ਜਿਹੜੀ ਸੰਗਤ ਆ ਕਾਫੀ ਸਮਾਂ ਮਾਣੀ ਆ, ਕਿਉਂਕਿ ਅਣਖੀ ਸਾਹਿਬ ਨਾਲ ਮੇਰੇ ਘਰ ਦੀ ਜਿਹੜੀ ਕੰਧ ਵੀ ਸਾਂਝੀ ਰਹੀ, ਕਿਉਂਕਿ ਸਾਡਾ ਜਿਹੜਾ ਪਿਛੋਕੜ ਸੀ, ਖੁਦ ਦਾ ਜਿਹੜਾ ਪਿਛੋਕੜ ਸੀ ਉਹ ਸਿਆਲਕੋਟ ਸੀ, ਲਹਿੰਦੇ ਪੰਜਾਬ। ਤੇ ਅਸੀਂ ਸਾਡੇ ਪੁਰਖੇ ਇੱਥੋਂ ਆ ਕੇ ਇੱਧਰਲੇ ਜਦੋਂ ਪਾਰਟੀਸ਼ਨ ਹੋਈ ਤਾਂ ਉਹ ਆਪਾਂ ਕਹਿ ਲਈਏ ਵੀ ਚੜ੍ਹਦੇ ਪੰਜਾਬ ਦੇ ਵਿੱਚ ਮਰੇਲਕੋਟਲੇ ਦੇ ਲਾਗੇ ਇੱਕ ਪਿੰਡ ਸੀ, ਜਰਗ ਜੋੜੇ ਪੁੱਲ ਦੇ ਕੋਲ ਇੱਕ ਪਿੰਡ ਆ ਪੁਰਥਲਾ ਮੰਡੇਰ, ਉੱਥੇ ਆ ਕੇ ਬਸੇ। ਉਸ ਤੋਂ ਬਾਅਦ ਬਰਨਾਲਾ ਆ ਗਏ, ਬਰਨਾਲੇ ਤੋਂ ਗਾਹਾਂ ਦੀ ਗਾਹਾਂ ਹੁੰਦੇ ਹੋਏ ਅਣਖੀ ਸਾਹਿਬ ਦੇ ਗੁਆਂਢ ਦੇ ਵਿੱਚ ਅਸੀਂ ਆ ਗਏ। ਅਸੀਂ ਕਹਿ ਲਈਏ ਬੜੇ ਖੁਸ਼ਕਿਸਮਤ ਸੀ ਵੀ ਅਣਖੀ ਸਾਹਿਬ ਦੇ ਜਿਹੜੇ ਘਰ ਨਾਲ ਸਾਨੂੰ ਜਿਹੜੀ ਢੋਈ ਮਿਲੀ, ਅਸੀਂ ਉੱਥੇ ਬੈਠੇ ਆ ਕੇ ਉਹਨਾਂ ਦੀ। ਮੈਂ 12ਵੀਂ ਜਮਾਤ ਦੇ ਵਿੱਚ ਸੀ ਜਦੋਂ ਅਣਖੀ ਸਾਹਿਬ ਸਾਡੇ ਕੋਲ ਖੇਤ ਆਉਂਦੇ, ਉੱਥੇ ਆਪਣੀਆਂ ਕਿਤਾਬਾਂ ਦੀਆਂ ਗੱਲਾਂ ਬਾਤਾਂ ਸਾਂਝੀਆਂ ਕਰਦੇ ਤੇ ਸ਼ਬਦੀ ਸਾਂਝ ਪਾਉਂਦੇ। ਅਕਸਰ ਹੀ ਉਹ ਦੁੱਲੇ ਦੀ ਢਾਬ, ਕਿਉਂਕਿ ਜ਼ਿਆਦਾਤਰ ਮੈਂ ਦੱਸਣਾ ਚਾਹਣਾਗਾ ਅਣਖੀ ਸਾਹਿਬ ਦੇ ਪਰਿਵਾਰ ਦੇ ਵਿੱਚ ਜਿੱਥੇ ਸਾਹਿਤਕ ਬੂਟੇ ਲੱਗੇ ਹੋਏ ਨੇ, ਉੱਥੇ ਉਹਨਾਂ ਨੇ ਇਕੱਲੇ ਪਿੰਡ ਵਿੱਚ ਹੀ ਨਹੀਂ, ਪੂਰੇ ਪੰਜਾਬ ਦੇ ਵਿੱਚ, ਚੜ੍ਹਦੇ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਕਈ ਸਥਾਪਿਤ ਕਹਾਣੀਕਾਰ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਨੂੰ ਅੱਜ ਵਿਸ਼ਵ ਪ੍ਰਸਿੱਧ ਲੇਖਕ ਬਣਾਇਆ, ਜਿਨ੍ਹਾਂ ਵਿੱਚੋਂ ਇੱਕ ਜਸਵੀਰ ਰਾਣਾ ਜੁੱਗੇ ਕਹਾਣੀਕਾਰ ਸਾਡੇ ਨਾਲ ਨੇ। ਤੇ ਗੱਲਾਂ ਬਾਤਾਂ ਆਪਾਂ ਇਸੇ ਤਰ੍ਹਾਂ ਮੈਂ ਤੁਹਾਡੇ ਨਾਲ ਵਿੱਚ ਵਿੱਚ ਸਾਂਝ ਪਾਉਂਦਾ ਜਾਊਂਗਾ। ਆਪਾਂ ਆਪਣੇ ਨਾਲ ਜੁੜ ਗਏ ਜਸਵੀਰ ਰਾਣਾ ਜੀ, ਆਪਾਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ। ਮਲਕ ਸਾਹਿਬ ਕਰੋ ਸ਼ੁਰੂਆਤ ਜੀ। ਜੀ ਜ਼ਰੂਰ ਜੀ, ਮੈਂ ਉਹਨਾਂ ਦਾ ਮਾਇਕ ਲੈਣਾ ਜੀ। ਜਸਵੀਰ ਰਾਣਾ ਸਾਹਿਬ ਤੁਹਾਨੂੰ ਜੀ ਆਇਆਂ ਨੂੰ ਆਖਦੇ ਆ ਜੀ। ਔਰ ਮੈਂ ਸੁਣਨਾ ਬਹੁਤ ਬਹੁਤ ਸ਼ੁਕਰੀਆ ਕਿ ਅੱਜ ਸਾਡੇ ਨਾਲ ਜੁੜਨ ਵਾਲੇ ਜਿਹੜੇ ਮਹਾਨ ਕਹਾਣੀਕਾਰ ਨੇ, ਇਹ ਉਸੇ ਹੀ ਬੋਰਡ ਦੀ ਛਾਵੇਂ ਇਹ ਪੁੰਗਰੇ, ਔਰ ਇਹਨਾਂ ਨੂੰ ਵੀ ਮਾਲਕ ਨੇ ਬੋਰਡ ਬਣਾ ਛੱਡਿਆ ਆਪਣੇ ਉਸ ਸ਼ਹਿਰ ਦੇ ਵਿੱਚ। ਇਹਨਾਂ ਦੀਆਂ 7 ਕਿਤਾਬਾਂ ਨੇ, 3 ਕਹਾਣੀਆਂ ਦੀਆਂ, 1 ਨਾਵਲ, 1 ਬਾਲ ਕਹਾਣੀਆਂ, ਔਰ ਉਹਨਾਂ ਨੇ ਇੰਤਖਾਬ ਵੀ ਕੀਤਾ। ਔਰ ਇੰਨਾ ਸਾਰਾ ਕੰਮ ਜਿਹੜਾ ਹੈ ਉਹ ਜ਼ਾਹਿਰ ਹੈ ਪਿੱਛੇ ਬਰਕਤ ਤੇ ਕੋਈ ਦੁਆ ਇਹਨਾਂ ਦੇ, ਜਿਹੜਾ ਇਹਨਾਂ ਨੇ ਇੰਨੀ ਛੇਤੀ ਇੰਨਾ ਵੱਡਾ ਕੰਮ ਕੀਤਾ। ਔਰ ਅੱਜ ਅਸੀਂ ਇਹਨਾਂ ਨੂੰ ਇਸ ਤੋਂ ਹੀ ਇੱਥੇ ਦਾਵਤ ਦਿੱਤੀ ਇੱਕ ਉਚੇਚੇ ਪ੍ਰਾਹੁਣੇ ਦੇ ਤੌਰ ਤੇ ਕਿ ਇਹ ਸਾਨੂੰ ਕਹਾਣੀ ਬਾਰੇ ਆਪਣੀ ਵੀ ਦੱਸਣ, ਔਰ ਇਹ ਜਿਸ ਦਰਵੇਸ਼ ਦਾ ਅੱਜ ਅਸੀਂ ਦਿਨ ਮਨਾ ਰਹੇ ਹਾਂ, ਤਕਰੀਬਾਤ ਬਣਾ ਰਹੇ ਹਾਂ, ਉਹਨਾਂ ਬਾਰੇ ਵੀ ਇਹਨਾਂ ਕੋਲੋਂ ਗੱਲ ਸਾਂਝੀ ਕਰੀਏ। ਜੀ ਜਸਵੀਰ ਰਾਣਾ ਜੀ। ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਕਿ ਅਸੀਂ ਸ਼੍ਰੀ ਰਾਮ ਸਰੂਪ ਅਣਖੀ ਜੀ ਜਿਹੜੇ ਪੰਜਾਬੀ ਦੇ ਬਹੁਤ ਵੱਡੇ ਗਲਪਕਾਰ ਸੀ, ਹੈ ਤੇ ਰਹਿਣਗੇ, ਉਹਨਾਂ ਦੀ ਜਨਮ ਨੂੰ ਲੈ ਕੇ ਅਸੀਂ 1 ਹਫ਼ਤੇ ਦੇ ਜਿਹੜੇ ਜਸ਼ਨ ਵਰਗੀ ਗੱਲ ਹੈ, ਖਾਸ ਤੌਰ ਦੇ ਉੱਤੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਦੇ ਰੂਪ 'ਚ ਉਹਦੀ ਸ਼ੁਰੂਆਤ ਕੀਤੀ। ਅੱਜ ਮੈਨੂੰ ਬਹੁਤ ਚੰਗਾ ਲੱਗਿਆ ਕਿ ਰਾਮ ਸਰੂਪ ਅਣਖੀ ਉਹਨਾਂ ਦੇ ਲਿਖੇ ਹੋਏ 4 ਅੱਖਰ ਪੜ੍ਹ ਕੇ ਅਸੀਂ ਕੁਝ ਲਿਖਣਾ ਸਿੱਖਿਆ, ਪੜ੍ਹਨਾ ਸਿੱਖਿਆ। ਸੱਚਮੁੱਚ ਉਹ ਆਪਣੇ ਆਪ ਦੇ ਵਿੱਚ ਇੱਕ ਸਕੂਲ ਸੀ, ਪੰਜਾਬੀ ਕਹਾਣੀ ਦਾ ਸਕੂਲ, ਨਾਵਲ ਦਾ ਸਕੂਲ, ਵਾਰਤਕ ਦਾ ਸਕੂਲ, ਔਰ ਕਵਿਤਾ ਵੀ ਲਿਖੀ ਹੈ ਉਹਨਾਂ ਨੇ, ਕਵਿਤਾ ਦਾ ਸਕੂਲ, ਜਿਹੜਾ ਇੰਨੀਆਂ ਸਾਰੀਆਂ ਖੂਬੀਆਂ ਰੱਖਦਾ ਹੋਵੇ ਲਿਖਣ ਦੇ ਖੇਤਰ 'ਚ, ਨਿਸ਼ਚਿਤ ਤੌਰ ਦੇ ਉੱਤੇ ਉਹ ਬਾਬਾ ਬੋੜ ਹੁੰਦਾ ਹੈ। ਤੁਹਾਡੇ ਪਿੱਛੇ ਮੈਂ ਵੇਖ ਰਿਹਾ
ਕਿ ਰਾਮ ਸਰੂਪ ਅਣਖੀ ਜੀ ਹੱਸ ਰਹੇ ਨੇ ਤਸਵੀਰ ਦੇ ਵਿੱਚ, ਫੋਟੋ ਦੇ ਵਿੱਚ, ਜੀ ਜੀ, ਔਰ ਇਸ ਲਈ ਹੱਸ ਰਹੇ ਨੇ ਕਿ ਉਹਨਾਂ ਨੂੰ ਚੰਗਾ ਲੱਗ ਰਿਹਾ ਹੋਊਗਾ ਕਿ ਕਿਆ ਬਾਤ, ਦੋ ਪੰਜਾਬ ਜੁੜ ਕੇ ਮੇਰੇ ਬਾਰੇ ਗੱਲਾਂ ਕਰ ਰਹੇ ਨੇ, ਅੱਖਰਾਂ, ਸ਼ਬਦਾਂ ਤੇ ਵਿਚਾਰਾਂ ਦਾ ਪੁਲ ਉਸਾਰ ਰਹੇ ਨੇ। ਉਹਨਾਂ ਨੂੰ ਵਾਹ। ਚੰਗਾ ਲੱਗ ਰਿਹਾ ਹੋਊਗਾ, ਇਸ ਲਈ ਉਹ ਹੱਸ ਰਹੇ ਨੇ। ਮੈਂ ਬਾਪੂ ਜੀ ਨੂੰ ਸਲਾਮ ਕਰਦਾ ਤੁਹਾਡੇ ਜਰੀਏ। ਵਾਹ ਵਾਹ ਵਾਹ, ਬਹੁਤ ਖੂਬਸੂਰਤ ਜਸਵੀਰ ਵੀਰ ਜੀ। ਤੁਹਾਡੇ ਅੱਖਰ ਜਿਹੜੇ ਨੇ, ਸ਼ਬਦ, ਉਹ ਦੱਸਦੇ ਨੇ ਕਿ ਤੁਹਾਡੇ ਪਿੱਛੇ, ਤੁਹਾਡੇ ਕੰਨ ਤੇ ਇਹਨਾਂ ਦਾ ਹੱਥ ਹੈ, ਔਰ ਤੁਹਾਡੇ ਲਫ਼ਜ਼ ਜਿਹੜੇ ਨੇ ਉਹ ਤੁਹਾਡੇ ਅੱਗੇ ਇੰਝ ਲੱਗ ਰਿਹਾ ਮੈਨੂੰ ਜਿਵੇਂ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਖਲੋਤੇ ਨੇ। ਤੁਹਾਨੂੰ ਵੀ ਸਲਾਮ ਹੈ, ਔਰ ਉਹਨਾਂ ਨੂੰ ਵੀ ਜਿਨ੍ਹਾਂ ਨੇ ਤੁਹਾਨੂੰ ਇਸ ਪਾਸੇ ਤੋਰਿਆ। ਅੱਛਾ, ਮੈਂ ਜਿਹੜੇ ਦੋਸਤ ਨਾਲ ਜੁੜੇ ਨੇ ਸਾਡੇ, ਨੂਰ ਹੁਸੈਨ ਸਾਹਿਬ ਲਹਿੰਦੇ ਪੰਜਾਬ ਤੋਂ, ਔਰ ਅਲੀ ਜੋਸ਼ਾ ਸਾਹਿਬ ਲਾਹੌਰ ਤੋਂ, ਬੜੇ ਅੱਛੇ ਸ਼ਾਇਰ ਨੇ, ਸੋਹਣੇ। ਉਹ ਵੀ ਕਹਿ ਰਹੇ ਨੇ ਕਿ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ, ਆਪਣੇ ਪੁਰਖਾਂ ਨੂੰ ਜਿਹੜਾ ਨਵੀਂ ਪੀੜ੍ਹੀ ਨਾਲ ਉਹਨਾਂ ਨੂੰ ਮਿਲਾ ਰਹੇ ਹੋ। ਨਦੀਮ ਅਫਜ਼ਲ ਹਰੀ ਪੱਕੀਆਂ ਥਾਵਾਂ ਦੇ ਨਾਂ ਤੋਂ ਪ੍ਰੋਗਰਾਮ ਕਰਦੇ ਨੇ, ਦੁਨੀਆ ਭਰ ਦੇ ਪੰਜਾਬੀ ਉਹਨੂੰ ਪਸੰਦ ਕਰਦੇ ਨੇ, ਉਹ ਵੀ ਸਾਡਾ ਪ੍ਰੋਗਰਾਮ ਸੁਣ ਰਹੇ ਨੇ। ਔਰ ਹਮੈਰਾ ਜ਼ਫਰ ਭੱਟ ਨੇ, ਮੈਨੂੰ ਲੱਗਦਾ ਉਧਰੋਂ ਤੁਹਾਡਾ ਪੇਜ ਜਿਹੜੇ ਸ਼ਾਇਦ ਆਨ ਨਹੀਂ ਹੋਇਆ ਜੇ ਬੇਅੰਤ ਬਾਈ, ਉਧਰੋਂ ਲੋਕ ਨਹੀਂ ਜੁੜ ਰਹੇ ਤੁਹਾਡੇ ਪੇਜ ਤੋਂ ਨਾ, ਸ਼ਾਇਦ ਤੁਸੀਂ ਆਪਣੇ ਪੇਜ ਤੇ ਵੀ ਸ਼ੇਅਰ ਕਰ ਦਿਓ ਨਾਲ ਹੀ, ਤਾਂ ਕਿ ਦੁਨੀਆ ਭਰ ਦੇ ਪੰਜਾਬੀਆਂ ਤੱਕ ਅੱਜ ਦੀ ਆਵਾਜ਼ ਪਹੁੰਚ ਜਾਏ। ਔਰ ਜਸਵੀਰ ਵੀਰਾਂ ਨਾਲ ਜਿਹੜੇ ਸੋਹਣੇ ਤਰੀਕੇ ਨਾਲ ਉਹਨਾਂ ਨੂੰ ਟ੍ਰਿਬਿਊਟ ਪੇਸ਼ ਕੀਤਾ ਹੈ, ਇੱਕ ਖਰਾਜੇ ਤਹਿਸੀਨ ਪੇਸ਼ ਕੀਤਾ ਹੈ। ਅਸੀਂ ਸਮਝਦੇ ਹਾਂ ਕਿ ਸਾਡਾ ਇਹੀ ਬਣਦਾ ਹੈ ਕਿ ਅਸੀਂ ਅਗਰ ਆਪਣੇ ਪੁਰਖਾਂ ਦੀਆਂ ਨੇਕੀਆਂ ਯਾਦ ਰੱਖਾਂਗੇ ਤੇ ਅਸੀਂ ਇੱਕ ਜ਼ਿੰਦਾ ਕੌਮ ਖਵਾਵਾਂਗੇ ਜਿਹੜੀ ਕਿ ਅਸੀਂ ਹੈ ਵਾਂ। ਪਰ ਅੱਜ ਇਹ ਸੋਹਣੀ ਗੱਲ ਕੀਤੀ ਕਿ ਅੱਜ ਦੋਵਾਂ ਪੰਜਾਬਾਂ ਚੋਂ ਜਿਨ੍ਹਾਂ ਦੀ ਗੱਲ ਹੋ ਰਹੀ ਹੈ, ਇਹ ਸਾਡੇ ਸਾਰਿਆਂ ਲਈ, ਸਾਡੀ ਨਵੀਂ ਪੀੜ੍ਹੀ ਵੀ ਧੰਨ ਪਈ ਕਿ ਅਸੀਂ ਪੰਜਾਬੀਅਤ ਵੱਲ ਜਾ ਰਹੇ ਹਾਂ। ਅਸੀਂ ਪੰਜਾਬੀਅਤ ਦੇ ਤੌਰ ਤੇ ਇੱਕ ਕੌਮ ਦੇ ਤੌਰ ਤੇ ਮੁਤਾਰਫ ਹੋ ਰਹੇ ਹਾਂ। ਔਰ ਇਹ ਜਿਹੜੀ ਟੈਕਨੋਲੋਜੀ ਸਾਨੂੰ ਦੂਰ ਕਰਨਾ ਚਾਹੁੰਦੀ ਸੀ, ਉਹ ਸਾਨੂੰ ਜੋੜਨ ਤੇ ਮਜਬੂਰ ਹੋ ਗਈ ਹੈ, ਕਿਉਂਕਿ ਅਸੀਂ ਆਪਣੀ ਮਾਂ ਬੋਲੀ ਨਾਲ ਸੁੱਚੇ ਹਾਂ। ਸਾਡੀ ਮਾਂ ਬੋਲੀ ਦਾ ਸਾਡੇ ਤੇ ਇਹ ਸਨਮਾਨ ਹੈ ਕਿ ਉਹਨੇ ਸਾਨੂੰ ਸ਼ਬਦ ਦਿੱਤੇ ਨੇ ਜਿਹੜੇ ਦੁਨੀਆ ਭਰ ਦੀਆਂ ਕੌਮਾਂ ਨੂੰ ਆਪਸ ਜੋੜ ਰਹੇ ਨੇ। ਤੇ ਜਸਵੀਰ ਵੀਰ ਜੀ, ਤੁਸੀਂ ਆਪਣੀ ਕਹਾਣੀ ਬਾਰੇ ਦੱਸੋ ਕਿ ਤੁਹਾਡੀ ਯਾਦ ਜੇ ਸਾਂਝੀ ਕਰੋ ਕਿ ਤੁਹਾਡੀ ਪਹਿਲੇ ਮੁਲਾਕਾਤ ਕਿਵੇਂ ਹੋਈ ਇਹਨਾਂ ਨਾਲ, ਔਰ ਕਿਸ ਤਰ੍ਹਾਂ ਤੁਸੀਂ ਇਸ ਸਹਿਦ ਦੇ ਦਰਿਆ ਤੋਂ ਜਿਹੜਾ ਉਹ ਫੈਜ਼ ਲਿਆ। ਹਾਂਜੀ ਹਾਂ, ਇਸ ਬਾਰੇ ਬਹੁਤ ਸਾਰੀਆਂ ਯਾਦਾਂ ਨੇ। ਮੈਂ ਬਹੁਤ ਪਹਿਲਾਂ 2013 ਦੇ ਵਿੱਚ ਇੱਕ ਸ਼ਬਦ ਚਿੱਤਰਾਂ ਦੀ, ਰੇਖਾ ਚਿੱਤਰਾਂ ਦੀ ਕਿਤਾਬ ਲਿਖੀ ਸੀ, ਮੈਂ ਤੇ ਮੇਰੀ ਖਾਮੋਸ਼ੀ। ਉਸ ਕਿਤਾਬ ਦੇ ਵਿੱਚ ਰਾਮ ਸਰੂਪ ਅਣਖੀ ਉਹਨਾਂ ਦਾ ਸ਼ਬਦ ਚਿੱਤਰ ਵੀ ਮੈਂ ਲਿਖਿਆ, 2.5 ਅੱਖਰ ਰਾਮ ਸਰੂਪ ਅਣਖੀ ਦੇ ਨਾਂ। ਉਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਅੰਕਿਤ ਕੀਤੀਆਂ ਨੇ ਮੈਂ, ਉਹਨਾਂ ਦੇ ਵਿੱਚੋਂ ਇੱਕ ਅੱਧੀ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨੀ ਮੈਂ ਜ਼ਰੂਰ ਧੰਨਵਾਦ ਚਾਹੂੰਗਾ। ਸਭ ਤੋਂ ਪਹਿਲੀ ਗੱਲ 1998 ਦੀ ਹੈ, ਜਦੋਂ ਲੈਂਡ ਫੋਨ ਹੁੰਦੇ ਸੀ, ਮੋਬਾਈਲ ਫੋਨ ਕਿਤੇ ਕਿਤੇ ਆਇਆ ਸੀ। ਮੈਂ ਉਹਨਾਂ ਦਿਨਾਂ ਦੇ ਵਿੱਚ ਰਾਮ ਸਰੂਪ ਅਣਖੀ ਉਹਨਾਂ ਦਾ ਨਾਵਲ ਪੜ੍ਹਿਆ, ਸੁਲਗ ਦੀ ਰਾਤ। ਸੁਲਗ ਦੀ ਰਾਤ ਉਹਨਾਂ ਦਾ ਇੱਕ ਬਹੁਤ ਹੀ ਸ਼ਾਨਦਾਰ ਨਾਵਲ ਹੈ, ਛੋਟੇ ਆਕਾਰ ਦਾ ਵੱਡੇ ਅਰਥਾਂ ਵਾਲਾ ਨਾਵਲ ਹੈ। ਜਦੋਂ ਮੈਂ ਉਹ ਨਾਵਲ ਪੜ੍ਹਿਆ ਤਾਂ ਉਸ ਨਾਵਲ ਦੇ ਵਿੱਚ ਅਮਰਗੜ੍ਹ ਪਿੰਡ ਦਾ ਜ਼ਿਕਰ ਆਇਆ। ਮੇਰਾ ਪਿੰਡ ਅਮਰਗੜ੍ਹ ਹੈ। ਮੈਨੂੰ ਬੜਾ ਸ਼ੌਕਣ ਲੱਗਿਆ, ਹੈਰਾਨੀ ਹੋਈ ਵੀ ਹੈ ਅਮਰਗੜ੍ਹ ਦਾ ਨਾਮ ਵੀ ਕਿਤਾਬ 'ਚ ਆ ਸਕਦਾ ਹੈ, ਕਮਾਲ ਹੈ। ਮੈਂ ਡਰਦੇ ਰਾਮ ਸਰੂਪ ਅਣਖੀ ਉਹਨਾਂ ਨੂੰ ਫੋਨ ਕੀਤਾ ਲੈਂਡ ਫੋਨ ਤੋਂ, ਕਿਉਂਕਿ ਲੈਂਡ ਫੋਨ ਸਾਡੇ ਸਾਂਝਾ ਕਮਰਾ ਸੀ ਜਿਹੜਾ ਉੱਥੇ ਪਿਆ ਸੀ। ਇਸ ਲਈ ਮੈਂ ਉਹਨੂੰ ਚੱਕ ਕੇ ਪਹਿਲਾਂ ਤਾਂ ਦੂਸਰੇ ਕਮਰੇ ਦੇ ਵਿੱਚ ਲੈ ਕੇ ਗਿਆ ਕਿ ਕੋਈ ਦੇਖ ਨਾ ਲਵੇ ਕੀ ਗੱਲਾਂ ਕਰਦਾ ਹੈ। ਫਿਰ ਮੈਂ ਫੋਨ ਲਾਇਆ ਡਰਦੇ ਹੋਏ। ਉਧਰ ਜਦੋਂ ਚੱਕਿਆ ਗਿਆ ਫੋਨ ਤਾਂ ਇੱਕ ਭਾਰੀ ਭਰਕਮ ਆਵਾਜ਼ ਆਈ, ਜਿਸ ਤਰ੍ਹਾਂ ਕੋਈ ਥਾਣੇਦਾਰ ਬੋਲਦਾ ਹੁੰਦਾ ਹੈ। ਕਹਿੰਦਾ, ਹਾਂ ਕੌਣ? ਮੈਂ ਕਿਹਾ, ਜੀ ਮੈਂ ਜਸਵੀਰ ਰਾਣਾ ਅਮਰਗੜ੍ਹ ਪਿੰਡ ਤੋਂ ਹੈ, ਮੈਂ ਤੁਹਾਡਾ ਨਾਵਲ ਸੁਲਗ ਦੀ ਰਾਤ ਪੜ੍ਹਿਆ। ਕਹਿੰਦੇ, ਅੱਛਾ ਫਿਰ? ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਗੱਲ ਇਹ ਹੈ ਕਿ ਇਸ ਨਾਵਲ ਦੇ ਵਿੱਚ ਅਮਰਗੜ੍ਹ ਦਾ ਜ਼ਿਕਰ ਆਇਆ ਵੀ ਮੈਂ ਇਹ ਪੁੱਛਣਾ ਚਾਹੁੰਦਾ ਤੁਹਾਨੂੰ ਵੀ ਇਹ ਅਮਰਗੜ੍ਹ ਹੀ ਪਿੰਡ ਆਹੀ ਹੈ ਜਿਹਦੇ ਵਿੱਚ ਮੈਂ ਰਹਿਣਾ ਮਲੇਰਕੋਟਲੇ ਦੇ ਨਾਲ? ਤਾਂ ਮੇਰੀ ਗੱਲ ਸੁਣਨ ਤੋਂ ਬਾਅਦ ਫੇਰ ਉਹ ਕੁਝ ਬੋਲੇ, ਕਹਿੰਦੇ ਹਾ ਹੱਸ ਕੇ, ਇਹੀ ਅਮਰਗੜ੍ਹ ਹੈ ਜਿਹੜੇ ਪਿੰਡ ਦੇ ਵਿੱਚ ਤੂੰ ਰਹਿਣਾ ਨਾ। ਇੱਥੋਂ ਦੀ ਮੈਂ ਆਪਣੇ ਬਾਪੂ ਨਾਲ ਲੰਘ ਕੇ ਵੀ ਜਾਂਦਾ ਹੁੰਦਾ ਸੀ, ਔਰ ਇੱਥੋਂ ਦੀ ਮੈਂ ਜਦੋਂ ਵੱਡਾ ਹੋਇਆ, ਮਾਸਟਰ ਲੱਗਿਆ, ਤਾਂ ਤੁਹਾਡੇ ਨਜ਼ਦੀਕ ਹੈ ਇੱਕ ਪਿੰਡ ਚੌਂਦਾ, ਉੱਥੇ ਮੈਂ ਸੁਪਰਡੈਂਟ ਲੱਗ ਕੇ ਗਿਆ ਸੀ 10ਵੀਂ ਕਲਾਸ ਦੇ ਪੇਪਰਾਂ 'ਚ। ਇੱਥੋਂ ਦੀ ਵੀ ਮੈਂ ਲੰਘ ਕੇ ਜਾਂਦਾ ਹੁੰਦਾ ਸੀ, ਇਹ ਉਹੀ ਪਿੰਡ ਹੈ। ਜਦੋਂ ਰਾਮ ਸਰੂਪ ਅਣਖੀ ਦੀ ਜ਼ੁਬਾਨ ਤੋਂ ਮੈਂ ਇਹ ਗੱਲ ਸੁਣੀ ਤਾਂ ਮੈਨੂੰ ਬੜੀ ਸ਼ਿੱਦਤ ਨਾਲ ਅਹਿਸਾਸ ਹੋਇਆ ਕਿ ਸਾਡਾ ਪਿੰਡ ਵੀ ਕੋਈ ਖਾਸ ਹੈ।
ਮੈਂ ਵੀ ਕੋਈ ਖਾਸ ਹਾਂ ਜਿਹਨੇ ਰਾਮ ਸਰੂਪ ਅਣਖੀ ਉਹਨਾਂ ਨਾਲ ਗੱਲ ਕਰ ਲਈ। ਇਹ ਮੇਰੀ ਉਹਨਾਂ ਨਾਲ ਕੀਤੀ ਹੋਈ ਪਹਿਲੀ ਗੱਲ ਸੀ। ਇਸ ਗੱਲ ਦੇ ਵਿੱਚ ਹੀ ਉਹਨਾਂ ਨੇ ਪੁੱਛ ਲਿਆ ਸੀ ਕਿ ਭਾਈ ਤੂੰ ਪੜ੍ਹਦਾ ਹੀ ਹੈ ਇਕੱਲਾ ਕਿ ਲਿਖਦਾ ਵੀ ਹੈ। ਮੈਂ ਉਹਨਾਂ ਨੂੰ ਸੰਗਦੇ ਕਿਹਾ ਸੀ ਕਿ ਮੈਂ ਲਿਖਦਾ ਵੀ ਹਾਂ ਕਹਾਣੀ। ਚੰਗਾ, ਫਿਰ ਕਹਾਣੀ ਪੰਜਾਬ ਮੈਗਜ਼ੀਨ ਕੱਢਦਾ, ਮੈਂ ਉਹਦੇ ਵਾਸਤੇ ਕਹਾਣੀ ਭੇਜੀ। ਮੈਂ ਉਹਨਾਂ ਨੂੰ ਸਭ ਤੋਂ ਪਹਿਲੀ ਕਹਾਣੀ ਜਿਹੜੀ ਉਸ ਮੈਗਜ਼ੀਨ ਦੇ ਵਿੱਚ ਛਪੀ ਉਹ ਸੀ ਮੈਂ ਧਰਮ ਸੰਕਟ ਵਿੱਚ ਆ। ਜਦੋਂ ਉਹ ਕਹਾਣੀ ਗਈ ਤਾਂ ਇਸ ਗੱਲ ਰਾਹੀਂ ਮੈਂ ਬਾਜਵਾ ਜੀ ਇਹ ਗੱਲ ਦੱਸਣੀ ਚਾਹੁੰਦਾ ਕਿ ਕਿੰਨੀ ਬਰੀਕ ਸੋਚ ਵਾਲੇ ਗਲਪਕਾਰ ਸੀ ਰਾਮ ਸਰੂਪ ਅਣਖੀ। ਜਦੋਂ ਉਹ ਕਹਾਣੀ ਗਈ, ਚਿੱਠੀ ਰਾਹੀਂ ਭੇਜੀ ਫੋਟੋ ਸਟੇਟ ਕਰਾ ਕੇ, ਹਫ਼ਤੇ 10 ਦਿਨ ਬਾਅਦ ਉਹਨਾਂ ਦੀ ਚਿੱਠੀ ਆਈ। ਉਹਦੇ ਵਿੱਚ ਲਿਖਿਆ ਹੋਇਆ, ਕਹਿੰਦੇ ਭਾਈ ਤੇਰੀ ਇਸ ਕਹਾਣੀ ਦੇ ਵਿੱਚ ਇੱਕ ਪ੍ਰਿੰਸੀਪਲ ਦਾ ਨਾਮ ਤੈਂ ਤੱਖਰ ਸਿੰਘ ਲਿਖਿਆ ਹੋਇਆ ਹੈ। ਮੈਨੂੰ ਇਹ ਦੱਸ ਵੀ ਇਹ ਅਸਲੀ ਨਾਮ ਹੈ ਕਿ ਨਕਲੀ। ਮੈਂ ਉਹਨਾਂ ਨੂੰ ਫੋਨ ਦੇ ਉੱਤੇ ਲੈਂਡ ਫੋਨ ਕੀਤਾ। ਮੈਂ ਕਿਹਾ ਜੀ ਇਹ ਨਕਲੀ ਨਾਮ ਹੈ। ਕਹਿੰਦੇ ਸੋਚ ਲੈ, ਅਜੇ ਵੀ ਸੋਚ ਲੈ, ਅਸਲੀ ਹੈ ਕਿ ਨਕਲੀ ਹੈ। ਮੈਂ ਕਿਹਾ ਜੀ ਇਹ ਨਕਲੀ ਨਾਮ ਹੈ। ਕਹਿੰਦੇ ਹੋ ਨਹੀਂ ਸਕਦਾ, ਮੈਂ ਸਾਰੀ ਉਮਰ ਮਾਸਟਰ ਰਿਹਾ, ਇਹ ਅਸਲੀ ਹੈ ਬੰਦਾ। ਮੈਂ ਕਿਹਾ ਕਮਾਲ ਆ। ਇੰਨੀ ਤਿੱਖੀ ਨਜ਼ਰ ਕਿ ਆਪਣੇ ਸਹਿਕਰਮੀਆਂ ਦੇ ਵਿੱਚੋਂ ਆਪਣੇ ਕਿੱਤਾ ਹੈ ਜਿਹੜਾ ਮਾਸਟਰੀ ਦਾ, ਉਸ ਦੇ ਵਿੱਚੋਂ ਵੀ ਉਹਨਾਂ ਨੇ ਬੰਦਾ ਪਛਾਣ ਲਿਆ। ਮੈਨੂੰ ਉਹ ਕਹਿੰਦੇ ਵੀ ਭਾਈ ਤੂੰ ਇਹ ਨਾਮ ਬਦਲ ਦੇ, ਮੈਨੂੰ ਕੋਈ ਸੁਝੇ ਨਾ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਉਹ ਰੱਖ ਦਿਓ। ਉਹਨਾਂ ਨੇ ਨਾਮ ਰੱਖਿਆ। ਕਹਿੰਦੇ ਚੱਲ ਤੂੰ ਇਸ ਤਰ੍ਹਾਂ ਕਰ, ਇਹਦਾ ਨਾਮ ਰੱਖ ਦੇ ਮਾਧੋ ਸਿੰਘ। ਉਹਨਾਂ ਨੇ ਉਹ ਕਹਾਣੀ ਦੇ ਵਿੱਚ ਰੱਖ ਦਿੱਤਾ। ਤੇ ਉਸ ਤੋਂ ਬਾਅਦ ਉਹ ਕਹਿੰਦੇ ਵੀ ਇਸ ਕਹਾਣੀ ਦੇ ਵਿੱਚ ਇੱਕ ਆਹ ਜਿਹੜਾ ਪਹਿਰਾ ਹੈ, ਇਸ ਦੇ ਵਿੱਚ ਕੁਝ ਤਬਦੀਲੀਆਂ ਕਰਨ ਵਾਲੀਆਂ ਨੇ, ਉਹ ਤੂੰ ਕਰਕੇ ਇਸ ਤਰ੍ਹਾਂ ਕਰ ਵੀ ਛੋਟੀ ਜਿਹਾ ਕਾਗਜ਼ ਦੇ ਵਿੱਚੋਂ ਇੱਕ ਪਰਚੀ ਪਾੜ ਲਈ ਜਿੰਨੇ ਪਹਿਰਾ ਆ ਜਾਵੇ ਜਿਹਦੇ ਵਿੱਚ, ਉਹ ਤੂੰ ਮੈਨੂੰ ਲਿਖ ਕੇ ਪਹਿਰਾ ਚਿੱਠੀ ਦੇ ਰਾਹੀਂ ਭੇਜਦੀ। ਮੈਂ ਜਿੱਥੇ ਉਹ ਕਹਾਣੀ ਦੇ ਵਿੱਚ ਪਹਿਰਾ ਹੈ ਉੱਥੇ ਗੂੰਦ ਨਾਲ ਉਹਨੂੰ ਚੇਪ ਕੇ ਪੇਸਟ ਕਰ ਦੂੰਗਾ ਤੇ ਫੇਰ ਛਪਣ ਵਾਸਤੇ ਭੇਜੂੰਗਾ। ਜਦੋਂ ਉਹਨਾਂ ਨੇ ਮੈਨੂੰ ਇੰਨੀ ਬਰੀਕ ਗੱਲ ਦੱਸੀ ਤਾਂ ਮੈਂ ਹੈਰਾਨ ਰਹਿ ਗਿਆ। ਮੈਂ ਕਿਹਾ ਅਣਖੀ ਸਾਹਿਬ ਇੰਨੀ ਲੋੜ ਨਹੀਂ, ਮੈਂ ਉਹ ਸਾਰਾ ਪੇਜ ਹੀ ਤੁਹਾਨੂੰ ਦੁਬਾਰੇ ਲਿਖ ਕੇ ਭੇਜ ਦਿੰਦਾ। ਇਸ ਤਰ੍ਹਾਂ ਮੈਂ ਭੇਜਿਆ। ਛੋਟੀਆਂ ਛੋਟੀਆਂ ਬਰੀਕ ਗੱਲਾਂ ਦੇ ਵਿੱਚੋਂ ਰਾਮ ਸਰੂਪ ਅਣਖੀ ਬੰਦੇ ਨਾਲ ਆਪਣਾ ਰਿਸ਼ਤਾ ਵੀ ਬਣਾਉਂਦਾ ਸੀ, ਉਹਨੂੰ ਨੇੜੇ ਵੀ ਕਰਦਾ ਸੀ, ਉਹਦੇ ਨੇੜੇ ਵੀ ਜਾਂਦਾ ਸੀ। ਔਰ ਤੁਸੀਂ ਹੈਰਾਨ ਹੋਵੋਗੇ ਜਦੋਂ ਰਾਮ ਸਰੂਪ ਅਣਖੀ ਦੀਆਂ ਅਸੀਂ ਕਹਾਣੀਆਂ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚੋਂ ਕਿੰਨੇ ਵੱਡੇ ਅਰਥਾਂ ਵਾਲੀ ਕਹਾਣੀ ਰਾਮ ਸਰੂਪ ਅਣਖੀ ਦੀ ਕਲਮ ਦੇ ਵਿੱਚੋਂ ਜਨਮ ਲੈਂਦੀ ਸੀ। ਇਸ ਦੇ ਬਾਰੇ ਮੈਂ ਇੱਕ ਛੋਟੀ ਜਿਹੀ ਤੁਹਾਨੂੰ ਟਿੱਪਣੀ ਸੁਣਾਉਣੀ ਚਾਹੁੰਦਾ, ਜਿਹੜੀ ਡਾਕਟਰ ਕੁਸਮ। ਬਹੁਤ ਅੱਛਾ ਲੱਗ ਰਿਹਾ ਜੀ ਤੁਹਾਡੇ ਮੂੰਹ ਸੁਣ ਕੇ, ਜਿਵੇਂ ਸਾਹਮਣੇ ਵੇਖ ਰਹੇ ਹਾਂ ਅਸੀਂ। ਵਾਹ ਜੀ, ਬਹੁਤ ਸ਼ੁਕਰੀਆ। ਇੱਕ ਮੈਂ ਤੁਹਾਨੂੰ ਇੱਕ ਟਿੱਪਣੀ ਸੁਣਾਉਣੀ ਚਾਹੁੰਦਾ ਕਿ ਡਾਕਟਰ ਕੁਸਮ ਖੁਮਾਨੀ ਨੇ ਇੱਕ ਵਾਰ ਉਹਨਾਂ ਬਾਰੇ ਟਿੱਪਣੀ ਦਿੱਤੀ। ਉਹ ਹਿੰਦੀ ਦੇ ਵਿੱਚ ਸੀ, ਮੈਂ ਉਹ ਤੁਹਾਡੇ ਨਾਲ ਸਾਂਝੀ ਕਰਦਾ। डॉक्टर कुसुम खुमानी उन्होंने कहा, कहते जब सीधी और सरल बातें महाकाव्य बन जाएं तो समझ लें कि राम स्वरूप अणखी जी यहीं कहीं है। और मैनू हमेशा यह लगता है कि जदों भी असी उन्हों की कोई कहानी खोलते हैं, कोई नावल खोलते हैं, उन्हों की रचना का कोई पन्ना खोलते हैं, तो इस तरह लगता है कि छोटिया छोटिया गल्लां दे विचों राम स्वरूप अणखी जी इत्थे ही किते ने, वो किते नहीं गए। ਹੁਣ ਵੀ ਮੈਂ ਜਦੋਂ ਗੱਲ ਕਰ ਰਿਹਾ ਤਾਂ ਹੱਸਦੇ ਹੋਏ ਮੈਨੂੰ ਬਾਰ-ਬਾਰ ਉਹ ਖੁਸ਼ ਹੋ ਕੇ ਕਹਿ ਰਹੇ ਨੇ ਕਿ ਜਿਉਂਦੇ ਰਹੋ ਦੋਨੇ ਪੰਜਾਬ ਦੇ ਤੁਸੀਂ ਲੇਖਕ, ਜਿਹੜੇ ਸਾਹਿਤ ਦੀਆਂ ਕਹਾਣੀਆਂ ਦੀਆਂ ਗੱਲਾਂ ਕਰਕੇ ਇੱਕ ਪੁਲ ਉਸਾਰ ਰਹੇ ਹੋ, ਅਦਬ ਦਾ, ਅੱਖਰਾਂ ਦਾ ਪੁਲ। ਮੈਨੂੰ ਬਹੁਤ ਚੰਗਾ ਲੱਗ ਰਿਹਾ ਉਹਨਾਂ ਦੀ ਤਸਵੀਰ ਤੁਹਾਡੇ ਪਿੱਛੇ ਵੇਖ ਕੇ। ਜੀ ਬਹੁਤ ਸੋਹਣਾ ਜਸਵੀਰ ਵੀਰ ਜੀ। ਮੈਨੂੰ ਜਦੋਂ ਕਿਹਾ ਨਾ ਜੀ ਬੇਅੰਤ ਬਾਜਵਾ ਨੇ ਕਿਸੇ ਪ੍ਰੋਗਰਾਮ ਕਰਨਾ ਰਲ ਕੇ, ਅੱਛਾ ਮੈਨੂੰ ਆਪਣੀ ਮੁਹੱਬਤ ਦੇ ਆਧਾਰ ਤੱਕ ਸਮਝ ਨਹੀਂ ਸੀ ਆ ਰਹੀ। ਡਿਜ਼ਾਈਨਰ ਮੇਰਾ ਅੱਜ ਮੌਜੂਦ ਸੀ, ਮੈਂ ਖੁਦ ਫਿਰ ਉਹਨਾਂ ਦੀ ਫੋਟੋ ਲੈ ਕੇ ਡਿਜ਼ਾਈਨ ਕੀਤੀ। ਔਰ ਇਹ ਮੈਂ ਚਾਹ ਕੀਤਾ ਕਿ ਮੈਂ ਯਾਰ ਮੇਰੇ ਚ ਬਾਬਾ ਜੀ ਵੀ, ਮੇਰੇ ਦਾਦਾ ਜੀ ਵੀ ਪੱਗ ਬੰਨ੍ਹਦੇ ਸਨ ਤੇ ਮੈਨੂੰ ਬੜਾ ਆਪਣਾ ਮਹਿਸੂਸ ਹੋਇਆ ਨਾ ਜਦੋਂ ਮੈਂ ਨਾ ਜੀ ਇਹ ਆਪਣਾ ਇਜ਼ਹਾਰ ਕੀਤਾ ਇੱਕ ਮੁਹੱਬਤ ਦਾ ਤੇ ਆਜਜ਼ ਜਿਹਾ ਸਾਥਾ ਜਿਹਾ। ਤੇ ਇਹ ਜਦੋਂ ਤੱਕ ਇਹ ਵੀਡੀਓ ਪਈ ਰਹੇਗੀ YouTube ਤੇ, ਇਹ ਹਾਸਾ ਨਵੀਂ ਪਹੁੰਚਦਾ ਰਹੇਗਾ। ਇਹ ਯਕੀਨ ਕਿ ਮਾਂ ਬੋਲੀ ਨੇ ਆਪਣੀ ਥਾਂ ਲੈਣੀ ਲੈਣੀ ਹੈ, ਇਹ ਸਾਨੂੰ ਯਕੀਨ ਉਹਨਾਂ ਦੇ ਵੇਖਿਆ ਹੀ ਆ ਰਿਹਾ। ਤੇ ਤੁਸੀਂ ਬੜੀ ਸੋਹਣੀ ਯਾਦਾਂ ਸਾਂਝੀਆਂ ਕੀਤੀਆਂ। ਮੈਂ ਬੇਅੰਤ ਬਾਜਵਾ ਨੂੰ ਇਸ ਤੋਂ ਨਾਲ ਲਿਆ ਜੀ ਕਿ ਉਹਨਾਂ ਦੀ ਜਿਹੜੀ ਸਭਾ ਹੈ, ਉਹਨਾਂ ਦਾ ਵੀ ਇੱਕ ਬੰਦਾ ਮੌਜੂਦ ਰਹੇ ਇਸ ਅੱਜ ਦੇ ਸਾਡੇ ਮੰਚ 'ਚ, ਤਾਂ ਕਿ ਅਸੀਂ ਰਲ ਮਿਲ ਕੇ ਉਹਨਾਂ ਦੀਆਂ ਗੱਲਾਂ ਕਰਦੇ ਰਹੀਏ। ਅੱਛਾ, ਤੁਹਾਡੀ ਕਹਾਣੀਆਂ ਦੀ ਕਿਤਾਬ ਇੱਕ ਬੜੀ ਮਸ਼ਹੂਰ ਹੋਈ, ਇੱਥੋਂ ਰੇਗਿਸਤਾਨ ਦਿਸਦਾ ਹੈ। ਜੋ ਤੁਸੀਂ ਸ਼ੁਰੂ ਤੋਂ ਹੀ ਕਹਾਣੀ ਲਿਖਦੇ ਸੋ ਜਾਂ ਪਹਿਲੇ
ਤੁਸੀਂ ਬਾਬਾ ਜੀ ਅੰਗਰ ਸ਼ੇਰ ਕਹਿੰਦੇ ਰਹੇ ਹੋ। ਹਾਂ, ਸ਼੍ਰੀ ਰਾਮ ਸਰੂਪ ਅਣਖੀ ਜੀ ਹੋਣਾ ਦਾ ਅਸਰ ਹੋਣਾ ਲਾਜ਼ਮੀ ਹੈ, ਕਿਉਂਕਿ ਉਹ ਵੀ ਮਾਲਵੇ ਦੇ ਵਿੱਚੋਂ ਸੀ। ਪਹਿਲਾਂ ਜੀ ਸਾਡਾ ਜ਼ਿਲ੍ਹਾ ਇੱਕੋ ਹੀ ਸੀ, ਸੰਗਰੂਰ, ਬਾਅਦ ਦੇ ਵਿੱਚ ਉਹਨਾਂ ਦਾ ਜ਼ਿਲ੍ਹਾ ਬਰਨਾਲਾ ਬਣ ਗਿਆ। ਜੀ ਪਰ ਸਾਡੀ ਜ਼ੁਬਾਨ, ਸਾਡੀ ਜ਼ਮੀਨ, ਸਾਡੀ ਸੋਚ, ਸਾਡੀ ਕਲਮ ਦੀ ਧਾਰ ਇੱਕੋ ਹੀ ਰਹੀ, ਹੁਣ ਵੀ ਹੈ। ਮੈਂ ਸ਼ੁਰੂ ਦੇ ਵਿੱਚ ਕਵਿਤਾ ਵੀ ਲਿਖੀ ਉਹਨਾਂ ਵਾਂਗ, ਮਿੰਨੀ ਕਹਾਣੀ ਵੀ ਲਿਖੀ, ਔਰ ਫਿਰ 1998 ਦੇ ਵਿੱਚ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ, ਵੱਡੀ ਕਹਾਣੀ ਵੱਲ ਆਇਆ। ਉਸ ਤੋਂ ਬਾਅਦ ਨਾਵਲ ਵੱਲ ਆਇਆ। ਜਿਹੜਾ ਗਲਪ ਦਾ ਸਫ਼ਰ ਹੈ, ਰਾਮ ਸਰੂਪ ਅਣਖੀ ਉਹਨਾਂ ਤੋਂ ਜੋ ਸਿੱਖਿਆ, ਉਹ ਅਜੇ ਤੱਕ ਜਾਰੀ ਹੈ, ਔਰ ਆਖਰੀ ਸਾਹਾਂ ਤੱਕ ਮੈਨੂੰ ਲੱਗਦਾ ਜਾਰੀ ਰਹੂਗਾ। ਵਾਹ ਵਾਹ। ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਇੱਥੋਂ ਰੇਗਿਸਤਾਨ ਦਿਸਦਾ ਹੈ, ਦਰਅਸਲ ਉਹ ਇੱਕ ਨਾਵਲ ਹੈ, ਜਿਹੜਾ ਕਿ ਮੇਰਾ ਪਹਿਲਾ ਨਾਵਲ ਹੈ 3 ਕਹਾਣੀਆਂ ਦੀਆਂ ਕਿਤਾਬਾਂ ਤੋਂ ਬਾਅਦ। ਅੱਛਾ ਜੀ। ਉਹ ਨਾਵਲ ਇੱਕ ਬਹੁਤ ਹੀ ਵੱਖਰੇ ਵਿਸ਼ੇ ਦੇ ਉੱਤੇ ਹੈ। ਉਹ ਵਿਸ਼ਾ ਹੈ ਵਾਤਾਵਰਨ ਦਾ, ਕਿ ਜਦੋਂ ਇਸ ਧਰਤੀ ਦੇ ਉੱਤੇ ਹਵਾ, ਪਾਣੀ, ਰੁੱਖ ਨਾ ਰਹੇ ਤਾਂ ਉਸ ਤੋਂ ਬਾਅਦ ਲਾਈਫ ਕਿਹੋ ਜਿਹੀ ਹੋਊਗੀ। ਉਹ ਨਾਵਲ ਫਿਊਚਰ ਦੇ ਵਿੱਚ, ਭਵਿੱਖ ਦੇ ਵਿੱਚ ਚੱਲਦਾ ਹੈ। ਦੂਸਰਾ ਹੈ ਕਿ ਜਦੋਂ ਇਸ ਧਰਤੀ ਦੇ ਉੱਤੇ ਆਪਣੀ ਮਾਂ ਬੋਲੀ ਪੰਜਾਬੀ ਬੋਲਣ ਵਾਲੇ ਲੋਕ ਨਾ ਰਹੇ, ਲੋਕ ਰਹੇ ਪਰ ਉਹਨਾਂ ਦੇ ਮੂੰਹ ਦੇ ਵਿੱਚ ਉਹਨਾਂ ਦੀ ਜ਼ੁਬਾਨ ਨਾ ਰਹੀ, ਪੰਜਾਬੀ ਨਾ ਰਹੀ, ਮਾਂ ਬੋਲੀ ਨਾ ਰਹੀ, ਉਹ ਕੋਈ ਓਪਰੀ ਜ਼ੁਬਾਨ ਬੋਲਣ ਲੱਗ ਪਏ, ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਕਿਹੋ ਜਿਹੀ ਹੋਊਗੀ। 2 ਗੱਲਾਂ ਲੈ ਕੇ ਉਹ ਨਾਵਲ ਹੈ, ਜਿਹੜਾ ਇੱਕ ਫਿਊਚਰ ਦੀ ਫਲਾਈਟ ਲੈ ਕੇ ਫਿਊਚਰ ਦੇ ਵਿੱਚ ਉਹ ਚੱਲਦਾ ਇੱਕ ਵੱਖਰੀ ਟੈਕਨੀਕ ਤੇ ਵਿਸ਼ੇ ਦਾ ਨਾਵਲ ਹੈ, ਜਿਹਨੂੰ ਲਿਖਣ ਦੀ ਸੋਝੀ ਨਿਰਸੰਦੇਹ ਰਾਮ ਸਰੂਪ ਅਣਖੀ ਉਹਨਾਂ ਦੀ ਜਿਹੜੀ ਕਥਾ ਯਾਤਰਾ ਹੈ, ਗਲਪ ਯਾਤਰਾ ਹੈ, ਉਸ ਦੇ ਵਿੱਚ ਪੈੜ ਧਰਦੇ ਹੋਏ ਪ੍ਰਾਪਤ ਹੋਈ ਹੈ। ਸੋ ਇੱਥੇ ਤੱਕ ਇਹ ਪਹੁੰਚਿਆ ਉਹਨਾਂ ਦੀ ਹੀ ਸਾਰੀ ਬਦੌਲਤ ਹੈ। ਅੱਛਾ, ਮੈਂ ਜੋ ਇਹਦੇ ਬਾਰੇ ਸੁਣਿਆ ਜੀ, ਮੈਂ ਉਹ ਗੁਰਮੁਖੀ ਨਹੀਂ ਪੜ੍ਹ ਸਕਦਾ, ਤੇ ਮੈਨੂੰ ਚਾਅ ਚੜਿਆ ਕਿ ਮੈਂ ਜ਼ਰੂਰ ਪੜ੍ਹਾਂ, ਕਿਉਂਕਿ ਮੈਂ ਕੱਲ ਹੀ ਕਿਤੇ ਪੜ੍ਹ ਰਿਹਾ ਸਾਂ ਕਿ ਰਾਜਿੰਦਰ ਸਿੰਘ ਬੇਦੀ ਹਰਾਂ ਦੀ ਕਹਾਣੀ ਕਰਮਤੀਨਾ, ਉਹ ਕੋਈ 40 ਸਾਲ ਪਹਿਲਾਂ ਉਹਨਾਂ ਨੇ ਲਿਖ ਛੜੀ ਸੀ, ਤੇ ਅੱਜ ਲੋਕ ਹੈਰਾਨ ਹੁੰਦੇ ਨੇ ਕਿ ਅੱਜ ਅਸੀਂ ਕੁਆਰੰਟਾਈਨ ਕਰ ਰਹੇ ਹਾਂ, ਤੇ ਇਹ ਪਹਿਲਾਂ ਵੀ ਨਜ਼ਰ ਪੈ ਗਈ ਕਿਸੇ ਲੇਖਕ ਦੀ ਨਾ। ਤੇ ਤੁਸੀਂ ਜਿਵੇਂ ਫਿਊਚਰ ਮੈਂ ਜ਼ਰੂਰ ਇੱਕ ਮਿੰਟ ਜੀ ਜਜ਼ੂਰ ਬੇਅੰਤ ਭਾਈ ਜੀ, ਆਪਣੇ ਨਾਲ ਕੋਈ ਸਰੋਤੇ ਜੁੜ ਰਹੇ ਨੇ ਹਨਾ, ਦਰਸ਼ਕ ਜੁੜ ਰਹੇ ਨੇ, ਆਪਾਂ ਉਹਨਾਂ ਦਾ ਵੀ ਜਿਹੜਾ ਜੀ ਆਇਆਂ ਨੂੰ ਕਹਿ ਦਈਏ। ਗੁਰਸੇਵਕ ਸਿੰਘ ਧੌਲਾ ਜੀ ਜੁੜੇ ਨੇ ਤੇ ਜੀ ਜ਼ਰੂਰ ਸ਼ੇਰੀ ਦੇ ਰਹੇ ਨੇ, ਬਹੁਤ ਬਹੁਤ ਧੰਨਵਾਦ ਜੀ। ਨੂਰ ਹਸਨ ਜੀ ਤੇ ਅਰਜਪ੍ਰੀਤ ਜੀ ਜੋ ਸ਼ਾਇਰ ਨੇ, ਤੇ ਬਹੁਤ ਧੰਨਵਾਦ ਸੁਖਦੇਵ ਅਵੋਹਰ ਜੀ। ਇੱਕ ਹੋਰ ਕਮੈਂਟ ਆਇਆ ਮਧੂ ਜੀ ਦਾ, ਰਾਮ ਸਰੂਪ ਅਣਖੀ ਜੀ ਕਹਿੰਦੇ ਮਾਨ ਨੇ ਮਾਲਵੇ ਦਾ, ਤੇ ਹੁਣ ਰਾਣਾ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਤੁਸੀਂ ਸਾਡੇ ਅੱਜ ਦੇ ਗੈਸਟ ਨੂੰ ਵੀ ਜਿਹੜਾ ਮਾਣ ਦਿੱਤਾ ਹੈਗਾ, ਤੇ ਜਿੰਨੇ ਵੀ ਦੋਸਤ ਮਿੱਤਰ ਜੁੜ ਰਹੇ ਨੇ ਸਾਰਿਆਂ ਦਾ ਸ਼ੁਕਰੀਆ ਦੱਸ ਦਈਏ। ਧੰਨਵਾਦੀਆਂ ਅਸੀਂ ਮਲਕ ਸਾਹਿਬ ਦਾ ਤੇ ਲਹਿੰਦੇ ਪੰਜਾਬ ਦਾ, ਵੀ ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਤੇ ਲਹਿੰਦੇ ਪੰਜਾਬ ਪੰਜਾਬੀ ਕਾ ਜਿਹੜਾ ਪੇਜ ਚੱਲਦਾ ਗਾ, ਸਾਂਝੇ ਤੌਰ ਤੇ ਅਸੀਂ ਇੱਕ ਪੂਰਾ ਹਫ਼ਤਾ ਰਾਮ ਸਰੂਪ ਅਣਖੀ ਦਾ ਅਸੀਂ ਜਿਹੜਾ ਜਨਮ ਦਿਨ ਮਨਾ ਰਹੇ ਹਾਂ। ਤੇ ਮੈਂ ਮਲਕ ਸਾਹਿਬ ਨੂੰ ਬੇਨਤੀ ਕਰੂੰ ਵੀ ਰਾਣਾ ਸਾਹਿਬ ਨਾਲ ਜਿਹੜੀ ਗੱਲਬਾਤ ਆ ਉਹ ਅੱਗੇ ਜਾਰੀ ਰੱਖਣ। ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ ਬੇਅੰਤ ਭਾਈ, ਤੁਸੀਂ ਬੜਾ ਸੋਹਣਾ ਕੀਤਾ, ਕਿਉਂਕਿ ਜਿਹੜੇ ਬੰਦੇ ਸੁਣ ਰਹੇ ਹੁੰਦੇ ਨੇ, ਕਮੈਂਟ ਕਰ ਰਹੇ ਹੁੰਦੇ ਨੇ, ਉਹੀ ਤਾਕਤ ਹੁੰਦੇ ਨੇ ਸਾਡੀ, ਤੇ ਉਹ ਤੁਸੀਂ ਉਹਨਾਂ ਨਾਲ ਧਿਆਨ ਪਾਇਆ। ਮੈਨੂੰ ਬਹੁਤ ਅੱਛਾ ਲੱਗਾ ਕਿ ਤੁਸੀਂ ਆਪਣੀਆਂ ਮੁਹੱਬਤਾਂ ਦਾ ਜਵਾਬ ਫੌਰੀ ਦੇਣਾ ਪਸੰਦ ਕਰਦੇ ਹੋ। ਤੇ ਰਾਣਾ ਸਾਹਿਬ ਨੂੰ ਤੇ ਅਸੀਂ ਬਾਅਦ ਚੋਂ ਕਵਾਂਗੇ ਕਿ ਪ੍ਰੋਗਰਾਮ ਬਾਅਦ ਚ ਆਪਣੇ ਕਮੈਂਟ ਵੇਖਣ ਔਰ ਤੁਹਾਨੂੰ ਜ਼ਰੂਰ ਜਵਾਬ ਦੇਣਗੇ ਉਹ ਵੀ, ਕਿਉਂਕਿ ਉਹਨਾਂ ਨੂੰ ਇਸ ਵੇਲੇ ਨਜ਼ਰ ਨਹੀਂ ਆ ਰਹੇ ਕਮੈਂਟ ਦਾ। ਤੇ ਰਾਣਾ ਸਾਹਿਬ ਦੀ ਮੌਜੂਦਗੀ ਦਾ ਫਾਇਦਾ ਚੁੱਕਦੇ ਅਸੀਂ ਕਿੱਡੀਆਂ ਸੋਹਣੀਆਂ ਯਾਦਾਂ ਨਾਲ ਸਾਂਝੀਆਂ ਕੀਤੀਆਂ। ਕਹਿੰਦੇ ਨੇ ਚੰਗਾ ਕਹਾਣੀਕਾਰ ਉਹ ਹੁੰਦਾ ਜਿਹੜਾ ਕਿਸੇ ਅਹਿਸਾਸ ਨੂੰ ਇੰਝ ਬਿਆਨ ਕਰੇ ਕਿ ਵੇਖਣ ਵਾਲੇ ਨੂੰ ਫਿਲਮ ਦੀ ਤਰ੍ਹਾਂ ਨਜ਼ਰ ਆ ਜਾਏ ਸਾਰਾ ਸੀਨ। ਤੇ ਅੱਜ ਸਾਨੂੰ ਇਹਨਾਂ ਨੇ ਜਿਹੜੀ ਮੁਲਾਕਾਤ ਕਰਾਈ ਹੈ ਰਾਮ ਸਰੂਪ ਅਣਖੀ ਨਾਲ, ਸਾਨੂੰ ਲੱਗਾ ਕਿ ਸਾਹਮਣੇ ਵੇਖ ਰਹੇ ਆ, ਇਹ ਵੀ ਬੜਾ ਕਮਾਲ ਹੋਇਆ ਇਹਨਾਂ ਦੀ ਮੌਜੂਦਗੀ। ਔਰ ਅੱਜ ਕੱਲ੍ਹ ਦੇ ਸ਼ਾਗਿਰਦ ਜਿਹੜੇ ਨੇ ਉਸਤਾਦ ਦਾ ਦੱਸਣਾ ਹੀ ਪਸੰਦ ਨਹੀਂ ਕਰਦੇ, ਤੇ ਮੈਂ ਇਹਨਾਂ ਨੂੰ ਸਲਾਮ ਪੇਸ਼ ਕਰਨਾ ਕਿ ਅੱਜ ਵੀ ਆਪਣੇ ਉਸਤਾਦ ਬਾਰੇ ਇੰਨੀ ਮੁਹੱਬਤ ਰੱਖਦੇ ਨੇ, ਔਰ ਜਿਹੜਾ ਸਿੱਖਿਆ ਉਹਨੂੰ ਖੁੱਲੇ ਦਿਲ ਮੰਨ ਰਹੇ ਨੇ। ਇਹੀ ਰਿਵਾਜ, ਇਹੀ ਰੀਤ ਅੱਗੇ ਟੁਰਨਾ ਚਾਹੀਦਾ ਹੈ ਕਿ ਜਿੱਥੋਂ ਸਿੱਖਿਆ ਹੋਵੇ, ਬਾਜ ਮੁਰਸ਼ਦ ਨੇ ਕਾਮਲ ਬਾਹੂ, ਜਈ ਨੀਤੀ ਜਈ ਨਾ ਨੀਤੀ ਹੋ। ਤੇ ਅੱਛਾ, ਉਹਨਾਂ ਦੀ ਸ਼ਾਇਰੀ ਦੀ ਸਰ ਗੱਲ ਕਰਨਾ ਚਾਹੁੰਦੇ ਆ ਕਿ ਜਿਵੇਂ ਉਹ ਸ਼ਾਇਰੀ ਤੋਂ ਸਫ਼ਰ ਸ਼ੁਰੂ ਕੀਤਾ, ਤੇ ਸ਼ਾਇਰੀ ਦੀ ਗੱਲ ਕਰਦੇ ਆ, ਮੈਨੂੰ ਮੁਰਲੀ ਚੌਹਾਨ ਸਾਡੇ ਇੱਕ ਦੋਸਤ ਨੇ, ਲਹਿੰਦੇ ਪੰਜਾਬ 'ਚ ਮਜ਼ਾਹੀਆ ਸ਼ਾਇਰ ਨੇ ਬਹੁਤ ਸੋਹਣੇ, ਉਹਨਾਂ ਦੀ ਇੱਕ ਬੋਲੀ ਅੱਜ ਹੀ ਮੈਨੂੰ ਸਾਂਝੀ ਕੀਤੀ ਉਹਨਾਂ, ਉਹਦੇ ਨਾਲ ਅਸੀਂ ਗੱਲ ਟੋਰਨੇ ਆ ਸ਼ਾਇਰੀ ਵੱਲ ਕਿ ਮਿੱਟੀ ਲੱਗੀ ਏ ਪੰਜਾਬ ਦੀ ਮੈਨੂੰ, ਮਿੱਟੀ ਲੱਗੀ ਏ ਪੰਜਾਬ ਦੀ ਮੈਨੂੰ, ਮੈਂ ਹੋ ਗਿਆ ਸੋਨੇ ਵਰਗਾ। ਤੇ ਜਿਹਨੂੰ ਲੱਗੀ ਏ ਉਹ ਸੋਨੇ ਵਰਗੇ ਹੋ ਗਏ ਨੇ।
ਤੇ ਤੁਹਾਡੇ ਅੱਜ ਦੇ ਸੋਨੇ ਵਰਗੇ ਪ੍ਰਾਹੁਣੇ ਨੂੰ ਅਸੀਂ ਇਹ ਪੁੱਛਣੇ ਆ ਕਿ ਜਦੋਂ ਸ਼ੇਰੀ ਸਫ਼ਰ ਸ਼ੁਰੂ ਹੋਇਆ ਅਣਖੀ ਸਾਹਿਬ ਦਾ, ਉਹਦੇ ਬਾਰੇ ਉਹਨਾਂ ਹਾਂਜੀ। ਨੂੰ ਦੱਸਿਓ, ਸ਼ਾਇਰੀ ਤੋਂ ਉਹ ਨਸਲ ਵੱਲ ਕਿਵੇਂ ਆਏ। ਜੀ ਸਰ। ਹਾਂਜੀ ਹਾਂਜੀ, ਆਵਾਜ਼ ਬੰਦ ਹੋ ਗਈ ਸੀ ਵਿੱਚ 1 ਮਿੰਟ ਵਾਸਤੇ। ਹਾਂਜੀ ਜੀ। ਹਾਂ, ਰਾਮ ਸਰੂਪ ਅਣਖੀ ਹੋਣੀ ਕਵਿਤਾ ਤੋਂ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ ਸੀ। ਪਹਿਲਾਂ ਤੁਕਬੰਦੀ ਕਰਦੇ ਸੀ। ਜਦੋਂ ਉਹ ਸਕੂਲ ਦੇ ਵਿੱਚ ਮਾਸਟਰ ਸੀ, ਉਹਨਾਂ ਨੇ ਆਪਣੀ ਸਵੈ ਜੀਵਨੀ ਦੇ ਵਿੱਚ ਵੀ ਇਹ ਗੱਲ ਲਿਖੀ ਹੈ, ਔਰ ਮੈਂ ਬਹੁਤ ਵਾਰ ਉਹਨਾਂ ਦੀ ਜ਼ੁਬਾਨ ਤੋਂ ਵੀ ਇਹ ਗੱਲ ਸੁਣੀ ਹੈ। ਉਹ ਕਹਿੰਦੇ ਕਿ ਜਿਸ ਸਕੂਲ ਦੇ ਵਿੱਚ ਪਿੰਡ ਦੇ ਵਿੱਚ ਮੈਂ ਟੀਚਰ ਲੱਗਿਆ ਹੋਇਆ ਸੀ, ਉੱਥੇ ਮੈਂ ਸਾਈਕਲ ਦੇ ਉੱਤੇ ਪੜ੍ਹਾਉਣ ਜਾਂਦਾ ਹੁੰਦਾ, ਤੇ ਸਾਈਕਲ ਦੇ ਅੱਗੇ ਹੈਂਡਲ ਨਾਲ ਇੱਕ ਝੋਲਾ ਬੰਨਿਆ ਹੁੰਦਾ, ਝੋਲੇ ਦੇ ਵਿੱਚ ਕਾਪੀਆਂ ਹੁੰਦੀਆਂ, ਔਰ ਮੈਂ ਸਾਰੇ ਰਾਹ ਜਾਂਦਾ ਹੋਇਆ, ਸਾਰੇ ਰਾਹ ਆਉਂਦਾ ਹੋਇਆ, ਬੋਲੀਆਂ ਤੁਕਾਂ ਕਵਿਤਾ ਦੀਆਂ ਜੋੜਦਾ ਜਾਂਦਾ। ਜਿੱਥੇ ਵੀ 2 4 5 7 ਕਵਿਤਾ ਦੀਆਂ ਲਾਈਨਾਂ ਬੋਲੀਆਂ ਜੁੜ ਜਾਂਦੀਆਂ, ਸਾਈਕਲ ਰੋਕਦਾ ਇੱਕ ਸਾਈਡ ਤੇ, ਸਟੈਂਡ ਤੇ ਲਾਉਂਦਾ, ਝੋਲੇ ਚੋਂ ਕਾਪੀ ਕੱਢਦਾ, ਔਰ ਕਾਠੀ ਦੇ ਉੱਤੇ, ਸੀਟ ਦੇ ਉੱਤੇ ਸਾਈਕਲ ਦੇ ਰੱਖ ਕੇ ਪੈਨ ਦੇ ਨਾਲ ਮੈਂ ਉਹ ਲਿਖ ਲੈਂਦਾ। ਇਸ ਤਰ੍ਹਾਂ ਬਹੁਤ ਸਾਰੀਆਂ ਕਹਿੰਦੇ ਮੈਂ ਕਵਿਤਾਵਾਂ ਤੇ ਕਾਵਿਕ ਰਚਨਾਵਾਂ ਨੇ ਜਿਹੜੀਆਂ ਉਹ ਲਿਖ ਲੀਆਂ। ਇਹਨਾਂ ਦੀ ਸ਼ੁਰੂਆਤ ਉਹਨਾਂ ਨੇ ਕੀਤੀ ਸੀ ਕਿ ਉਹ ਪਹਿਲੇ ਜ਼ਮਾਨਿਆਂ ਦੇ ਵਿੱਚ ਜਦੋਂ ਜੰਨ ਜਾਂਦੀ ਹੁੰਦੀ, ਬਰਾਤ ਜਾਂਦੀ ਹੁੰਦੀ, ਤਾਂ ਉੱਥੇ ਸ਼ੇਅਰਾ ਪੜ੍ਹਦੇ ਹੁੰਦੇ। ਰਾਮ ਸਰੂਪ ਅਣਖੀ ਜੀ ਕਹਿੰਦੇ ਕਿ ਮੈਂ ਬਰਾਤਾਂ ਦੇ ਵਿੱਚ ਬਹੁਤ ਸਾਰੇ ਬੰਦਿਆਂ ਦੇ ਸ਼ੇਅਰੇ ਵੀ ਪੜ੍ਹੇ ਨੇ, ਜਿੱਥੋਂ ਮੈਂ ਕਵਿਤਾ ਲਿਖਣ ਦੀ ਸ਼ੁਰੂਆਤ ਕੀਤੀ। ਔਰ ਉਹਨਾਂ ਨੇ ਕਹਿੰਦੇ ਇੱਕ ਵਾਰ ਪਿੰਡ ਦੇ ਵਿੱਚ ਪੁਲਿਸ ਦੀ ਚੌਂਕੀ ਬੈਠ ਗਈ ਕਿਸੇ ਗੱਲ ਨੂੰ ਲੈ ਕੇ। ਉਸ ਚੌਂਕੀ ਦਾ ਜਿਹੜਾ ਖਰਚਾ ਸੀ, ਲੋਕਾਂ ਤੋਂ ਚੰਦਾ ਲਿਆ ਜਾਂਦਾ ਸੀ ਉਸ ਵਾਸਤੇ। ਅਣਖੀ ਜੀ ਕਹਿੰਦੇ ਮੈਂ ਉਸ ਨੂੰ ਲੈ ਕੇ ਇੱਕ ਕਾਵਿ ਰਚਨਾ ਕੀਤੀ ਸੀ, ਚੰਦਾ ਚੌਂਕੀ ਦਾ ਦੱਸ ਇਹ ਭਰਨ ਕਿੱਥੋਂ, ਜਿਹਦੀ ਹਰ ਲਾਈਨ ਇਹ ਆਉਂਦੀ ਸੀ, ਚੰਦਾ ਚੌਂਕੀ ਦਾ ਭਲਾ ਇਹ ਦੱਸ ਭਰਨ ਕਿੱਥੋਂ। ਜਿਹੜੇ ਗਰੀਬ ਲੋਕ ਨੇ, ਜਿਹੜੇ ਕਿਰਤੀ ਲੋਕ ਨੇ, ਤੁਸੀਂ ਉਹਨਾਂ ਦੇ ਸਿਰ ਤੇ ਚੌਂਕੀ ਬਿਠਾ ਦਿੱਤੀ ਹੈ। ਜਿਨ੍ਹਾਂ ਨੂੰ ਰੋਟੀ ਦਾ, ਰੋਜ਼ੀ ਦਾ, ਕੰਮ ਦਾ, ਘਰ ਪਰਿਵਾਰ ਤੇ ਆਪਣਾ ਫਿਕਰ ਹੈ, ਤੁਸੀਂ ਚੌਂਕੀ ਬਿਠਾ ਦਿੱਤੀ ਹੈ। ਜਾਣੀ ਕਿ ਲੋਕ ਸਰੋਕਾਰ ਜਿੰਨੇ ਵੀ, ਖਾਸ ਤੌਰ ਦੇ ਉੱਤੇ ਪੇਂਡੂ ਲੋਕਾਂ ਦੇ, ਮਾਲਵੇ ਦੇ ਵਿੱਚ ਜਿੰਨੇ ਵੀ ਲੋਕ ਨੇ ਕਿਸਾਨੀ ਨਾਲ ਜੁੜੇ ਹੋਏ, ਕਿਰਤ ਨਾਲ ਜੁੜੇ ਹੋਏ, ਉਹਨਾਂ ਦੇ ਜਿਹੜੇ ਸਰੋਕਾਰ ਨੇ, ਦੁੱਖ ਨੇ, ਸੰਕਟ ਨੇ, ਉਹਨਾਂ ਦੀਆਂ ਜਿਹੜੀਆਂ ਖੁਸ਼ੀਆਂ ਨੇ, ਉਹਨਾਂ ਦੀਆਂ ਗਮੀਆਂ ਨੇ, ਸਭ ਤੋਂ ਪਹਿਲਾਂ ਕਾਵਿਕ ਰੂਪ ਦੇ ਵਿੱਚ ਰਾਮ ਸਰੂਪ ਅਣਖੀ ਉਹਨਾਂ ਨੇ ਉਹ ਕਾਲਗਤ ਕਰਨੀਆਂ ਸ਼ੁਰੂ ਕੀਤੀਆਂ। ਉਹਨਾਂ ਦੇ ਰੁਖਸਤ ਹੋਣ ਤੋਂ ਬਾਅਦ ਉਹਨਾਂ ਦੀਆਂ ਸਮੁੱਚੀਆਂ ਕਾਵਿ ਰਚਨਾਵਾਂ ਦੀ ਕਿਤਾਬ ਸੰਪੂਰਨ ਅਣਖੀ ਕਾਵਿ, ਜਿਹੜੀ ਕਿ ਉਹਨਾਂ ਦੇ ਬੇਟੇ ਡਾਕਟਰ ਕ੍ਰਾਂਤੀਪਾਲ ਹੋਣਾ ਨੇ ਸੰਪਾਦਿਤ ਕੀਤੀ, ਉਸ ਨੂੰ ਜਦੋਂ ਲੋਕ ਅਰਪਣ ਕੀਤਾ ਗਿਆ ਉਹਨਾਂ ਦੇ ਘਰ ਦੇ ਵਿੱਚ ਹੀ, ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਉਹਦੇ ਵਿੱਚ ਮੈਂ ਵੀ ਸ਼ਾਮਲ ਸੀ। ਔਰ ਇੰਨਾ ਚੰਗਾ ਲੱਗਿਆ ਕਿ ਉਹ ਕਾਵਿ ਰਚਨਾਵਾਂ ਸਾਨੂੰ ਪੜ੍ਹਨ ਵਾਸਤੇ ਮਿਲੀਆਂ ਕਿਤਾਬੀ ਰੂਪ ਦੇ ਵਿੱਚ ਵੀ ਸਾਰੀਆਂ, ਜਿਨ੍ਹਾਂ ਦਾ ਸਿਰਫ ਤੇ ਸਿਰਫ ਰਾਮ ਸਰੂਪ ਅਣਖੀ ਨੂੰ ਪਤਾ ਸੀ, ਜਾਂ ਉਸ ਜ਼ਮਾਨੇ ਤੇ ਯੁੱਗ ਨੂੰ ਪਤਾ ਸੀ ਜਿਹਦੇ ਵਿੱਚ ਉਹਨਾਂ ਨੇ ਲਿਖੀਆਂ। ਕਿਉਂਕਿ ਬਾਅਦ ਦੇ ਵਿੱਚ ਉਹ ਕਵਿਤਾ ਤੋਂ ਕਹਾਣੀ, ਤੇ ਫਿਰ ਕਹਾਣੀ ਤੋਂ ਬਾਅਦ ਨਾਵਲ ਦੇ ਵਿੱਚ ਸ਼ਿਫਟ ਹੋ ਗਏ ਸੀ ਵਿਧਾ ਦੇ ਪੱਖ ਤੋਂ। ਜੀ ਹਾਂਜੀ ਹਾਂਜੀ। ਉਹਨਾਂ ਦੇ ਬੇਟੇ ਉਹਨਾਂ ਦਾ ਨਾਂ ਲੈ ਕੇ ਅੱਗੇ ਚੱਲ ਰਹੇ ਨੇ, ਉਹਨਾਂ ਬਾਰੇ ਵੀ ਸੁਣਿਆ ਕਿ ਚੰਡੀਗੜ੍ਹ ਯੂਨੀਵਰਸਿਟੀ 'ਚ ਨੇ ਸ਼ਾਇਦ। ਹਾਂਜੀ, ਡਾਕਟਰ ਕ੍ਰਾਂਤੀਪਾਲ ਇਸ ਟਾਈਮ ਸ਼੍ਰੀ ਰਾਮ ਸਰੂਪ ਅਣਖੀ ਉਹਨਾਂ ਨੇ ਜਿਹੜਾ ਮੈਗਜ਼ੀਨ ਸ਼ੁਰੂ ਕੀਤਾ ਸੀ, ਨਿਰੋਲ ਕਹਾਣੀ ਦਾ ਮੈਗਜ਼ੀਨ, ਕਹਾਣੀ ਪੰਜਾਬ। ਜਦੋਂ ਉਹਨਾਂ ਨੇ ਉਹ ਮੈਗਜ਼ੀਨ ਸ਼ੁਰੂ ਕੀਤਾ, ਮਾਲਿਕ ਸਾਹਿਬ ਤੁਹਾਨੂੰ ਇੱਕ ਦਿਲਚਸਪ ਗੱਲ ਸੁਣਾਵਾਂ ਜੀ। ਜ਼ਰੂਰ ਸਰ। ਜਦੋਂ ਉਹਨਾਂ ਨੇ ਉਹ ਮੈਗਜ਼ੀਨ ਸ਼ੁਰੂ ਕੀਤਾ 1995-96 'ਚ, ਤਾਂ ਲੋਕਾਂ ਨੂੰ ਚਿੱਠੀਆਂ ਪਾਈਆਂ ਕਿ ਇਸ ਦਾ ਚੰਦਾ ਭਾਈ ਇੰਨਾ ਹੈ, ਮੈਨੂੰ ਉਹ ਤੁਸੀਂ ਮਨੀ ਆਰਡਰ ਰਾਹੀਂ ਭੇਜ ਦਿਓ, ਮੈਂ ਤੁਹਾਨੂੰ 10 ਅੰਕ ਨੇ ਜਿਹੜੇ ਉਹ ਭੇਜਿਆ ਕਰੂੰਗਾ 100 ਰੁਪਏ ਦੇ ਬਦਲੇ। ਅੱਛਾ। ਤ੍ਰੈਮਾਸਿਕ ਉਹ ਮੈਗਜ਼ੀਨ ਸੀ। ਬਹੁਤ ਸਾਰੇ ਲੋਕਾਂ ਨੇ ਭੇਜ ਵੀ ਦਿੱਤੇ, ਬਹੁਤ ਸਾਰਿਆਂ ਨੇ ਨਹੀਂ ਵੀ ਭੇਜੇ। ਜਿਨ੍ਹਾਂ ਨੇ ਨਹੀਂ ਭੇਜੇ ਉਹਨਾਂ ਦੇ ਵਿੱਚੋਂ ਇੱਕ ਬੰਦੇ ਦੀ ਉਹਨਾਂ ਨੂੰ ਚਿੱਠੀ ਗਈ, ਕਹਿੰਦੇ ਅਣਖੀ ਸਾਹਿਬ ਪਹਿਲਾਂ 10 ਅੰਕ ਭੇਜੋ, ਜਦੋਂ ਤੁਹਾਡਾ 10ਵਾਂ ਅੰਕ ਆਇਆ ਵਿਆਜ ਸਮੇਤ 100 ਰੁਪਇਆ ਭੇਜੂਗਾ ਤੁਹਾਨੂੰ ਵਾਪਸ। ਅੱਛਾ। ਕਿਉਂਕਿ ਕਹਿੰਦੇ ਮੈਗਜ਼ੀਨ ਨੇ ਜਿਹੜੇ ਉਹ ਬੰਦ ਹੋ ਜਾਂਦੇ ਨੇ, ਸ਼ੁਰੂ ਕਰਨੇ ਸੌਖੇ ਨੇ, ਚਲਾਉਣੇ ਬਹੁਤ ਔਖੇ ਨੇ। ਬਹੁਤ ਮੁਸ਼ਕਿਲ। ਰਾਮ ਸਰੂਪ ਅਣਖੀ ਜੀ ਨੇ ਮਲਿਕ ਸਾਹਿਬ ਉਹ ਬੰਦੇ ਦੀ ਗੱਲ ਹੈ ਜਿਹੜੀ ਇੱਥੇ ਦਿਲ ਦੇ ਉੱਤੇ ਲਿਖ ਲਈ, ਔਰ 10 ਅੰਕ ਜਦੋਂ ਕੱਢੇ, ਹਰੇਕ ਅੰਕ ਉਸ ਬੰਦੇ ਨੂੰ ਜਾਂਦਾ ਸੀ, ਬਾਕੀਆਂ ਨੂੰ ਵੀ ਜਾਂਦੇ ਸੀ। ਜਦੋਂ 10ਵਾਂ ਅੰਕ ਉਸ ਬੰਦੇ ਨੂੰ ਗਿਆ ਤਾਂ ਉਸ 10ਵੇਂ ਅੰਕ ਦੀ ਰਾਮ ਸਰੂਪ ਅਣਖੀ ਉਹਨਾਂ ਨੇ ਸੰਪਾਦਕੀ ਲਿਖੀ, ਜਿਹੜੀ ਉਸ ਦਾ ਨਾਮ ਰੱਖਿਆ
ਕਹਿੰਦੇ ਕਹਾਣੀ ਪੰਜਾਬ ਬੰਦ ਹੋਣ ਲਈ ਛਪਦਾ ਹੈ। ਆਹਾ ਔਰ 10ਵੇਂ ਅੰਕ ਦੇ ਵਿੱਚ ਵੀ ਬੰਦ ਨਹੀਂ ਹੋਇਆ। ਹੁਣ 2020 ਦੇ ਵਿੱਚ 100 ਸਾਲ ਵੀ ਉਹ 100 ਅੰਕ ਵੀ ਪੂਰੇ ਕਰ ਗਿਆ, ਬੰਦ ਨਹੀਂ ਹੋਇਆ। ਹੁਣ ਇਸ ਮੈਗਜ਼ੀਨ ਨੂੰ ਰਾਮ ਸਰੂਪ ਅਣਖੀ ਉਹਨਾਂ ਦਾ ਬੇਟਾ ਡਾਕਟਰ ਕ੍ਰਾਂਤੀਪਾਲ, ਜਿਹੜਾ ਪੰਜਾਬੀ ਦਾ ਬਹੁਤ ਵੱਡਾ ਆਲੋਚਕ ਹੈ, ਬਹੁਤ ਵੱਡਾ ਸ਼ਾਇਰ ਹੈ ਤੇ ਸਭ ਤੋਂ ਖੂਬਸੂਰਤ ਇਨਸਾਨ ਹੈ, ਉਹਦੀਆਂ ਕੋਸ਼ਿਸ਼ਾਂ ਦੇ ਸਦਕਾ ਕਹਾਣੀ ਪੰਜਾਬ ਦਾ 100ਵਾਂ ਅੰਕ ਹੈ ਜਿਹੜਾ, ਉਹਦਾ ਮੈਨੂੰ ਲੱਗਦਾ ਬੇਅੰਤ ਬਾਜਵਾ ਜੀ ਬੈਠੇ ਨੇ, ਤੀਸਰਾ ਪਾਰਟ ਹੈ ਜਿਹੜਾ ਉਹ ਆਉਣਾ ਮਾਰਕੀਟ ਦੇ ਵਿੱਚ ਛਪ ਕੇ ਪਾਠਕਾਂ ਦੇ ਹੱਥਾਂ ਦੇ ਵਿੱਚ। ਹੁਣ ਤੱਕ ਜਿਹੜੀਆਂ 100 ਅੰਕਾਂ ਦੇ ਵਿੱਚ 94 ਖੂਬਸੂਰਤ ਰਚਨਾਵਾਂ ਛਪੀਆਂ ਨੇ, ਉਹਨਾਂ ਦੇ ਵੱਖ-ਵੱਖ 3-4 ਅੰਕ ਬਣਾ ਕੇ ਕ੍ਰਾਂਤੀਪਾਲ ਬਿਆਨਤੋਣੀ ਵਿੱਚ ਹੀ ਸ਼ਾਮਿਲ ਨੇ, ਕੱਢ ਰਹੇ ਨੇ, ਅਸੀਂ ਸਾਰੇ ਸ਼ਾਮਿਲ ਹਾਂ। ਔਰ ਕ੍ਰਾਂਤੀਪਾਲ ਹੋਣੀ ਉਦੋਂ ਮੈਂ ਸਮਝਦਾ ਕਿ ਇੱਕ ਪੁਨਰ ਜਨਮ ਵਰਗੀ ਗੱਲ ਹੋਈ ਸਾਡੇ ਨਾਲ, ਰਾਮ ਸਰੂਪ ਅਣਖੀ ਉਹਨਾਂ ਨਾਲ, ਉਹਨਾਂ ਦੇ ਸਾਹਿਤ ਨਾਲ। ਜਦੋਂ ਧੌਲਾ ਪਿੰਡ ਦੇ ਵਿੱਚ ਬੇਅੰਤ ਬਾਜਵਾ ਹੋਣੀ ਬੈਠੇ ਨੇ, ਇਹਨਾਂ ਨੇ ਰਾਮ ਸਰੂਪ ਅਣਖੀ ਸਭਾ ਬਣਾਈ, ਜਿਹਨੇ ਪਿਛਲੇ 3-4 ਸਾਲਾਂ ਤੋਂ ਹੁਣ ਤੱਕ ਇੰਨਾ ਕੰਮ ਕੀਤਾ ਜਿੰਨਾ ਕੋਈ ਇੱਕ ਸਾਰੀ ਉਮਰ ਦੇ ਵਿੱਚ ਕਰ ਨਹੀਂ ਸਕਦਾ। ਔਰ ਪਿੰਡ ਦੇ ਵਿੱਚ ਆਪਣੇ ਪਿੰਡ ਦੇ ਲੇਖਕ ਨੂੰ ਯਾਦ ਕੀਤਾ। ਨਹੀਂ ਕੋਈ ਪੁੱਛਦਾ ਕਿ ਇੱਥੇ ਜਸਵੀਰ ਰਾਣਾ ਰਹਿੰਦਾ ਅਮਰਗੜ੍ਹ ਦੇ ਵਿੱਚ, ਲੋਕ ਕਹਿ ਦਿੰਦੇ ਨੇ ਸਾਨੂੰ ਤਾਂ ਪਤਾ ਨਹੀਂ। ਰਾਮ ਸਰੂਪ ਅਣਖੀ ਧੌਲੇ ਪਿੰਡ ਦੇ ਵਿੱਚ ਜੰਮਿਆ, ਉਸ ਪਿੰਡ ਦੇ ਵਿੱਚ ਵੱਡਾ ਹੋਇਆ, ਉੱਥੋਂ ਉਹਦਾ ਸਾਹਿਤ ਉੱਠਿਆ ਜਿਹੜਾ ਸਾਰੇ ਮਾਲਵੇ 'ਚ, ਸਾਰੇ ਪੰਜਾਬ ਦੇ ਵਿੱਚ, ਹਿੰਦੁਸਤਾਨ ਤੋਂ ਬਾਅਦ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਮੈਨੂੰ ਲੱਗਿਆ ਕਿ ਫੈਲ ਗਿਆ। ਸ਼ਾਇਦ ਹੀ ਕੋਈ ਜ਼ੁਬਾਨ ਤੇ ਦੇਸ਼ ਹੋਵੇ ਇਸ ਵਕਤ ਜਿੱਥੇ ਪੰਜਾਬੀ ਵਸਦੇ ਨੇ, ਜਿਨ੍ਹਾਂ ਨੇ ਰਾਮ ਸਰੂਪ ਅਣਖੀ ਉਹਨਾਂ ਦਾ ਨਾਮ ਨਾ ਸੁਣਿਆ ਹੋਵੇ, ਉਹਨਾਂ ਦੀ ਕੋਈ ਕਹਾਣੀ, ਨਾਵਲ, ਕਵਿਤਾ ਜਾਂ ਕਹਾਣੀ ਪੰਜਾਬ ਮੈਗਜ਼ੀਨ ਨਾ ਪੜ੍ਹਿਆ ਹੋਵੇ। ਸਾਰੇ ਉਹਨਾਂ ਦੇ ਸਾਹਿਤ ਤੋਂ, ਸਾਰੇ ਉਹਨਾਂ ਦੇ ਨਾਮ ਤੋਂ, ਉਹਨਾਂ ਦੇ ਕੱਦ ਤੋਂ ਬਖੂਬੀ ਵਾਕਿਫ ਨੇ। ਜਦੋਂ ਅਸੀਂ 2020 ਦੇ ਵਿੱਚ ਅੱਜ ਉਹਨਾਂ ਦੀ ਜਨਮ ਸਪਤਾਹ ਜਿਹੜਾ ਮਨਾ ਰਹੇ ਹਾਂ, ਉਸ ਦੀ ਸ਼ੁਰੂਆਤ ਕੀਤੀ ਹੈ, ਤਾਂ ਮੈਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਜਿਹੜੀਆਂ ਪ੍ਰਮੁੱਖ ਕੜੀਆਂ ਨੇ, ਜਿਹੜੇ ਲੋਕ ਪੁਲ ਬਣ ਕੇ ਖੜੇ ਨੇ, ਉਹਨਾਂ ਦੇ ਵਿੱਚ ਮਲਿਕ ਸਾਹਿਬ ਇੱਕ ਤੁਸੀਂ ਹੋ, ਸਭ ਤੋਂ ਪਹਿਲਾਂ ਬੇਅੰਤ ਬਾਜਵਾ ਹੋਣਾ ਦੀ ਸਮੁੱਚੀ ਟੀਮ ਹੈ, ਪਿੰਡ ਧੌਲਾ ਹੈ, ਔਰ ਕੇਂਦਰ ਦੇ ਵਿੱਚ ਡਾਕਟਰ ਕ੍ਰਾਂਤੀਪਾਲ ਹੈ ਨਿਸ਼ਚਿਤ ਤੌਰ ਤੇ, ਕਿਉਂਕਿ ਕ੍ਰਾਂਤੀਪਾਲ ਹੀ ਵਾਹਦ ਉਹ ਸ਼ਖਸ ਹੈ, ਉਹ ਵਿਦਵਾਨ ਹੈ, ਉਹ ਸਿਰਜਕ ਹੈ, ਜਿਹਦੀ ਉਂਗਲ ਫੜ ਕੇ, ਜਿਹਦਾ ਮੋਢੇ ਤੇ ਹੱਥ ਰੱਖ ਕੇ, ਜਿਹਦੇ ਕਦਮ ਨਾਲ ਕਦਮ ਮਿਲਾ ਕੇ ਰਾਮ ਸਰੂਪ ਅਣਖੀ ਦਾ ਲਿਖਿਆ ਹੋਇਆ ਸਾਹਿਤ ਵੀ ਤੁਰ ਰਿਹਾ, ਅਸੀਂ ਵੀ ਤੁਰ ਰਹੇ ਹਾਂ, ਔਰ ਤੁਸੀਂ ਵੀ ਤੁਰ ਰਹੇ ਹੋ। ਦੁਆ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਤੁਰਦੇ ਰਹੀਏ। ਵਾਹ, ਮੈਂ ਕਦੇ ਸੁਣਿਆ ਸੀ ਜਸਵੀਰ ਬਾਈ ਕਿ ਦੀਵੇ ਤੋਂ ਦੀਵਾ ਬਲੇ ਨਾ ਜੀ, ਤੇ ਪਹਿਲੇ ਦੀਵੇ ਘਟਦੀ ਨਹੀਂ ਵੱਧਦੀ। ਤੇ ਅਸੀਂ ਇਹ ਧੰਨ ਪਾ ਕੇ ਉਹਨਾਂ ਦੇ ਪੁੱਤਰ ਨੂੰ ਵੀ ਉਹੀ ਜਾਗ ਲੱਗੀ ਜਿਹੜੀ ਉਹਨਾਂ ਨੂੰ ਸੀ, ਔਰ ਪੰਜਾਬੀ ਦੀ ਸੇਵਾ ਉਸ ਘਰ ਤੋਂ ਹੋ ਰਹੀ ਹੈ। ਤੇ ਕਿਸੇ ਪਿਓ ਲਈ ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੁੰਦੀ ਕਿ ਉਹਦੀ ਗੱਲ ਜਿਹੜੀ ਹੈ ਉਹ ਅੱਗੇ ਟੁਰਦੀ ਰਹੇ, ਉਹਦੀ ਔਲਾਦ ਦੇ ਵਿੱਚੋਂ ਵੀ। ਪੜ੍ਹਨ ਵਾਲਿਆਂ ਦੇ ਅੱਗੇ ਲੈ ਕੇ ਟੁਰਨੀ ਹੁੰਦੀ ਸ਼ਾਗਿਰਦਾਂ ਨੇ, ਲੇਕਿਨ ਅਗਰ ਔਲਾਦ ਚੋਂ ਵੀ ਬੰਦਾ ਨਿਕਲ ਆਵੇ ਤੇ ਇਹ ਬੜੀ ਤੁਸੀਂ ਗੱਲ ਦੱਸੀ। ਬਲਕਿ ਮੈਂ ਤੇ ਇੱਕ ਬੇਅੰਤ ਬਾਜਵਾ ਨੂੰ ਤਜਵੀਜ਼ ਦੇਵਾਂਗਾ ਕਿ ਜਿਹੜਾ ਅਸੀਂ ਉਹ ਜਿਹੜਾ ਕਹਾਣੀ ਦਾ ਮੈਗਜ਼ੀਨ ਛਪ ਰਿਹਾ ਨਿਰਸੇ ਤੋਂ, ਅਗਰ ਅਸੀਂ ਉਹਨੂੰ ਕਹਾਣੀ ਪੰਜਾਬ ਅਗਰ ਸਾਡੇ ਚੋਂ ਕੋਈ, ਤੁਹਾਡੇ ਚੋਂ ਕੋਈ ਨੌਜਵਾਨ ਨਵੀਂ ਪੀੜ੍ਹੀ ਚ ਉਹਨੂੰ ਬੋਲ ਕੇ ਉਹਦੀ ਆਡੀਓ ਬਣਾ ਦੇਵੇ, ਉਹ ਦੁਨੀਆ ਭਰ ਚ ਉੱਥੇ ਵੀ ਸੁਣਿਆ ਜਾ ਸਕਦਾ ਜਿੱਥੇ ਗੁਰਮੁਖੀ ਕਿਸੇ ਨੂੰ ਨਹੀਂ ਪੜ੍ਹਨੀ ਆਉਂਦੀ। ਹਾਂਜੀ ਬਿਲਕੁਲ, ਕੋਈ ਇੱਕ ਨੌਜਵਾਨ ਨੂੰ ਪੜ੍ਹੇ। ਇਹ ਇੱਥੇ ਮੈਂ ਤੁਹਾਡੇ ਨਾਲ ਹਾਂ ਹਰ ਤਰ੍ਹਾਂ, ਤਾਂ ਕਿ ਉਸ ਕਹਾਣੀ ਦੀ ਆਵਾਜ਼ ਜਿਹੜਾ, ਇਹ ਬੜੀ ਗੱਲ ਹੈ। ਅੱਜ ਕੱਲ੍ਹ ਵੀ ਮੈਗਜ਼ੀਨ ਚਲਾਉਣਾ ਇੰਨਾ ਮੁਸ਼ਕਿਲ ਹੈ, ਔਰ ਜਿਹੜਾ 100ਵਾਂ ਆ ਗਿਆ ਹੈ ਉਹਦਾ ਇਸ਼ੂ, ਉਹਦਾ ਕਿਆ ਬਾਤ ਹੈ ਜੀ। ਉਹਨਾਂ ਨੂੰ ਇਸਲਾਮ ਹੈ, ਮੈਨੂੰ ਨਵੀਂ ਗੱਲ ਪਤਾ ਲੱਗੀ। ਤੇ ਦੇਖੋ ਨਾ ਉਹਨਾਂ ਦਾ ਕਿੰਨਾ ਕੰਮ ਅੱਗੇ ਚੱਲ ਰਿਹਾ। ਮੈਂ ਤੁਹਾਨੂੰ ਦੱਸਣਾ ਚਾਹਣਾ ਜੀ, ਮਲਕ ਸਾਹਿਬ ਤੁਹਾਨੂੰ ਦੱਸਣਾ ਚਾਹਣਾ ਕਿ 100 ਅੰਕ ਪੂਰੇ ਕਰਕੇ ਵੀ 100ਵੇਂ ਦੇ ਭਾਗ ਚੱਲ ਰਹੇ ਨੇ ਜੀ। ਵਾਹ ਵਾਹ ਵਾਹ, ਬੜੀ ਖੂਬਸੂਰਤ ਗੱਲ ਜੀ ਤੁਸੀਂ ਕੀਤੀ ਹੈ। ਤੇ ਮੈਨੂੰ ਤੇ ਬਹੁਤ ਹੀ ਮਾਣ ਹੋ ਰਿਹਾ ਕਿ ਜਿੰਨਾ ਮੈਂ ਸੋਚਿਆ ਸੀ, ਬਲਕਿ ਅੱਜ ਨਾ ਮੈਂ ਦੇਖ ਰਿਹਾ ਸੀ ਉੱਤੇ ਵਿਕੀਪੀਡੀਆ ਤੇ ਉੱਥੇ ਲਿਖਿਆ ਰਾਣਾ ਸਰੂਪ ਅਣਖੀ। ਅਸੀਂ ਉਹਨਾਂ ਨੂੰ ਵੀ ਮੇਲ ਕਰਾਂਗੇ ਕਿ ਉਹਨਾਂ ਦਾ ਨਾਂ ਠੀਕ ਕਰਨ, ਔਰ ਕਿਉਂਕਿ ਸਾਡੇ ਸੂਰਮੇ ਨੇ, ਸਾਡੇ ਮਲਕ ਸਾਹਿਬ ਇੱਕ ਮੈਸੇਜ ਆਇਆ, ਆਪਾਂ ਲਾ ਦਈਏ ਵਿੱਚ ਜੀ। ਜ਼ਰੂਰ ਪੜੋ ਜੀ ਮੈਸੇਜ ਜਿਹੜੇ ਦੋਸਤ ਕਰ ਰਹੇ ਨੇ। ਹਾਂਜੀ, ਅਵਤਾਰ ਸਿੰਘ ਮਹਿਤਾ ਜੀ ਜੁੜੇ ਨੇ, ਨੂਰ ਹਸਨ ਜੀ, ਗੁਰਕਵਾਲ ਸਿੰਘ ਬਰਾੜ, ਜਸਵੀਰ ਜੀ, ਤੇ ਆਪਣੇ ਜੁੜੇ ਨੇ ਕੁਲਜੀਤ ਕੌਰ ਗਜ਼ਲ ਤੇ ਨੂਰ ਹਸਨ ਜੀ। ਤੇ ਇਹਨਾਂ ਧੰਨਵਾਦ, ਤੇ ਸਭ ਤੋਂ ਵਿਸ਼ੇਸ਼ ਧੰਨਵਾਦ ਪ੍ਰੇਮ ਪ੍ਰਕਾਸ਼ ਜੀ ਜੁੜੇ ਨੇ,
ਉਹਨਾਂ ਨੇ ਅਣਖੀ ਸਾਹਿਬ ਦੇ ਜਨਮ ਦਿਨ ਤੇ ਰਾਣਾ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਕਹੀ ਹੈ। ਉਹ ਜੁੜੇ ਨੇ ਤੇ ਇਨਬਾਕਸ ਦੇ ਵਿੱਚ ਮੈਨੂੰ ਸਪੈਸ਼ਲ ਮੈਸੇਜ ਆਇਆ ਉਹਨਾਂ ਦਾ। ਤੇ ਮੈਂ ਪ੍ਰੇਮ ਪ੍ਰਕਾਸ਼ ਜੀ ਬਹੁਤ ਵੱਡਾ ਹਾਂ ਇਹਨਾਂ ਦੀ ਗੱਲ ਵੀ ਆਪਾਂ ਕਰਨੀ ਹੈ ਜੀ। ਜ਼ਰੂਰ ਜੀ, ਜ਼ਰੂਰ ਕਰੋ ਜੀ। ਉਹਨਾਂ ਦਾ ਰਲਣਾ ਸਾਡੇ ਲਈ ਬੜਾ ਮਾਣਯੋਗ ਹੈ ਜੀ, ਜਿਹੜੇ ਬੰਦੇ ਰਲ ਰਹੇ ਨੇ। ਹਾਂਜੀ ਹਾਂਜੀ ਜ਼ਰੂਰ ਦੱਸੋ ਰਾਣਾ ਸਾਹਿਬ, ਜਸਵੀਰ ਭਾਈ, ਉਹਨਾਂ ਦੀ ਕੋਈ ਯਾਦ? ਹਾਂਜੀ ਹਾਂ, ਤਿੰਨ ਪੰਜਾਬੀ ਦੇ ਵੱਡੇ ਗਲਪਕਾਰ ਨੇ ਜਿਹੜੇ ਇਸ ਟਾਈਮ ਵੀ ਪੜ੍ਹੇ ਜਾ ਰਹੇ ਨੇ, ਪਹਿਲਾਂ ਵੀ ਉਨੇ ਹੀ ਪੜ੍ਹੇ ਜਾ ਰਹੇ ਸੀ ਔਰ ਸਭ ਤੋਂ ਬਾਅਦ ਵੀ ਉਨੇ ਹੀ ਪੜ੍ਹੇ ਜਾਣਗੇ, ਬਲਕਿ ਜ਼ਿਆਦਾ ਪੜ੍ਹੇ ਜਾਣਗੇ। ਜਿਹੜੇ ਉਹ ਤਿੰਨ ਗਲਪਕਾਰ ਨੇ, ਉਹਨਾਂ ਦੇ ਵਿੱਚ ਰਾਮ ਸਰੂਪ ਅਣਖੀ, ਪੰਜਾਬੀ ਕਹਾਣੀ ਦਾ ਥੰਮ ਹੈ ਜਿਹੜਾ ਪ੍ਰੇਮ ਪ੍ਰਕਾਸ਼, ਤੇ ਮੋਹਨ ਭੰਡਾਰੀ ਜੀ। ਇਹ ਤਿੰਨ ਜਿਹੜੇ ਗਲਪਕਾਰ ਨੇ, ਮੈਂ ਇਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਮੈਨੂੰ 15, 16, 17 ਸਾਲ। ਔਰ ਇਹਨਾਂ ਦੀ ਸੰਗਤ ਦੇ ਵਿੱਚੋਂ ਜਿੰਨਾ ਅਸੀਂ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦੇ, ਇਹਨਾਂ ਦੀਆਂ ਗੱਲਾਂ ਦੇ ਵਿੱਚੋਂ ਸਿੱਖਿਆ। ਮੋਹਨ ਭੰਡਾਰੀ ਚੰਡੀਗੜ੍ਹ ਰਹਿੰਦੇ ਨੇ, ਪ੍ਰੇਮ ਪ੍ਰਕਾਸ਼ ਜਲੰਧਰ ਰਹਿੰਦੇ ਨੇ। ਜਦੋਂ ਅਸੀਂ ਕਹਾਣੀ ਪੰਜਾਬ ਦੇ ਵਿੱਚ ਪੜ੍ਹਨਾ, ਕਿਤਾਬਾਂ ਦੇ ਵਿੱਚ ਪੜ੍ਹਨਾ, ਪ੍ਰੇਮ ਪ੍ਰਕਾਸ਼ ਹੁਣੀ ਲਕੀਰ ਮੈਗਜ਼ੀਨ ਕੱਢਦੇ ਰਹੇ ਨੇ ਜਲੰਧਰ ਤੋਂ, ਹੁਣ ਵੀ ਜਿਹੜਾ ਚੱਲ ਰਿਹਾ ਹੈ ਦੇਸ ਰਾਜ ਕਾਲੀ, ਜਿਸ ਨੂੰ ਚਲਾਉਂਦਾ ਹੈ। ਇਹਨਾਂ ਦੀਆਂ ਮੈਗਜ਼ੀਨਾਂ ਦੇ ਵਿੱਚ ਚਿੱਠੀਆਂ ਦੇ ਰਾਹੀਂ ਹੁੰਦੀਆਂ, ਅਸੀਂ ਪ੍ਰੇਮ ਪ੍ਰਕਾਸ਼ ਤੇ ਰਾਮ ਸਰੂਪ ਅਣਖੀ ਉਹਨਾਂ ਦੀਆਂ ਗੱਲਾਂ ਪੜ੍ਹਦੇ ਹੁੰਦੇ, ਔਰ ਉਹ ਗੱਲਾਂ ਛੋਟੀਆਂ ਛੋਟੀਆਂ ਹੁੰਦੀਆਂ। ਉਹਨਾਂ ਗੱਲਾਂ ਦੇ ਵਿੱਚ ਇੱਕ ਦੂਸਰੇ ਨੂੰ ਇਹ ਛੇੜਦੇ ਵੀ ਸੀ, ਇੱਕ ਦੂਸਰੇ ਨੂੰ ਸ਼ਰਾਰਤਾਂ ਵੀ ਕਰਦੇ ਸੀ। ਜਦੋਂ ਪ੍ਰੇਮ ਪ੍ਰਕਾਸ਼ ਉਹਨਾਂ ਨੇ ਉਹਦੇ ਨਾਲ, ਅਣਖੀ ਉਹਨਾਂ ਨਾਲ ਕੋਈ ਲਿਖ ਕੇ ਸ਼ਰਾਰਤ ਕਰਨੀ ਵੀ ਜਦੋਂ ਤੂੰ ਪਹਿਲੀ ਵਾਰ ਆਇਆ ਸੀ ਤਾਂ ਆਪਾਂ ਆਹ ਗੱਲ ਕੀਤੀ ਸੀ, ਯਾਦ ਆ ਕਿ ਭੁੱਲ ਗਿਆ? ਜਦੋਂ ਪ੍ਰੇਮ ਪ੍ਰਕਾਸ਼ ਉਹਨਾਂ ਨੇ ਇਹ ਗੱਲ ਕਰਨੀ ਲਿਖ ਕੇ ਲਕੀਰ ਦੇ ਵਿੱਚ, ਚਿੱਠੀ ਦੇ ਰਾਹੀਂ, ਕਿਸੇ ਟਿੱਪਣੀ ਦੇ ਰਾਹੀਂ, ਤਾਂ ਅਸੀਂ ਜਿਹੜੇ ਨੌਜਵਾਨ ਸੀ ਉਸ ਵਕਤ, ਅਸੀਂ ਸੋਚਦੇ ਵੀ ਵਾਹ ਕਿਆ ਬਾਤ ਆ ਯਾਰ, ਬਾਬੇ ਤਾਂ ਨੌਜਵਾਨਾਂ ਤੋਂ ਵੀ ਘੈਂਟ ਨੇ। ਅਸੀਂ ਅਕਸਰ ਇਹ ਗੱਲਾਂ ਸੋਚਦੇ। ਔਰ ਪ੍ਰੇਮ ਪ੍ਰਕਾਸ਼ ਉਹਨਾਂ ਦਾ ਇਸ ਵਕਤ ਆਪਣੀਆਂ ਗੱਲਾਂ ਦੇ ਵਿੱਚ ਸ਼ਾਮਿਲ ਹੋਣਾ, ਐਂ ਸਮਝੋ ਕਿ ਇਹ ਇਸ ਤਰ੍ਹਾਂ ਦੀ ਗੱਲ ਹੈ ਕਿ ਜਿਵੇਂ ਰਾਮ ਸਰੂਪ ਅਣਖੀ ਤੇ ਪ੍ਰੇਮ ਪ੍ਰਕਾਸ਼ ਆਪਣੇ ਮੂਹਰੇ ਬੈਠੇ ਗੱਲਾਂ ਕਰ ਰਹੇ ਹੋਣ ਔਰ ਆਪਾਂ ਸੁਣ ਰਹੇ ਹੋਈਏ, ਭਾਵੇਂ ਕਿ ਵਰਤਾਰਾ ਉਲਟਾ ਹੈ। ਗੱਲਾਂ ਅਸੀਂ ਕਰ ਰਹੇ ਹਾਂ, ਸੁਣ ਉਹ ਰਹੇ ਨੇ, ਪਰ ਅਸਲ ਦੇ ਵਿੱਚ ਸਾਡੇ ਰਾਹੀਂ ਉਹ ਗੱਲਾਂ ਕਰ ਰਹੇ ਨੇ। ਜਿਵੇਂ ਉਹਨਾਂ ਨੇ ਕਿਹਾ ਸੀ ਕਿ ਕਹਾਣੀ ਪੰਜਾਬ ਬੰਦ ਹੋਣ ਲਈ ਛਪਦਾ ਹੈ ਔਰ ਅਜੇ ਤੱਕ ਬੰਦ ਨਹੀਂ ਹੋਇਆ, ਛਪ ਰਿਹਾ ਹੈ। ਠੀਕ ਇਸੇ ਤਰ੍ਹਾਂ ਪ੍ਰੇਮ ਪ੍ਰਕਾਸ਼ ਹੋਣੀ ਕਹਿੰਦੇ ਹੁੰਦੇ ਨੇ ਅਕਸਰ, ਇਹਨਾਂ ਦੀ ਗੱਲ ਮੈਨੂੰ ਯਾਦ ਰਹਿੰਦੀ ਹੈ ਕਿ ਹੁਣ ਨਵੀਂ ਪੀੜ੍ਹੀ ਦੇ ਜਿਹੜੇ ਮੁੰਡੇ ਕੁੜੀਆਂ ਨੇ ਉਹ ਕਹਾਣੀ ਲਿਖਣਗੇ ਉਹ ਸਾਡੀ ਉਹ ਕਹਾਣੀ, ਜਿੱਥੇ ਅਸੀਂ ਛੱਡੀ ਉਸ ਤੋਂ ਅੱਗੇ ਇਹ ਤੋਰਨਗੇ। ਮੈਨੂੰ ਉਹਨਾਂ ਦੀ ਬਹੁਤ ਇਹ ਗੱਲ ਚੰਗੀ ਲੱਗਦੀ ਹੁੰਦੀ ਹੈ ਕਿ ਪ੍ਰੇਮ ਪ੍ਰਕਾਸ਼ ਹੋਣੀ ਵੀ ਰਾਮ ਸਰੂਪ ਅਣਖੀ ਉਹਨਾਂ ਵਾਂਗ ਨੌਜਵਾਨ ਪੀੜ੍ਹੀ ਹੈ ਜਿਹੜੀ ਕਹਾਣੀ ਦੀ, ਖਾਸ ਤੌਰ ਤੇ ਗਲਪ ਦੀ, ਉਸ ਦੇ ਸਿਰ ਦੇ ਉੱਤੇ ਵੀ ਹੱਥ ਰੱਖਦੇ ਰਹੇ ਨੇ ਔਰ ਮੋਢੇ ਤੇ ਵੀ ਹੱਥ ਰੱਖਦੇ ਰਹੇ ਨੇ। ਔਰ ਇਹ ਸਭ ਤੋਂ ਵੱਡੀ ਤੇ ਖੂਬਸੂਰਤ ਗੱਲ ਇਹਨਾਂ ਦੀ ਇਹ ਹੈ, ਬਾਬਿਆਂ ਦੀ, ਕਿ ਇਹ ਚਾਹੁੰਦੇ ਰਹੇ ਨੇ ਕਿ ਨਵੀਂ ਪੀੜ੍ਹੀ ਸਾਤੋਂ ਅੱਗੇ ਲੰਘ ਜਾਵੇ। ਐਂ ਕੋਈ ਚਾਹੁੰਦਾ ਨਹੀਂ ਹੁੰਦਾ ਛੇਤੀ, ਇਸੇ ਗੱਲ ਦੇ ਵਿੱਚ ਇਹਨਾਂ ਦਾ ਵੱਡਪਣ ਹੈ। ਵਾਹ, ਪ੍ਰੇਮ ਪ੍ਰਕਾਸ਼ ਵੀ, ਉਹਨਾਂ ਨੂੰ ਵੀ ਧੰਨਵਾਦ ਜੀ ਕਿ ਉਹਨਾਂ ਨੇ ਇਹ ਨਵੀਂ ਪੀੜ੍ਹੀ ਨੂੰ ਆਸ ਰੱਖੀ ਏ। ਅੱਛਾ, ਮੈਨੂੰ ਸਰ ਲੱਗਦਾ ਹੈ ਕਿ ਜਿਹੜਾ ਕਵੀ ਹੁੰਦਾ ਹੈ ਉਹ ਹਮੇਸ਼ਾ ਆਲ ਦੁਆਲ ਨਾਲੋਂ ਅੱਗੇ ਦੀ ਜ਼ਿੰਦਗੀ ਜੀ ਰਿਹਾ ਹੁੰਦਾ ਹੈ, ਉਹਦੀ ਸਮਝ 100 ਸਾਲ ਬਾਅਦ ਆਉਂਦੀ ਹੈ ਕਿ ਬੰਦਾ ਕਿਸ ਲੈਵਲ ਦਾ ਸੀ। ਅੱਛਾ, ਜਿਵੇਂ ਸਾਡੇ ਰਾਮ ਸਰੂਪ ਰਾਣੇ ਇਹ ਸ਼ਾਇਰੀ ਛੱਡ ਕੇ ਤੇ ਨਸਰ ਵੱਲ ਆਏ ਔਰ ਨਾਵਲ ਲਿਖਿਆ, ਕਿਉਂਕਿ ਅੱਜ ਦੀ ਲੋੜ ਇਹ ਵੇ ਕਿ ਪੰਜਾਬੀ 'ਚ ਨਾਵਲ ਘੱਟ ਲਿਖਿਆ ਜਾ ਰਿਹਾ ਹੈ, ਸ਼ਾਇਰੀ ਜ਼ਿਆਦਾ ਹੈ। ਉਹਨਾਂ ਨੂੰ ਉਦੋਂ ਹੀ ਪਤਾ ਲੱਗਿਆ ਸੀ ਕਿ ਅੱਗੇ ਜਾ ਕੇ ਕਿਹੜੀ ਸ਼ਾਇਦ ਦੀ ਲੋੜ ਪੈਣੀ। ਤੇ ਇਹ ਬੜੀ ਨਜ਼ਰ ਸੀ ਉਹਨਾਂ ਦੀ ਆਉਣ ਵਾਲੇ ਵੇਲੇ ਤੇ। ਔਰ ਅੱਜ ਨਵੀਂ ਪੀੜ੍ਹੀ ਨੂੰ ਵੀ ਚਾਹੀਦਾ ਹੈ ਕਿ ਉਹ ਕਹਾਣੀ ਔਰ ਨਾਵਲ ਲਿਖਣ, ਤਾਂ ਕਿ ਸਾਡੀ ਮਾਂ ਬੋਲੀ ਦੇ ਵਿੱਚ ਜਿਹੜੀ ਕਮੀ ਘਾਟ ਲੋਕਾਂ ਨੂੰ ਦਿਸ ਰਹੀ ਹੈ ਉਹ ਅਸੀਂ ਪੂਰਾ ਕਰ ਸਕੀਏ ਔਰ ਇਹਨਾਂ ਬਾਬਿਆਂ ਦੇ ਖਾਬ ਪੂਰੇ ਕਰ ਸਕੀਏ ਜੋ ਉਹਨਾਂ ਸਾਡੇ ਬਾਰੇ ਵੇਖੇ ਸਨ। ਔਰ ਪ੍ਰੇਮ ਬਰਾਂ ਨੇ ਜਿਹੜਾ ਸੋਚਿਆ ਨਵੀਂ ਪੀੜ੍ਹੀ ਲਈ, ਸਾਨੂੰ ਯਕੀਨ ਹੈ ਕਿ ਨਵੀਂ ਪੀੜ੍ਹੀ ਉਸ ਤੋਂ ਤੇ ਉਸ ਆਸ ਤੇ ਪੂਰਾ ਉਤਰੇਗੀ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਨਵੀਂ ਪੀੜ੍ਹੀ ਹੈ ਜਿਹੜੀ ਗਲਪ ਦੀ, ਉਹ ਲਾਜ਼ਮੀ ਤੌਰ ਦੇ ਉੱਤੇ ਬਾਬਿਆਂ ਦੀਆਂ ਜਿਹੜੀਆਂ ਉਮੀਦਾਂ ਸੀ, ਸੁਪਨੇ ਸੀ, ਉਹਨਾਂ ਦੇ ਉੱਪਰ ਖਰੀ ਉਤਰ ਰਹੀ ਹੈ। ਔਰ ਜਿਵੇਂ ਮੈਂ ਪਹਿਲਾਂ ਕਿਹਾ, ਉਸ ਨੂੰ ਫੇਰ ਦੁਹਰਾ ਦਿਆਂ ਕਿ ਅਸੀਂ 4 ਅੱਖਰ ਜਿਹੜੇ ਲਿਖਣੇ ਪੜ੍ਹਨੇ ਸਿੱਖੇ ਆ, ਉਹ ਲਾਜ਼ਮੀ ਤੌਰ ਦੇ ਉੱਤੇ ਰਾਮ ਸਰੂਪ ਅਣਖੀ, ਮੋਹਨ ਭੰਡਾਰੀ, ਪ੍ਰੇਮ ਪ੍ਰਕਾਸ਼, ਵਰਿਆਮ ਸੰਧੂ, ਸਾਡੇ ਕਿੰਨੇ ਲੰਬੀ ਕਤਾਰ ਹੈ। ਇੱਕ ਜੇਕਰ ਆਪਾਂ ਨਾਮ ਲੈਣ ਲੱਗ ਜੀ, ਇੱਕ ਲੰਬੀ ਕਤਾਰ ਹੈ ਜਿਨ੍ਹਾਂ ਨੂੰ ਪੜ੍ਹ ਕੇ, ਜਿਨ੍ਹਾਂ ਦੀ ਸੰਗਤ ਕਰਕੇ, ਜਿਨ੍ਹਾਂ ਤੋਂ ਸਿੱਖ ਕੇ, ਜਿਨ੍ਹਾਂ ਤੋਂ ਪ੍ਰੇਰਨਾ ਲੈ ਕੇ ਮੱਥੇ ਦੇ ਵਿੱਚ ਅੱਖਰਾਂ ਦਾ ਦੀਵਾ ਜਿਹੜਾ ਉਹ ਬਾਲਿਆ ਔਰ ਆਪਣਾ ਪਹਿਲਾਂ ਅੰਦਰ ਰੌਸ਼ਨ ਕੀਤਾ,
ਹੁਣ ਸਾਰੀ ਜਿਹੜੀ ਨੌਜਵਾਨ ਪੀੜ੍ਹੀ ਹੈ, ਖਾਸ ਤੌਰ ਦੇ ਉੱਤੇ ਪੰਜਾਬੀ ਕਹਾਣੀ ਤੇ ਨਾਵਲ ਦੇ ਖੇਤਰ 'ਚ, ਉਹ ਅੱਗੇ ਵਧ ਰਹੀ ਹੈ। ਬਹੁਤ ਚੰਗੀ ਕਹਾਣੀ ਲਿਖੀ ਜਾ ਰਹੀ ਹੈ, ਬਹੁਤ ਅੱਛਾ ਨਾਵਲ ਲਿਖਿਆ ਜਾ ਰਿਹਾ ਹੈ। ਇਹ ਠੀਕ ਹੈ ਕਿ ਘੱਟ ਗਿਣਤੀ 'ਚ ਲਿਖਿਆ ਜਾ ਰਿਹਾ ਹੈ, ਪਰ ਬਹੁਤ ਹੀ ਅੱਛਾ, ਗੁਣਾਤਮਿਕ ਪੱਖੋਂ ਬਹੁਤ ਅੱਛਾ ਲਿਖਿਆ ਜਾ ਰਿਹਾ ਹੈ। ਹੁਣ ਜੇਕਰ ਆਪਾਂ ਨੇ ਗੱਲ ਕਰਨੀ ਹੋਵੇ ਰਾਮ ਸਰੂਪ ਅਣਖੀ ਉਹਨਾਂ ਦੀ ਕਹਾਣੀ ਦੀ, ਮੈਂ ਉਹਨਾਂ ਦੀ ਕਹਾਣੀ ਬਾਰੇ ਛੋਟੀ ਜਿਹੀ ਇੱਕ ਗੱਲ ਕਰਨੀ ਚਾਹੁੰਦਾ। ਜ਼ਰੂਰ ਕਰੋ ਜੀ। ਜਿੱਥੋਂ ਸਾਨੂੰ ਇਸ ਗੱਲ ਦਾ ਅਹਿਸਾਸ ਹੋਊਗਾ, ਆਭਾਸ ਹੋਊਗਾ ਕਿ ਉਹ ਕਹਾਣੀ ਕਿਸ ਕਿਸਮ ਦੀ ਲਿਖਦੇ ਸੀ। ਉਹਨਾਂ ਦੀ ਇੱਕ ਕਹਾਣੀ ਹੈ, ਉਹ ਹੈ ਸੁੱਤਾ ਨਾਗ। ਸੁੱਤਾ ਨਾਗ ਕਹਾਣੀ ਦੇ ਉੱਤੇ ਟੈਲੀਫਿਲਮ ਵੀ ਬਣੀ ਹੋਈ ਹੈ, ਔਰ ਉਸ ਦੇ ਵਿੱਚ ਮਨੁੱਖ ਦੇ ਅੰਦਰ ਜਿਹੜੀ ਇਸ਼ਕ ਕਰਨ ਦੀ, ਪਿਆਰ ਕਰਨ ਦੀ ਪ੍ਰਵਿਰਤੀ ਹੁੰਦੀ ਹੈ, ਉਹ ਹਮੇਸ਼ਾ ਹੀ ਹਰ ਯੁੱਗ 'ਚ, ਹਰ ਉਮਰ ਦੇ ਵਿੱਚ, ਹਰ ਰਿਸ਼ਤੇ ਦੇ ਰੂਪ 'ਚ, ਹਰ ਮੋੜ ਤੇ ਜਿਉਂਦੀ ਰਹਿੰਦੀ ਹੈ, ਉਹ ਕਦੇ ਮਰਦੀ ਨਹੀਂ। ਜਦੋਂ ਤੁਸੀਂ ਸੁੱਤਾ ਨਾਗ ਕਹਾਣੀ ਨੂੰ ਪੜ੍ਹਦੇ ਹੋ, ਖਾਸ ਤੌਰ ਦੇ ਉੱਤੇ ਉਸ ਕਹਾਣੀ ਦਾ ਅੰਤ ਪੜ੍ਹਦੇ ਹੋ, ਸ਼ੁਰੂ ਤੋਂ ਸਾਨੂੰ ਲੱਗਦਾ ਰਹਿੰਦਾ ਹੈ ਕਿ ਔਰਤ ਹੈ ਇੱਕ, ਉਹ ਹਨੇਰੇ ਤੋਂ ਡਰਦੀ ਹੈ, ਉਹ ਬਾਹਰ ਨਹੀਂ ਜਾ ਸਕਦੀ। ਇੱਥੇ ਤੱਕ ਉਸ ਨੂੰ ਬਾਲਟੀ ਪਾਣੀ ਦੀ ਭਰਨੀ ਹੈ, ਡੰਗਰਾਂ ਨੂੰ ਵੇਖਣ ਜਾਣਾ ਹੈ, ਉੱਥੋਂ ਤੱਕ ਵੀ ਡਰ ਲੱਗਦਾ ਹੈ। ਪਰ ਜਦੋਂ ਅਸੀਂ ਉਸ ਦਾ ਅੰਦਰ ਫਰੋਲਦੇ ਨੇ ਰਾਮ ਸਰੂਪ ਅਣਖੀ ਜੀ, ਜਦੋਂ ਕਹਾਣੀ ਅੰਤ ਵੱਲ ਨੂੰ ਵੱਧਦੀ ਹੈ, ਤਾਂ ਉਸ ਔਰਤ ਦਾ ਮਨੋਵਿਗਿਆਨ ਤੇ ਅਵਚੇਤਨ ਜਦੋਂ ਰਾਮ ਸਰੂਪ ਅਣਖੀ ਜੀ ਕਹਾਣੀ ਦੇ ਵਿੱਚ ਫਰੋਲਦੇ ਨੇ, ਤਾਂ ਬੰਦਾ ਇਸ ਤਰ੍ਹਾਂ, ਜਿਸ ਤਰ੍ਹਾਂ ਉਸ ਨੂੰ 440 ਵੋਲਟ ਦਾ ਕਰੰਟ ਲੱਗਿਆ ਹੋਵੇ, ਇਸ ਤਰ੍ਹਾਂ ਸ਼ੌਕਡ ਹੁੰਦਾ ਹੈ। ਇੰਨਾ ਖੂਬਸੂਰਤ ਟਵਿਸਟ ਦਿੰਦੇ ਨੇ, ਮੋੜਾ ਦਿੰਦੇ ਨੇ ਉਹ ਕਹਾਣੀ ਨੂੰ। ਛੋਟੇ ਜਿਹੇ ਆਕਾਰ ਦੀ ਕਹਾਣੀ ਹੈ, ਬਹੁਤ ਵੱਡੀ ਕਹਾਣੀ ਹੈ। ਔਰ ਅੰਤ ਹੈ ਜਿਹੜਾ ਉਸ ਕਹਾਣੀ ਦਾ, ਜਦੋਂ ਉਸ ਕਹਾਣੀ ਦੇ ਵਿੱਚ ਹਥਿਆਰ ਚੱਲਦਾ ਹੈ, ਬੰਦੇ ਦਾ ਸਿਰ ਹੈ ਜਿਹੜਾ, ਉਹ ਧੜ ਨਾਲੋਂ ਲੈ ਕੇ ਉਹ ਜਾ ਡਿੱਗਦਾ ਹੈ ਮੱਝ ਦੇ ਪੈਰਾਂ ਵਿੱਚ, ਖੁਰਲੀ ਕੋਲ, ਤਾਂ ਬੰਦਾ ਜਿਹੜਾ ਉਹ ਸਾਹ ਸੂਤ ਕੇ, ਸਾਹ ਰੋਕ ਕੇ ਕਹਾਣੀ ਨੂੰ ਪੜ੍ਹਦਾ ਹੈ। ਔਰ ਕਈ ਪਲ, ਕਈ ਮਿੰਟ, ਇੱਕ ਵਕਫਾ, ਉੱਥੇ ਹੀ ਉਹ ਸਟਿਲ ਰਹਿੰਦਾ, ਉੱਥੇ ਹੀ ਉਹ ਜੜ ਹੋ ਜਾਂਦਾ ਹੈ। ਵਾਪਸ ਉਹ ਆਪਣੀ ਬਿਰਤੀ ਤੇ ਸੁਰਤੀ ਦੇ ਵਿੱਚ ਆਉਣ ਨੂੰ ਤੜਬਕਦਾ ਹੈ ਕਿ ਮੈਂ ਕੀ ਵੇਖ ਲਿਆ, ਕੀ ਪੜ੍ਹ ਲਿਆ, ਕੀ ਸੁਣ ਲਿਆ, ਕੀ ਮਹਿਸੂਸ ਕਰ ਲਿਆ। ਰਾਮ ਸਰੂਪ ਅਣਖੀ ਉਹਨਾਂ ਦੀ ਕਹਾਣੀ ਨੂੰ ਲਿਖਣ ਦੀ ਜਿਹੜੀ ਜੁਗਤ ਸੀ, ਉਹ ਦ੍ਰਿਸ਼ ਇੰਨਾ ਜਾਨਦਾਰ ਤੇ ਇੰਨਾ ਸ਼ਾਨਦਾਰ ਜੀਵੰਤ ਸਿਰਜਦੇ ਸੀ। ਛੋਟੀ ਜੀ ਗੱਲ ਦਾ ਦ੍ਰਿਸ਼ ਕਿ ਬੰਦਾ ਉਸ ਦ੍ਰਿਸ਼ ਦੇ ਵਿੱਚ ਹੀ ਹੈ ਸਟਿਲ ਹੋ ਜਾਂਦਾ ਸੀ। ਕੁਝ ਪਲਾਂ ਬਾਅਦ ਉਹ ਵਾਪਸ ਆਉਂਦਾ ਸੀ। ਉਹਨਾਂ ਦੀਆਂ ਸਾਰੀਆਂ ਕਹਾਣੀਆਂ, ਛੋਟੇ ਆਕਾਰ ਦੀਆਂ ਕਹਾਣੀਆਂ ਵੀ ਲੈ ਲਓ ਤੁਸੀਂ, ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਮੈਂ ਉਹਨਾਂ ਦੀਆਂ ਕਹਾਣੀਆਂ ਦਾ ਫੈਨ ਆ। ਸੁੱਤਾ ਨਾਗ, ਬਘੇਲੋ ਸਾਧਣੀ, ਚੀਥੜਾ, ਧੀ ਧਿਆਣੀ, ਛੱਪੜੀ ਵਿਹੜਾ, ਚਿੱਟੀ ਕਬੂਤਰੀ, ਖਾਰਾ ਦੁੱਧ, ਸੋਨੇ ਦੇ ਕੜੇ ਵਾਲਾ ਸਰਪੰਚ ਔਰ ਲੋਹੇ ਦਾ ਗੇਟ। ਜਦੋਂ ਅਸੀਂ ਉਹਨਾਂ ਦੀਆਂ ਇਹ ਕਹਾਣੀਆਂ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਰਾਮ ਸਰੂਪ ਅਣਖੀ ਵਾਹਦ ਇੱਕ ਐਸਾ ਕਹਾਣੀਕਾਰ ਸੀ, ਹੈ ਤੇ ਰਹੂਗਾ, ਜਿਹੜਾ ਛੋਟੇ ਆਕਾਰ ਦੀ ਕਹਾਣੀ ਵੀ ਉਨੀ ਹੀ ਤਿੱਖੇ ਡੰਗ ਵਾਲੀ ਲਿਖਦਾ ਸੀ, ਔਰ ਲੰਬੀ ਕਹਾਣੀ ਵੀ, ਚਾਹੇ ਉਹ 27 ਪੇਜ ਦੀ ਹੋਵੇ, ਜਿਵੇਂ ਛੱਪੜੀ ਵਿਹੜਾ 27 ਪੇਜ ਦੀ ਕਹਾਣੀ ਹੈ, ਔਰ ਉਸ ਕਹਾਣੀ ਦੇ ਵਿੱਚ 1 2 3 4 5 6 13 ਤੱਕ ਐਪੀਸੋਡ ਬਣਾਉਂਦਾ, ਅੰਕ ਬਣਾਉਂਦਾ, ਉਸ ਦੇ ਕਾਂਡ ਬਣਾਉਂਦਾ, ਲੰਬੀ ਕਹਾਣੀ ਲਿਖਦਾ। ਲੰਬੀ ਕਹਾਣੀ ਦੇ ਵਿੱਚ ਵੀ ਰਾਮ ਸਰੂਪ ਅਣਖੀ ਦਾ ਕੰਟਰੋਲ ਇੰਨਾ ਹੀ ਸੀ। ਇੱਕ ਉਹਨਾਂ ਦੀ ਹੋਰ ਕਹਾਣੀ ਅੱਧਾ ਆਦਮੀ, ਜਿਸ ਦੇ ਵਿੱਚ ਉਹ ਲਿਖਦੇ ਨੇ ਕਿ ਐਤਵਾਰ 1, ਐਤਵਾਰ 2, ਸੋਮਵਾਰ 1, ਸੋਮਵਾਰ 2, ਮੰਗਲਵਾਰ 1, ਮੰਗਲਵਾਰ 2। ਇਹ ਤਕਨੀਕ ਹੈ, ਇਹ ਜੁਗਤ ਹੈ ਕਿ ਉਹ ਅੰਕਾਂ ਨੂੰ ਵੀ, ਉਹ ਦਿਨਾਂ ਨੂੰ ਵੀ, ਉਹ ਟਾਈਮ ਨੂੰ ਵੀ ਜੁਗਤ ਬਣਾ ਕੇ ਕਹਾਣੀ ਦੇ ਵਿੱਚ ਜਦੋਂ ਵਰਤਦੇ ਨੇ, ਤਾਂ ਨਿੱਕੇ ਆਕਾਰ ਦੀ ਕਹਾਣੀ ਵੀ ਆਪਣਾ ਸਿਖਰ ਛੂੰਹਦੀ ਹੈ ਵਿਸ਼ੇ ਤੇ ਕਲਾ ਪੱਖ ਤੋਂ, ਔਰ ਲੰਬੇ ਆਕਾਰ ਦੀ ਕਹਾਣੀ ਵੀ ਸਿਖਰ ਛੂੰਹਦੀ ਹੈ ਕਲਾ ਪੱਖ ਤੋਂ ਔਰ ਵਿਸ਼ੇ ਪੱਖ ਤੋਂ। ਰਾਮ ਸਰੂਪ ਅਣਖੀ ਦੀ ਸਭ ਤੋਂ ਵੱਡੀ ਖਾਸੀਅਤ ਗਲਪ ਦੇ ਵਿੱਚ, ਕਹਾਣੀ ਤੇ ਨਾਵਲ ਦੇ ਵਿੱਚ ਮੈਂ ਇਹ ਵੇਖੀ ਹੈ ਕਿ ਭਾਸ਼ਾ ਦੇ ਉਹ ਮਾਸਟਰ ਸੀ। ਭਾਸ਼ਾ ਦੇ ਉੱਤੇ, ਖਾਸ ਤੌਰ ਦੇ ਉੱਤੇ ਮਲਵਈ ਭਾਸ਼ਾ ਦੇ ਉੱਤੇ ਉਹਨਾਂ ਦੀ ਇੰਨੀ ਵੱਡੀ ਕਮਾਂਡ ਸੀ ਕਿ ਵੇਖ ਕੇ ਬੰਦਾ ਦੰਗ ਰਹਿ ਜਾਂਦਾ ਕਿ ਅਣਖੀ ਦਾ ਭਾਸ਼ਾ ਰਜਿਸਟਰ ਕਿੰਨਾ ਅਮੀਰ ਸੀ। ਆਮ ਵਰਤੇ ਜਾਣ ਵਾਲੇ ਸ਼ਬਦ, ਜਿਵੇਂ ਮਿਸਾਲ ਦੇਵਾਂ ਮੈਂ ਤੁਹਾਨੂੰ, ਉਹਨਾਂ ਦਾ ਇੱਕ ਨਾਵਲ ਹੈ ਕੋਠੇ ਖੜਕ ਸਿੰਘ। ਹਾਂਜੀ। ਹੁਣ ਆਪਾਂ ਜਿਹੜੇ ਮਾਡਰਨ ਲੋਕ ਆ, 2020 ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਆ, ਜਿਹੜੇ ਮੋਬਾਈਲ ਰਾਹੀਂ, ਇਸ ਟੈਕਨੋਲੋਜੀ ਰਾਹੀਂ ਗੱਲਾਂ ਕਰ ਰਹੇ ਆ, ਆਪਣੇ ਵਾਸਤੇ
ਨਵੀਂ ਪੀੜ੍ਹੀ ਵਾਸਤੇ, ਆਪਣੇ ਵਾਸਤੇ ਤਾਂ ਨਹੀਂ, ਨਵੀਂ ਪੀੜ੍ਹੀ ਵਾਸਤੇ ਸ਼ਬਦ ਹੈ ਇੱਕ ਸਾਡੇ ਕੋਲ, ਪਤੌੜ ਜੀ। ਨਵੀਂ ਪੀੜ੍ਹੀ ਉਸ ਨੂੰ ਕਹਿੰਦੀ ਹੈ ਪਕੌੜਾ, ਪਕੌੜੇ, ਕਿ ਅਸੀਂ ਪਕੌੜਾ ਖਾ ਰਹੇ ਹਾਂ, ਪਕੌੜੇ ਖਾ ਰਹੇ ਹਾਂ। ਰਾਮ ਸਰੂਪ ਅਣਖੀ ਉਹਨਾਂ ਦੇ ਨਾਵਲ ਕੋਠੇ ਖੜਕ ਸਿੰਘ ਦੇ ਵਿੱਚ ਪਾਤਰ ਨੇ ਜਿਹੜੇ ਜਦੋਂ ਮੇਲੇ ਜਾਂਦੇ ਨੇ ਤਾਂ ਆਲੇ ਦੁਆਲੇ ਰਾਹ ਦੇ ਉੱਤੇ ਦੁਕਾਨਾਂ ਲੱਗੀਆਂ, ਤੰਬੂ ਲੱਗੇ ਨੇ, ਥੱਲੇ ਪੱਲੀਆਂ ਵਿਛਾਈਆਂ, ਉਹਦੇ ਉੱਤੇ ਬੈਠ ਕੇ ਉਹ ਕਹਿੰਦਾ ਪਤੌੜ ਖਾਂਦੇ ਨੇ, ਪਕੌੜੇ ਨਹੀਂ ਖਾਂਦੇ। ਉਹਦੇ ਨਾਵਲਾਂ ਦੇ ਵਿੱਚ ਪਤੌੜ ਖਾਂਦੇ ਨੇ। ਜਦੋਂ ਮੈਂ ਪਹਿਲੀ ਵਾਰ ਉਹ ਸ਼ਬਦ ਪੜ੍ਹਿਆ ਪਤੌੜ, ਮੈਂ ਕਿਹਾ ਕਿਆ ਬਾਤ ਆ ਯਾਰ, ਵੀ ਜਿਹੜਾ ਆਮ ਜ਼ਿੰਦਗੀ ਵਿੱਚ ਸ਼ਬਦ ਕਿਰ ਗਿਆ, ਨਵੀਂ ਪੀੜ੍ਹੀ ਦੇ ਨਾਲ ਅੱਗੇ ਤੁਰ ਨਹੀਂ ਸਕਿਆ, ਕਿੱਤੇ ਬਦਲ ਗਏ, ਭਾਸ਼ਾ ਬਦਲ ਗਈ, ਜ਼ਿੰਦਗੀ ਦੇ ਰੰਗ ਰੂਪ ਬਦਲ ਗਏ। ਰਾਮ ਸਰੂਪ ਅਣਖੀ ਉਹਨਾਂ ਦਾ ਕਹਾਣੀਆਂ ਤੇ ਨਾਵਲ ਨੇ ਜਿਹੜੇ, ਉਹਨਾਂ ਦੇ ਵਿੱਚ ਮਾਲਵੇ ਦੇ ਖਾਸ ਤੌਰ ਦੇ ਉੱਤੇ ਇਹੋ ਜਿਹੇ ਸ਼ਬਦ ਤੇ ਵਾਕ, ਭਾਸ਼ਾ ਦਾ ਐਸਾ ਮੁਹਾਵਰਾ ਉਹਨਾਂ ਨੇ ਹਮੇਸ਼ਾ ਵਾਸਤੇ ਸਾਂਭ ਦਿੱਤਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਜਦੋਂ ਪੜ੍ਹਨਗੀਆਂ ਤਾਂ ਉਹ ਮਾਣ ਵੀ ਮਹਿਸੂਸ ਕਰਨਗੀਆਂ ਔਰ ਲੱਭ ਲੱਭ ਕੇ ਉਹਨਾਂ ਸ਼ਬਦਾਂ ਦੇ ਅਰਥ ਵੀ ਉਹ ਫਲੈਸ਼ ਕਰਨਗੀਆਂ, ਇੱਕ ਦੂਸਰੇ ਦੇ ਵਿੱਚ ਟਰਾਂਸਫਰ ਕਰਨਗੀਆਂ ਕਿ ਦੇਖੋ ਬਈ ਪਕੌੜੇ ਨੂੰ ਪਤੌੜ ਵੀ ਕਿਹਾ ਜਾਂਦਾ ਸੀ ਕਦੇ। ਅਗਰ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਅਣਖੀ ਦਾ ਨਾਵਲ ਕੋਠੇ ਖੜਕ ਸਿੰਘ ਪੜ੍ਹੋ। ਮੈਨੂੰ ਇਹ ਭਾਸ਼ਾ ਪੱਖ ਤੋਂ, ਵਿਸ਼ਾ ਚੋਣ ਪੱਖ ਤੋਂ, ਛੋਟੀ ਜੀ ਗੱਲ ਦੇ ਵਿੱਚੋਂ ਇੱਕ ਵੱਡਾ ਅਰਥ ਪੈਦਾ ਕਰਨ ਦੇ ਪੱਖ ਤੋਂ ਅਣਖੀ ਸਾਹਿਬ ਵੱਡੇ ਗਲਪਕਾਰ ਲੱਗੇ ਨੇ ਹਮੇਸ਼ਾ ਹੀ। ਵਾਹ ਵਾਹ, ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਵੇਰਵਾ ਕੀਤਾ ਜੀ। ਔਰ ਅਸੀਂ ਅੱਗੇ ਗੱਲ ਨੂੰ ਤੋਰਨੇ ਹਾਂ। ਇਸ ਤੋਂ ਪਹਿਲਾਂ ਬੇਅੰਤ ਬਾਜਵਾਰੀ ਨਵੇਂ ਰਲਣ ਵਾਲੇ ਸਾਡੇ ਦੋਸਤ ਨਜ਼ਰ ਆ ਰਹੇ ਨੇ, ਸਾਨੂੰ ਸੂਰਜਾਂ ਦੇ ਵਾਰਸ ਵਾਲੇ ਵੀ, ਤੇ ਜਿਹੜੇ ਨਵੇਂ ਰਲੇ ਲੋਕ ਇਹਨਾਂ ਦੇ ਪੜ੍ਹਦੇ ਹੋ ਵਿਚਾਰ। ਜੀ ਬਿਲਕੁਲ ਜੀ। ਮੈਂ ਆਪਣਾ ਜੁੜੇ ਨੇ ਕੁਛ, ਇੱਕ ਮਧੂ ਜੀ ਜੁੜੇ ਨੇ, ਉਹ ਕਹਿੰਦੇ ਰਾਣਾ ਜੀ ਨਵੀਆਂ ਕਲਮਾਂ ਨੂੰ ਬਹੁਤ ਐਪਰੀਸ਼ੀਏਟ ਕਰਦੇ ਨੇ। ਬਿਲਕੁਲ ਜੀ, ਕਿਉਂਕਿ ਮੈਂ ਕਾਫੀ ਸਮਾਂ ਰਾਣਾ ਜੀ ਨਾਲ ਬਿਤਾਇਆ। ਕਹਿਣ ਦਾ ਭਾਵ ਸਾਡੇ ਹਰ ਸਮਾਗਮ ਤੇ ਆ ਕੇ, ਕਿਉਂਕਿ ਰਾਮ ਸਰੂਪ ਅਣਖੀ ਸਾਹਿਤ ਸਭਾ ਦਾ ਮਕਸਦ ਇੱਕ ਟੀਚਿੰਗ ਲੈਣਾ ਗਾ। ਕਹਿਣ ਦਾ ਭਾਵ ਅਸੀਂ ਜਿੰਨੇ ਵੀ ਲੇਖਕਾਂ ਨੂੰ ਬੁਲਾ ਰਹੇ ਹਾਂ ਉੱਥੇ, ਕਹਾਣੀਕਾਰਾਂ ਨੂੰ, ਨਾਵਲਕਾਰਾਂ ਨੂੰ ਬੁਲਾਉਣੇ ਆ। ਸਾਡਾ ਮਕਸਦ ਹੈ ਨਵੀਂ ਪੀੜ੍ਹੀ ਦਾ ਉਹਨਾਂ ਤੋਂ ਸਿੱਖਣਾ। ਕਈ ਸਾਹਿਤਕ ਸਮਾਗਮ ਏਦਾਂ ਹੁੰਦੇ ਆ ਵੀ ਮਾਣ ਸਨਮਾਨ ਹੁੰਦੇ ਆ ਜਾਂ ਕਿਤਾਬਾਂ ਰਿਲੀਜ਼ ਹੁੰਦੀਆਂ ਨੇ, ਪਰ ਅਸੀਂ ਸਿਰਫ ਵਿਚਾਰ ਸੁਣਨ ਲਈ ਸਮਾਗਮ ਕਰਾਉਣੇ ਆ ਤੇ ਸਨਮਾਨ ਦੀਆਂ ਜਾਂ ਕਿਤਾਬ ਦੀਆਂ ਰਸਮਾਂ ਉਹਨਾਂ ਨੂੰ ਅਸੀਂ ਪਿੱਛੇ ਰੱਖ ਕੇ ਸਭ ਤੋਂ ਪਹਿਲਾਂ ਟੀਚਿੰਗ ਦਾ ਕੰਮ ਲੈਂਦੇ ਆ। ਤੇ ਸਾਨੂੰ ਵੀ ਐਪਰੀਸ਼ੀਏਟ ਬਹੁਤ ਕੀਤਾ ਰਾਣਾ ਜੀ ਨੇ। ਤੇ ਗੁਰਪ੍ਰੀਤ ਹਿੰਦ ਕਹਿੰਦੇ ਜੀ ਰਾਮ ਸਰੂਪ ਅਣਖੀ ਪੰਜਾਬੀ ਨੋਵਲ ਦੇ ਵੱਡੇ ਥੰਮ ਨੇ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਗੁਰਪ੍ਰੀਤ ਹਿੰਦ ਅਗਲਾ ਮੈਸੇਜ ਕਰਦੇ ਨੇ, ਕਹਿੰਦੇ ਰਾਣਾ ਜੀ ਅਜੋਕੇ ਦੌਰ ਦੇ ਵੱਡੇ ਕਹਾਣੀਕਾਰ। ਬਿਲਕੁਲ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਇਹ ਗੱਲ ਨੂੰ ਮੈਂ ਵੀ ਮੰਨਦਾ ਤੇ ਆਪਣੇ ਪਾਠਕ ਵੀ ਮੰਨਦੇ ਨੇ ਜੀ। ਕਿਉਂ ਨਹੀਂ ਪੰਜਾਬੀ ਦੀਪ ਦਵਿੰਦਰ ਜੀ ਕਹਿ ਰਹੇ ਨੇ ਪੰਜਾਬੀ ਕਹਾਣੀ ਦੀ ਵਧੀਆ ਜਾਣਕਾਰੀ ਜਸਵੀਰ ਰਾਣਾ ਜੀ ਦੇ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਦੀਪ ਦਵਿੰਦਰ ਜੀ। ਤੇ ਨੂਰ ਹਸਨ ਜੀ ਕਹਿੰਦੇ ਸੁੱਤਾ ਨਾਗ ਕਹਾਣੀ ਨੂੰ ਚੰਗੀ ਲੱਗੀ। ਅਣਖੀ ਸਾਹਿਬ ਦੀ ਗਲਪ ਚੇਤਨਾ ਪੇਂਡੂ ਧਰਾਤਲ ਨਾਲ ਕਹਿ ਕੇ ਲੰਘਦੀ ਹੈ। ਤੇ ਅਫਜ਼ਲ ਪਾਰਸ ਜੀ ਨੇ ਕੀਤਾ ਜੀ, ਇਹ ਤੁਸੀਂ ਪੜੋਗੇ ਸ਼ਾਹਮੁਖੀ ਦੇ ਵਿੱਚ ਜੀ। ਹਾਂਜੀ, ਉਹਨਾਂ ਲਿਖਿਆ ਜੀ ਅਸਲਾਮ ਅਲੈਕੁਮ। ਅਫਜ਼ਲ ਪਾਰਸ ਸਾਹਿਬ ਬੜੇ ਮਰੂਫ ਔਰ ਉਸਤਾਦ ਸ਼ਾਇਰ ਨੇ, ਨਾਵਲ ਨਗਾਰ ਨੇ, ਔਰ ਪੰਜਾਬੀ 'ਚ ਹੁਣੇ ਨਾਵਲ ਇਹਨਾਂ ਇੱਕ ਲਿਖਿਆ ਆ ਰਿਹਾ ਇਹਨਾਂ ਦਿਨਾਂ 'ਚ। ਲਾਹੌਰ ਵਸਦੇ ਨੇ, ਪਿੱਛੋਂ ਬੂਰੇ ਵਾਲੇ ਦੇ ਨੇ, ਬਹੁਤ ਸੋਹਣੇ ਲੇਖਕ ਨੇ ਉਹ। ਇਹਨਾਂ ਨੇ ਵੀ ਅੱਜ ਮੇਰੇ 3-4 ਲੋਕਾਂ ਨਾਲ ਗੱਲ ਹੋਈ ਸੁਬਾਹ। ਡਾਕਟਰ ਕਰਾਮਤ ਮੁਗਲ ਲਾਹੌਰ ਸਾਡੇ ਨੇ, ਬਹੁਤ ਸੋਹਣੀ ਕਹਾਣੀ ਲਿਖਦੇ ਨੇ। ਉਹ ਵੀ ਅਣਖੀ ਸਾਹਿਬ ਤੋਂ ਬੜੇ ਮੁਤਾਸਰ ਨੇ, ਉਹਨਾਂ ਨੇ ਸਾਰਾ ਉਹਨਾਂ ਨੂੰ ਪੜ੍ਹਿਆ ਹੋਇਆ। ਔਰ ਇਹ ਖੜਕ ਸਿੰਘ ਵਾਲੇ ਜਿਹੜੇ ਨਾਵਲ, ਇਹ ਬੜਾ, ਇਹਦਾ ਬੜਾ ਰੌਲਾ ਹੈ, ਪਤਾ ਨਹੀਂ ਕੀ ਵਜ੍ਹਾ ਲੋਕਾਂ ਦੇ ਦਿਲਾਂ 'ਚ ਕਿਉਂ ਵੱਸਦਾ ਹੈ। ਇਹਦੇ 'ਚ ਕੋਈ ਖਾਸ ਕੋਠੇ ਖੜਕ ਸਿੰਘ ਬਹੁਤ ਚੰਗਾ ਨਾਵਲ ਹੈ ਇਹ ਕੋਠੇ ਖੜਕ ਸਿੰਘ। ਇਹਨੂੰ ਇੱਕ ਤਾਂ ਭਾਰਤੀ ਸਾਹਿਤ ਅਕੈਡਮੀ ਦਾ ਅਵਾਰਡ ਮਿਲਿਆ ਸੀ, ਦੂਸਰਾ ਆਪਣੇ ਆਪ ਦੇ ਵਿੱਚ ਇਹ ਇੱਕ ਐਪਿਕ ਹੈ, ਮਹਾਕਾਵਿ ਹੈ। ਇਸ ਦੇ ਵਿੱਚ ਤੁਹਾਨੂੰ ਇੱਕ ਸਮੁੱਚਾ ਪਿੰਡ, ਔਰ ਗੱਲ ਚੱਲੀ ਹੈ ਕੋਠੇ ਖੜਕ ਸਿੰਘ ਦੀ, ਆਪਾਂ ਇਸ ਗੱਲ ਤੋਂ ਹੀ ਅੱਗੇ ਗੱਲ ਵਧਾਉਣੇ ਆ ਜ਼ਰੂਰ। ਕੋਠੇ ਖੜਕ ਸਿੰਘ ਨਾਵਲ ਦੇ ਵਿੱਚ ਮੈਂ ਤੁਹਾਨੂੰ ਇੱਕ ਦਿਲਚਸਪ ਗੱਲ ਸੁਣਾਉਣੀ ਚਾਹੁੰਦਾ, ਸ਼ਾਇਦ ਨਵੀਂ ਪੀੜ੍ਹੀ ਨੂੰ ਇਹ ਚੰਗੀ ਲੱਗੇ ਤੇ ਉਹ ਇਸ ਨਾਵਲ ਨੂੰ ਪੜ੍ਹਨ ਬਾਰੇ ਸੋਚੇ ਜੀ। ਜਦੋਂ ਰਾਮ ਸਰੂਪ ਅਣਖੀ ਉਹਨਾਂ ਨੇ ਇਹ ਨਾਵਲ ਲਿਖਿਆ, ਉਹ ਲਿਖਣ ਤੋਂ ਪਹਿਲਾਂ ਉਹਨਾਂ ਨੇ ਸਭ ਤੋਂ ਪਹਿਲਾਂ ਜਿੱਥੇ ਇਹ ਨਾਵਲ ਵਾਪਰੂਗਾ, ਇੱਕ ਪਿੰਡ ਉਹਨਾਂ ਨੂੰ ਚਾਹੀਦਾ ਸੀ ਜਿਹੜਾ ਘਟਨਾ ਸਥਲ ਹੋਊਗਾ ਇਸ ਨਾਵਲ 'ਚ, ਜਿਹਦਾ ਨਾਮ ਉਹਨਾਂ ਨੇ ਰੱਖਿਆ ਕੋਠੇ ਖੜਕ ਸਿੰਘ। ਹੁਣ ਉਹ ਪਿੰਡ ਜਿਹਦੇ ਵਿੱਚ ਇੰਨੇ ਘਰ, ਇੰਨੇ ਮਹੱਲੇ, ਇੰਨੇ ਲੋਕ, ਇੰਨੇ ਰਿਸ਼ਤੇ, ਇੰਨੇ ਕਿੱਤੇ, ਉਹ ਸਾਰੇ ਇੱਕ ਪਿੰਡ ਦੇ ਵਿੱਚ ਮਿਲ ਨਹੀਂ ਰਹੇ ਸੀ। ਫਿਰ ਰਾਮ ਸਰੂਪ ਅਣਖੀ ਉਹਨਾਂ ਨੇ ਇੱਕ ਕਾਲਪਨਿਕ ਪਿੰਡ ਵਸਾਇਆ। ਇਹ ਬੜੀ ਇਮੈਜੀਨੇਸ਼ਨ ਆ ਉਹਨਾਂ ਦੀ। ਉਹਨਾਂ ਨੇ ਇੱਕ ਕਾਲਪਨਿਕ ਪਿੰਡ ਵਸਾਇਆ ਔਰ ਉਹਨਾਂ ਨੇ ਸਕੂਲ ਦੇ ਵਿੱਚ ਜਿਹੜੇ ਬੱਚੇ ਕਾਪੀਆਂ ਦੇ ਉੱਤੇ ਕੰਮ ਕਰਦੇ ਨੇ,
ਬਹੁਤ ਸਾਰੀਆਂ ਕਾਪੀਆਂ ਅਣਖੀ ਜੀ ਆਪ ਦੱਸਦੇ ਹੁੰਦੇ ਸੀ, ਅਸੀਂ ਉਹਨਾਂ ਦੀ ਜ਼ੁਬਾਨ ਤੋਂ ਸੁਣਿਆ। ਕਹਿੰਦੇ ਪਹਿਲਾਂ ਮੈਂ ਜਦੋਂ ਕੋਈ ਨਾਵਲ ਲਿਖਣਾ ਤਾਂ 1-2 ਕਾਪੀਆਂ ਲੈ ਆਉਣੀਆਂ, ਕੋਈ ਕਹਾਣੀ ਲਿਖਣੀ 1 ਅੱਧੀ ਕਾਪੀ ਲੈ ਆਉਣੀ, ਇੱਕੋ ਹੀ ਦੁਕਾਨ ਤੋਂ ਕਾਪੀਆਂ ਲੈਂਦਾ ਸੀ। ਜਦੋਂ ਨਾਵਲ ਕੋਠੇ ਖੜਕ ਸਿੰਘ ਲਿਖਣਾ ਸੀ ਤਾਂ ਬਹੁਤ ਸਾਰੀਆਂ ਕਾਪੀਆਂ ਦਾ ਢੇਰ ਉਸ ਦੁਕਾਨਦਾਰ ਤੋਂ ਖਰੀਦਿਆ। ਅੱਛਾ। ਜਦੋਂ ਢੇਰ ਖਰੀਦਿਆ ਤਾਂ ਦੁਕਾਨਦਾਰ ਹੈਰਾਨ ਹੋਇਆ ਵੀ 1-2 ਕਾਪੀਆਂ ਲੈਣ ਵਾਲਾ ਅੱਜ ਕਿੰਨੀਆਂ ਕਾਪੀਆਂ ਲੈ ਕੇ ਜਾ ਰਿਹਾ। ਉਹਨੂੰ ਉਹਨੂੰ ਸ਼ੱਕ ਜਿਹਾ ਵੀ ਹੋਇਆ। ਉਹ ਦੂਰ ਕਰਨ ਵਾਸਤੇ ਦੁਕਾਨਦਾਰ ਨੇ ਉਹਨੂੰ ਟਿੱਚਰ ਮਾਰੀ, ਮਜ਼ਾਕ ਕੀਤਾ। ਕਹਿੰਦਾ ਅਣਖੀ ਸਾਹਿਬ, ਐਂ ਲੱਗਦਾ ਵੀ ਜਿਵੇਂ ਕਿਸੇ ਵੱਡੀ ਮਾਰ ਤੇ ਹੁੰਨੇ ਹੁਣ, ਹੈ ਇੰਨੀਆਂ ਕਾਪੀਆਂ। ਅਣਖੀ ਸਾਹਿਬ ਕਹਿੰਦੇ ਦੁਕਾਨਦਾਰ ਨੇ ਇਹ ਗੱਲ ਪਛਾਣ ਲਈ ਸੀ। ਔਰ ਫਿਰ ਉਹਨਾਂ ਨੇ ਦੂਸਰੀ ਗੱਲ ਮੈਨੂੰ ਇੰਟਰਸਟਿੰਗ ਲੱਗਦੀ ਹੈ ਇਸ ਬਾਰੇ ਕਿ ਉਹ ਕਾਲਪਨਿਕ ਪਿੰਡ ਵਸਾਇਆ। ਇਸ ਤੋਂ ਵੀ ਅੱਗੇ ਜਦੋਂ ਉਹਨਾਂ ਨੇ ਉਹ ਨਾਵਲ ਲਿਖ ਲਿਆ ਤਾਂ ਨਾਵਲ ਦੇ ਵਿੱਚ ਸਾਰੇ ਮਹੱਲੇ, ਇੰਨੇ ਲੋਕ ਹੁੰਦੇ ਨੇ ਇੱਕ ਪਿੰਡ ਦੇ ਵਿੱਚ, ਇੰਨੇ ਘਰ ਹੁੰਦੇ ਨੇ, ਉਹਨਾਂ ਲੋਕਾਂ ਦੇ ਰਿਸ਼ਤੇ ਹੁੰਦੇ ਨੇ, ਕਿੱਤੇ ਹੁੰਦੇ ਨੇ, ਉਮਰਾਂ ਹੁੰਦੀਆਂ ਨੇ, ਉਹਨਾਂ ਦੇ ਨਾਮ ਹੁੰਦੇ ਨੇ। ਇਹ ਸਾਰਾ ਕੁਝ ਕੋਠੇ ਖੜਕ ਸਿੰਘ ਦੇ ਵਿੱਚ ਉਸ ਪਿੰਡ ਦੇ ਲੋਕਾਂ ਦੇ ਬਾਰੇ ਹੈਗਾ। ਅਣਖੀ ਜੀ ਕਹਿੰਦੇ ਜਦੋਂ ਮੈਂ ਉਹਦਾ ਪਹਿਲਾ ਡਰਾਫਟ ਨਾਵਲ ਦਾ ਲਿਖ ਲਿਆ, ਕਾਪੀਆਂ ਸਾਰੀਆਂ ਐ ਢੇਰੀ ਲਾ ਕੇ ਰੱਖਤੀਆਂ। ਹੁਣ ਕੁਝ ਮਹੀਨਿਆਂ ਬਾਅਦ, ਵਕਫੇ ਤੋਂ ਬਾਅਦ, ਉਸ ਨਾਵਲ ਨੂੰ ਚੱਕ ਕੇ ਸੋਧਣਾ ਹੈ। ਅਣਖੀ ਜੀ ਕਹਿੰਦੇ ਮੈਨੂੰ ਬੜੀ ਵੱਡੀ ਸਮੱਸਿਆ ਆਈ ਕਿ ਮੈਨੂੰ ਤਾਂ ਯਾਦ ਹੀ ਨਹੀਂ ਵੀ ਕਿੰਨੇ ਕੁ ਮਹੱਲੇ ਨੇ, ਕਿੰਨੇ ਕੁ ਲੋਕ ਨੇ, ਕਿੰਨੇ ਕੁ ਨਾਮ ਨੇ ਉਹਨਾਂ ਦੇ, ਕਿਹਦੇ ਨਾਲ ਕੀ ਰਿਸ਼ਤਾ ਹੈ। ਅਣਖੀ ਜੀ ਕਹਿੰਦੇ ਫਿਰ ਮੈਂ ਡਾਕਟਰ ਕ੍ਰਾਂਤੀਪਾਲ, ਉਹਨਾਂ ਦਾ ਬੇਟਾ ਹੈ, ਕਹਿੰਦੇ ਉਹਦੀ ਡਿਊਟੀ ਲਾਈ ਕਿ ਕ੍ਰਾਂਤੀ ਤੂੰ ਇਸ ਤਰ੍ਹਾਂ ਕਰ, ਇੱਕ ਹੋਰ ਕਾਪੀ ਲੈ ਕੇ ਖਾਲੀ, ਇਹ ਸਾਰੀਆਂ ਕਾਪੀਆਂ ਪੜ੍ਹ ਨਾਵਲ ਦੀਆਂ, ਉਹਦੇ ਵਿੱਚ ਤੂੰ ਇਹ ਲਿਸਟਾਂ ਬਣਾ ਕਿ ਆਹ ਮਹੱਲੇ ਨੇ ਉਹਨਾਂ ਦੇ ਨਾਮ ਲਿਖ, ਆਹ ਬੰਦੇ ਨੇ, ਆਹ ਉਹਨਾਂ ਦੇ ਨਾਮ ਨੇ, ਹਰੇਕ ਬੰਦੇ ਦਾ ਆਹ ਕਿੱਤਾ ਹੈ, ਉਹਦਾ ਫਲਾਣੇ ਨਾਲ ਫਲਾਣਾ ਲਿਸਟਾ ਹੈ। ਡਾਕਟਰ ਕ੍ਰਾਂਤੀਪਾਲ ਨੇ ਇੱਕ, ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਪ੍ਰਮਾਣ ਦਿੱਤਾ ਉਸ ਵਕਤ, ਰਾਮ ਸਰੂਪ ਅਣਖੀ ਦੀ ਗਲਪੀ ਧਰੋਹਰ ਹੈ ਜਿਹੜੀ ਨੂੰ ਅੱਗੇ ਤੁਰਨ ਵਾਸਤੇ। ਉਦੋਂ ਉਹਨਾਂ ਨੇ ਪ੍ਰਮਾਣ ਦਿੱਤਾ। ਕ੍ਰਾਂਤੀਪਾਲ ਨੇ ਕਾਪੀ ਚੱਕ ਕੇ ਸੱਚਮੁੱਚ ਕੋਠੇ ਖੜਕ ਸਿੰਘ ਦੇ ਵਿੱਚ ਜਿੰਨੀਆਂ ਵੀ ਕੋਰਿਲੇਸ਼ਨਸ ਬਣਦੀਆਂ ਸੀ, ਉਹ ਕਾਪੀ, ਪੈਨ ਲੈ ਕੇ, ਪੈਨਸਿਲ ਲੈ ਕੇ ਉਹਨਾਂ ਨੂੰ ਬਣਾਇਆ ਤੇ ਰਾਮ ਸਰੂਪ ਅਣਖੀ ਜੀ ਨੂੰ ਨਾਵਲ ਦਾ ਉਲਝਿਆ ਹੋਇਆ ਮਸਲਾ ਜਿਹੜਾ ਸੁਲਝਾ ਕੇ ਦਿੱਤਾ। ਉਸ ਤੋਂ ਬਾਅਦ ਉਹਨਾਂ ਨੇ ਉਹ ਸੋਧਿਆ। ਸੋਧਣ ਤੋਂ ਬਾਅਦ ਜਦੋਂ ਛਪਿਆ ਤਾਂ ਬਹੁਤ ਪੜ੍ਹਿਆ ਗਿਆ, ਸਾਹਿਤ ਅਕੈਡਮੀ ਦੇ ਅਵਾਰਡ ਤੱਕ ਉਹ ਪਹੁੰਚਿਆ, ਬਹੁਤ ਸਾਰੀਆਂ ਜ਼ੁਬਾਨਾਂ ਦੇ ਵਿੱਚ ਅਨੁਵਾਦ ਹੋਇਆ। ਔਰ ਤੁਸੀਂ ਹੈਰਾਨ ਹੋਵੋਗੇ, ਹੁਣ ਵੀ ਜਦੋਂ ਅਸੀਂ ਕਿਸੇ ਬੰਦੇ ਨੂੰ, ਸਾਹਿਤ ਪੜ੍ਹਨ ਵਾਲੇ ਨੂੰ ਪਿੰਡ ਸ਼ਹਿਰ ਦੇ ਵਿੱਚ ਮਿਲਦੇ ਹਾਂ ਤਾਂ ਉਹ ਗੱਲਾਂ ਕਰਦਾ ਕਰਦਾ ਸਾਨੂੰ ਪੁੱਛਦਾ ਹੈ ਕਿ ਭਾਈ ਤੂੰ ਕੋਠੇ ਖੜਕ ਸਿੰਘ ਪੜ੍ਹਿਆ? ਮੈਂ ਕਹਿੰਦਾ ਹਾਂ ਪੜ੍ਹਿਆ। ਬੇਅੰਤ ਬਾਜਵਾ ਜੀ, ਤੁਹਾਨੂੰ ਇੱਕ ਮੈਂ ਬੜੀ ਇੰਟਰਸਟਿੰਗ ਛੋਟੀ ਜਿਹੀ ਗੱਲ ਸੁਣਾਵਾਂ, ਅਣਖੀ ਦੀਆਂ ਯਾਦਾਂ ਨਾਲ ਜੁੜੀ ਹੋਈ ਹੈ ਕਿ ਉਹਨਾਂ ਦਾ ਕਿੰਨਾ, ਅਸੀਂ ਜਿਹੜੇ ਸਾਹਿਤ ਲਿਖਣ ਨਾਲ, ਪੜ੍ਹਨ ਨਾਲ, ਖੋਜ ਕਰਨ ਨਾਲ, ਪੜ੍ਹਾਉਣ ਨਾਲ ਜੁੜੇ ਹੋਏ ਲੋਕ ਆ, ਸਾਡੇ ਬਾਰੇ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅਸੀਂ ਅਣਖੀ ਜੀ ਤੇ ਉਹਨਾਂ ਦੇ ਸਾਹਿਤ ਨਾਲ ਜੁੜੇ ਹੋਏ ਹਾਂ। ਹੈਰਾਨੀ ਦੀ ਹੱਦ ਗੱਲ ਉਦੋਂ ਹੁੰਦੀ ਹੈ ਜਦੋਂ ਇੱਕ ਸਾਹਿਤ ਨਾ ਪੜ੍ਹਨ ਵਾਲਾ ਬੰਦਾ ਵੀ ਉਹਨਾਂ ਬਾਰੇ ਜਾਣਦਾ, ਉਹਨਾਂ ਦੇ ਸਾਹਿਤ ਬਾਰੇ ਜਾਣਦਾ। ਸਾਡੇ ਨਜ਼ਦੀਕ ਅਮਰਗੜ੍ਹ ਦੇ ਇੱਕ ਪਿੰਡ ਹੈ ਚੌਂਦਾ। ਇੱਕ ਦਿਨ ਮੈਂ ਤੇ ਮੇਰੀ ਮਿਸੇਜ, ਟੀਚਰ ਆ ਸਵਰਨ ਕੌਰ ਰਾਜੂ, ਉਹਦੀ ਕਿਸੇ ਸਹਿਕਰਮੀ ਮੈਡਮ ਦੇ ਘਰ ਪਾਠ ਦਾ ਭੋਗ ਸੀ, ਉੱਥੇ ਗਏ। ਬੇਅੰਤ ਜੀ, ਤੁਹਾਨੂੰ ਇਹ ਹੈਰਾਨੀ ਹੋਊਗੀ, ਖੁਸ਼ੀ ਵੀ ਜਾਣ ਕੇ ਕਿ ਉਹ ਮੈਡਮ ਪਿੰਡ ਧੌਲਾ ਤੋਂ ਹੈ। ਜਦੋਂ ਅਸੀਂ ਉਸ ਘਰ ਦੇ ਵਿੱਚ ਗਏ, ਭੋਗ ਤੋਂ ਬਾਅਦ ਬੈਠੇ ਆ ਤਾਂ ਉੱਥੇ ਉਹਨਾਂ ਦੇ ਆਏ ਹੋਏ ਰਿਸ਼ਤੇਦਾਰ ਵੀ ਬੈਠੇ ਨੇ। ਮੇਰੇ ਨਾਲ ਇੱਕ ਮੇਰਾ ਸਾਹਿਤਕਾਰ ਦੋਸਤ ਸੀ ਮਲਕੀਤ ਸਿੰਘ ਬਲਿੰਗ। ਅਸੀਂ ਗੱਲਾਂ ਕਰਨ ਲੱਗ ਪਏ ਰਾਮ ਸਰੂਪ ਅਣਖੀ ਦੀਆਂ। ਕੋਲ ਇੱਕ ਬੰਦਾ ਬੈਠਾ ਸੀ, ਬਹੁਤ ਬਜ਼ੁਰਗ, ਬਹੁਤ ਹੀ ਬਜ਼ੁਰਗ। ਉਹ ਗੱਲਾਂ ਸਾਡੀਆਂ ਧਿਆਨ ਨਾਲ ਸੁਣਨ ਲੱਗਿਆ। ਸੁਣਦੇ ਸੁਣਦੇ ਉਸਨੇ ਪੁੱਛਿਆ ਸਾਡੇ ਵੱਲ ਨੂੰ ਐ ਮੂੰਹ ਕਰਕੇ, ਕਹਿੰਦਾ ਭਾਈ ਇੱਕ ਗੱਲ ਦੱਸੋ। ਮੈਂ ਕਿਹਾ ਹਾਂਜੀ। ਕਹਿੰਦਾ ਤੁਸੀਂ ਧੌਲੇ ਵਾਲੇ ਅਣਖੀ ਦੀਆਂ ਗੱਲਾਂ ਕਰਦੇ ਹੋ? ਮੈਂ ਉਸਦੇ ਮੂੰਹ ਨਾਲ ਬੜੀ ਹੈਰਾਨੀ ਨਾਲ ਦੇਖਿਆ, ਉਹਦੇ ਮੂੰਹ ਵੱਲ। ਮੈਂ ਕਿਹਾ ਬਾਬਾ ਜੀ ਵੀ ਤੁਸੀਂ ਅਣਖੀ ਨੂੰ ਕਿਵੇਂ ਜਾਣਦੇ ਹੋ? ਤੁਸੀਂ ਉਹਦਾ ਕੋਈ ਨਾਵਲ, ਕਹਾਣੀ, ਸਾਹਿਤ ਪੜ੍ਹਿਆ? ਉਹ ਕਹਿੰਦੇ ਨਹੀਂ, ਮੈਂ ਉਹਦਾ ਪੜ੍ਹਿਆ ਤਾਂ ਕੁਛ ਨਹੀਂ, ਪਰ ਮੈਂ ਇਹ ਜਾਣਦਾ ਕਿ ਉਹਨੇ ਬਹੁਤ ਕੁਛ ਲਿਖਿਆ। ਕਹਿੰਦੇ ਮੇਰਾ ਪਿੰਡ ਧੌਲਾ ਹੈ, ਮੈਂ ਆਪਣੇ ਪਿੰਡ ਦੇ ਲੇਖਕ ਨੂੰ ਜਾਣਦਾ ਕਿ ਉਸ ਪਿੰਡ ਦਾ। ਮੈਨੂੰ ਲੱਗਦਾ ਕਿ ਲੇਖਕ ਦੀ, ਉਸ ਦੇ ਨਾਮ ਦੀ, ਉਹਦੀ ਰਚਨਾ ਦੀ ਜਦੋਂ ਰਸਾਈ ਹੈ ਇੱਥੋਂ ਤੱਕ ਹੋਣ ਲੱਗ ਜਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਰਾਮ ਸਰੂਪ ਅਣਖੀ ਜੀ ਯਹੀ ਕਹੀ ਹੈ, ਉਹ ਕਿਤੇ ਨਹੀਂ ਗਏ। ਬਹੁਤ ਸੋਹਣਾ ਭਾਈ ਸਾਹਿਬ, ਤੁਸੀਂ ਕਰੋ ਕੋਈ ਗੱਲ ਉਹਨਾਂ ਦੇ ਹਵਾਲੇ ਨਾਲ, ਕੋਈ ਗੱਲ ਬਾਇਓ ਸਾਹਿਬ ਸਾਂਝੀ ਕਰੋ।
ਜੀ ਬਿਲਕੁਲ ਜੀ। ਰਾਣਾ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਹੈ ਤੇ ਮੈਂ ਇੱਕ ਇੱਥੇ ਸਵਾਲ ਰੱਖਣਾ ਚਾਹਣਾ, ਕਿਉਂਕਿ ਇਹ ਸਵਾਲ ਦੀਪ ਦਵਿੰਦਰ ਸਿੰਘ ਜੀ ਨੇ ਕੀਤਾ ਆਪਣੇ ਨੇ। ਕਹਿੰਦੇ ਰਾਣੇ ਬਾਜੀ ਅਣਖੀ ਸਾਹਿਬ ਨੇ ਛੋਟੀ ਕਿਸਾਨੀ ਬਾਰੇ, ਅਣਖੀ ਸਾਹਿਬ ਨੇ ਲਿਖਿਆ ਗਾ ਛੋਟੀ ਕਿਸਾਨੀ ਦੇ ਦੁੱਖ ਦਿਖਾਂਤ ਬਾਰੇ ਲਿਖਿਆ, ਵੀ ਉਹਦੇ ਬਾਰੇ ਥੋੜਾ ਜਿਹਾ ਜ਼ਰੂਰ ਚਾਨਣਾ ਪਾ ਕੇ ਜਾਇਓ। ਹਾਂਜੀ, ਬਹੁਤ ਸੋਹਣਾ। ਸਭ ਤੋਂ ਪਹਿਲੀ ਤਾਂ ਗੱਲ, ਦੀਪ ਦਵਿੰਦਰ ਜੇਕਰ ਇਸ ਟਾਈਮ ਸੁਣ ਰਹੇ ਨੇ ਤਾਂ ਮੇਰੇ ਵੱਲੋਂ ਵੀ ਤੁਹਾਡੇ ਵੱਲੋਂ ਵੀ ਉਹਨਾਂ ਦਾ ਸਵਾਗਤ ਹੈ। ਉਹ ਇਸ ਕਰਕੇ ਕਿਉਂਕਿ ਪੰਜਾਬੀ ਕਹਾਣੀ ਨੂੰ ਜਿਹੜੀ ਨਵੀਂ ਪੀੜ੍ਹੀ ਅੱਗੇ ਲੈ ਕੇ ਜਾ ਰਹੀ ਹੈ, ਦੀਪ ਦਵਿੰਦਰ ਵੀ ਲਾਜ਼ਮੀ ਤੌਰ ਦੇ ਉੱਤੇ ਉਹਨਾਂ ਦੇ ਵਿੱਚੋਂ ਇੱਕ ਕਹਾਣੀਕਾਰ ਨੇ ਅੰਮ੍ਰਿਤਸਰ ਤੋਂ, ਬਹੁਤ ਅੱਛੀ ਕਹਾਣੀ ਲਿਖਦੇ ਨੇ। ਤਲਵਿੰਦਰ ਸਿੰਘ ਹੋਣਾ ਨਾਲ ਰਲ ਕੇ ਇਹਨਾਂ ਨੇ ਪਾਕਿਸਤਾਨ ਦੀ ਉਰਦੂ ਜਿਹੜੀ ਪੰਜਾਬੀ ਕਹਾਣੀ ਹੈ ਉਸ ਨੂੰ ਇੱਥੋਂ ਦੇ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਕਹਾਣੀ ਪੜ੍ਹਨ ਵਾਲੇ ਨੇ ਉਹਨਾਂ ਤੱਕ ਲਿਆਉਣ ਦੇ ਲਈ ਇੱਕ ਅਨੁਵਾਦਕ ਦੇ ਤੌਰ ਤੇ, ਇੱਕ ਸੰਪਾਦਕ ਦੇ ਤੌਰ ਤੇ, ਇੱਕ ਸਹਾਇਕ ਦੇ ਤੌਰ ਤੇ ਤਲਵਿੰਦਰ ਸਿੰਘ ਨਾਲ ਪੁਲ ਦਾ ਕੰਮ ਕੀਤਾ ਹੈ। ਦੀਪ ਦਵਿੰਦਰ ਹੋਣੀ ਮੈਨੂੰ ਇਸ ਗੱਲ ਕਰਕੇ ਵੀ ਚੰਗੇ ਲੱਗਦੇ ਨੇ, ਉਹ ਕਹਾਣੀ ਤਾਂ ਚੰਗੀ ਲਿਖਦੇ ਨੇ। ਹੁਣ ਆਪਾਂ ਉਹਨਾਂ ਦੇ ਸਵਾਲ ਦੇ ਉੱਤੇ ਆਉਂਦੇ ਹਾਂ। ਸਵਾਲ ਹੈ ਕਿ ਰਾਮ ਸਰੂਪ ਅਣਖੀ ਉਹਨਾਂ ਨੇ ਛੋਟੀ ਕਿਸਾਨੀ ਹੈ ਜਿਹੜੀ ਮਾਲਵੇ ਦੀ, ਉਸ ਬਾਰੇ ਆਪਣੀ ਕਹਾਣੀ ਤੇ ਨਾਵਲ ਦੇ ਵਿੱਚ ਕਿਸ ਕਿਸਮ ਦਾ ਜਿਹੜਾ ਬਿੰਬ ਹੈ ਉਹ ਉਸਾਰਿਆ, ਕਿਸ ਕਿਸਮ ਦਾ ਦ੍ਰਿਸ਼ ਹੈ ਜਿਹੜਾ ਉਹ ਚਿਤਰਿਆ। ਜਵਾਬ ਸਿੱਧਾ ਹੈ ਕਿ ਰਾਮ ਸਰੂਪ ਅਣਖੀ ਖੁਦ ਇੱਕ ਖੇਤੀ ਕਰਨ ਵਾਲੇ ਪਰਿਵਾਰ ਦੇ ਵਿੱਚੋਂ ਸੀ। ਬੇਅੰਤ ਬਾਜਵਾ ਜੀ ਨੇ ਆਪਣੇ ਪਹਿਲੇ ਨਾਵਲ ਦੇ ਵਿੱਚ ਜਿਹੜੀ ਇਹਨਾਂ ਨੇ ਆਪਣਾ ਸਵੈ ਕਥਨ ਲਿਖਿਆ, ਉਸ ਦੇ ਵਿੱਚ ਇਹਨਾਂ ਨੇ ਲਿਖਿਆ ਕਿ ਸਾਡੇ ਗੁਆਂਢ ਦੇ ਵਿੱਚ ਜਿਹੜਾ ਖੇਤ ਸੀ, ਸਾਡੀ ਵੱਟ ਨਾ ਵੱਟ ਲੱਗਦੀ ਸੀ ਰਾਮ ਸਰੂਪ ਅਣਖੀ ਉਹਨਾਂ ਦੇ ਖੇਤ ਦੀ। ਉਹ ਸਾਡੇ ਬਜ਼ੁਰਗਾਂ ਕੋਲ, ਵੱਡਿਆਂ ਕੋਲ ਕਈ ਵਾਰ ਆਉਂਦੇ ਹੁੰਦੇ, ਅਸੀਂ ਛੋਟੇ ਉਹਨਾਂ ਨੂੰ ਦੇਖਦੇ ਹੁੰਦੇ। ਬੇਅੰਤ ਬਾਜਵਾ ਹੋਣਾ ਦੀ ਜ਼ੁਬਾਨ ਤੋਂ ਇਹ ਗੱਲ ਮੈਂ ਉਸ ਨਾਵਲ ਦੇ ਵਿੱਚੋਂ ਪੜ੍ਹੀ ਲਿਖੀ ਹੋਈ। ਔਰ ਜਦੋਂ ਅਸੀਂ ਉਹਨਾਂ ਦੇ ਨਾਵਲ ਪੜ੍ਹਦੇ ਹਾਂ, ਰਾਮ ਸਰੂਪ ਅਣਖੀ ਉਹਨਾਂ ਦੀਆਂ ਕਹਾਣੀਆਂ ਪੜ੍ਹਦੇ ਹਾਂ, ਤਾਂ ਬਹੁ ਗਿਣਤੀ ਨਾਵਲਾਂ ਤੇ ਕਹਾਣੀਆਂ ਦੇ ਵਿੱਚ ਛੋਟੀ ਕਿਸਾਨੀ ਦਾ ਸੰਕਟ ਹੈ ਜਿਹੜਾ ਰਾਮ ਸਰੂਪ ਅਣਖੀ ਉਹਨਾਂ ਨੇ ਉਹ ਉੱਭਰਦਾ। ਉਹਨਾਂ ਨੇ ਇੱਕ ਕਿਤਾਬ ਦੀ ਭੂਮਿਕਾ ਦੇ ਵਿੱਚ ਲਿਖਿਆ ਹੋਇਆ, ਮੈਨੂੰ ਅੱਜ ਵੀ ਯਾਦ ਹੈ। ਕਹਿੰਦੇ ਮਾਲਵੇ ਦੇ ਵਿੱਚ, ਪੰਜਾਬ ਦੇ ਵਿੱਚ ਛੋਟੀ ਕਿਸਾਨੀ ਦਾ ਕਿੱਤਾ ਜਿਹੜਾ ਉਹ ਪਹਾੜ ਨਾਲ ਮੱਥਾ ਲਾਉਣ ਵਰਗੀ ਗੱਲ ਹੈ। ਪਹਾੜ ਨਾਲ ਮੱਥਾ ਲਾਉਣ ਵਾਲੇ ਬੰਦੇ ਦਾ ਕੀ ਹਸ਼ਰ ਹੁੰਦਾ ਇਹ ਸਾਰੇ ਜਾਣਦੇ ਨੇ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪੰਜਾਬ ਦੀ ਕਿਸਾਨੀ ਹੈ ਜਿਹੜੀ ਉਹ ਖੁਦਕਸ਼ੀਆਂ ਦੇ ਕਗਾਰ ਦੇ ਉੱਤੇ ਪਹੁੰਚੀ ਹੋਈ ਹੈ। ਜਿਹੜੀ ਸਪਰੇਅ, ਜਿਹੜੀ ਦਵਾਈ ਫਸਲ ਦੇ ਵਿੱਚ ਪਾ ਕੇ ਉਹ ਝਾੜ ਲੈਂਦੇ ਸੀ, ਫਸਲ ਵੱਧ ਪੈਦਾ ਕਰਦੇ ਸੀ ਔਰ ਕਮਾਈ ਵੱਧ ਕਰਦੇ ਸੀ, ਆਪਣੀ ਰੋਜ਼ੀ ਰੋਟੀ ਘਰ ਚਲਾਉਂਦੇ ਸੀ, ਪਰਿਵਾਰ ਚਲਾਉਂਦੇ ਸੀ। ਉਹੀ ਦਵਾਈ ਪੀ ਕੇ, ਉਹੀ ਸਲਫਾਸ ਪੀ ਕੇ, ਉਹੀ ਕੀੜੇ ਮਾਰ ਦਵਾਈ ਪੀ ਕੇ ਕਿਸਾਨ ਹੈ ਜਿਹੜਾ ਅੱਜ ਖੁਦਕਸ਼ੀ ਕਰ ਰਿਹਾ ਹੈ। ਜਦੋਂ ਤੁਸੀਂ ਰਾਮ ਸਰੂਪ ਅਣਖੀ ਉਹਨਾਂ ਦੇ ਨਾਵਲ ਜ਼ਮੀਨਾਂ ਵਾਲੇ ਪੜ੍ਹਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਮਾਲਵੇ ਦੇ ਵਿੱਚ ਕਿਸਾਨੀ ਦਾ, ਪੰਜਾਬ ਦੇ ਵਿੱਚ ਕਿਸਾਨੀ ਦਾ ਸੰਕਟ ਕੀ ਸੀ। ਰਾਮ ਸਰੂਪ ਅਣਖੀ ਦਾ ਨਾਵਲ ਜਦੋਂ ਅਸੀਂ ਸਲਫਾਸ ਪੜ੍ਹਦੇ ਹਾਂ, ਜਦੋਂ ਅਸੀਂ ਕਣਕਾਂ ਦਾ ਕਤਲੇਆਮ ਪੜ੍ਹਦੇ ਹਾਂ, ਤਾਂ ਸਾਨੂੰ ਇਹ ਬਖੂਬੀ ਪਤਾ ਲੱਗਦਾ ਹੈ ਕਿ ਰਾਮ ਸਰੂਪ ਅਣਖੀ ਪੰਜਾਬ ਦੀ ਜ਼ਮੀਨ ਨਾਲ ਜੁੜਿਆ ਹੋਇਆ ਸੀ। ਅਣਖੀ ਦਾ ਸਾਹਿਤ, ਉਹਦੀ ਕਹਾਣੀ ਤੇ ਨਾਵਲ ਖਾਸ ਤੌਰ ਦੇ ਉੱਤੇ ਕਿਸਾਨੀ ਨਾਲ ਜੁੜੇ ਹੋਏ ਸੀ। ਤੁਹਾਨੂੰ ਪੰਜਾਬ ਦੀ ਕਿਸਾਨੀ ਐ ਦੁੱਖ ਭੋਗਦੀ ਹੋਈ, ਤੁਹਾਨੂੰ ਆਰਥਿਕ ਤੌਰ ਦੇ ਉੱਤੇ ਟੁੱਟੀ ਹੋਈ ਪੰਜਾਬ ਦੀ ਕਿਸਾਨੀ ਤੁਹਾਨੂੰ ਦਰਖਤ ਦੇ ਉੱਤੇ ਫਾਹਾ ਲੈ ਕੇ ਝੂਲਦੀ ਹੋਈ ਰੱਸਿਆਂ ਦੇ ਰਾਹੀਂ, ਪੰਜਾਬ ਦੀ ਕਿਸਾਨੀ ਖੇਤ ਮੋਟਰ ਵਾਲੇ ਕੋਠੇ ਕੋਲ ਦਵਾਈ ਪੀ ਕੇ ਮਰੀ ਹੋਈ ਰਾਮ ਸਰੂਪ ਅਣਖੀ ਦੇ ਨਾਵਲਾਂ ਤੇ ਕਹਾਣੀਆਂ ਦੇ ਵਿੱਚੋਂ ਤੁਹਾਨੂੰ ਐ ਮੌਤ ਦਾ ਇੱਕ ਦ੍ਰਿਸ਼ ਬਣ ਕੇ ਦਿਖਾਈ ਦਿੰਦੀ ਹੈ। ਮੈਨੂੰ ਲੱਗਦਾ ਹੁੰਦਾ ਕਿ ਰਾਮ ਸਰੂਪ ਅਣਖੀ ਨੂੰ ਜਦੋਂ ਅਸੀਂ ਕਿਸਾਨੀ ਦੇ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਤਾਂ ਸਾਨੂੰ ਇਹ ਇੱਕ ਲਾਈਨ ਦੇ ਵਿੱਚ, ਫਿਕਰੇ ਦੇ ਵਿੱਚ ਕਹਿਣਾ ਬਣਦਾ ਹੁੰਦਾ ਹੈ ਕਿ ਰਾਮ ਸਰੂਪ ਅਣਖੀ ਪੰਜਾਬ ਦੇ ਕਿਸਾਨੀ ਦਾ ਜਿਹੜਾ ਸੰਕਟ ਹੈ, ਖਾਸ ਤੌਰ ਦੇ ਉੱਤੇ ਕਿਸਾਨੀ ਦਾ ਜਿਹੜਾ ਪੁੱਤ ਹੈ, ਜਿਹੜਾ ਕਿਸਾਨ ਹੈ, ਰਾਮ ਸਰੂਪ ਅਣਖੀ ਕਹਾਣੀ ਦੇ ਵਿੱਚ ਉਹਦਾ ਚਿਤੇਰਾ ਸੀ, ਨਾਵਲ ਦੇ ਵਿੱਚ ਉਹਦਾ ਸਭ ਤੋਂ ਵੱਡਾ ਉਹ ਚਿੱਤਰਕਾਰ ਸੀ। ਉਹਨੇ ਬਹੁਤ ਸ਼ਿੱਦਤ ਦੇ ਨਾਲ ਤੁਹਾਡੇ ਰੌਂਗਟੇ ਖੜੇ ਕਰ ਦੇਣ ਦੇ ਪੱਖ ਤੋਂ ਔਰ ਤੁਹਾਨੂੰ ਇਹ ਝੰਜੋੜਨ ਦੀ ਹੱਦ ਤੱਕ ਕਿਸਾਨੀ ਦੇ ਜਿਹੜੇ ਇੰਨੇ ਜੀਵੰਤ ਤੇ ਮਾਰੂ ਦ੍ਰਿਸ਼ ਨੇ, ਜਿਹੜੇ ਜਿਨ੍ਹਾਂ ਦੀ ਮਾਰ ਹੇਠ ਇਸ ਵਕਤ ਕਿਸਾਨੀ ਆਈ ਹੋਈ ਹੈ, ਉਹ ਚਿੱਤਰੇ ਹੋਏ ਨੇ। ਔਰ ਹੁਣ ਜਿਹੜਾ ਨਾਵਲ ਇਸ ਟਾਈਮ ਸਮਕਾਲੀ ਲਿਖਿਆ ਜਾ ਰਿਹਾ ਹੈ, ਮੈਨੂੰ ਲੱਗਦਾ ਹੁੰਦਾ ਕਿ ਸ਼ਾਇਦ ਅਸੀਂ ਕਿਸਾਨੀ ਦਾ ਸੰਕਟ ਹੈ ਜਿਹੜਾ ਪੰਜਾਬ ਦੀ ਦਾ, ਉਸ ਤੋਂ ਥੋੜਾ ਜਿਹਾ ਪਾਸਾ ਵੱਟ ਕੇ ਜਾਂ ਸਾਈਡ ਵੱਟ ਕੇ ਲੰਘਣ ਲੱਗ ਪਏ ਹਾਂ
ਪਰ ਰਾਮ ਸਰੂਪ ਅਣਖੀ ਦੇ ਨਾਵਲ ਕਿਸਾਨੀ ਦੇ ਵਿੱਚੋਂ ਉਦੈ ਹੁੰਦੇ ਨੇ ਤੇ ਕਿਸਾਨੀ ਦੇ ਵਿੱਚ ਅਸਤ ਹੁੰਦੇ ਨੇ। ਉਹਨਾਂ ਦੀ ਇੱਕ ਕੋਰਿਲੇਸ਼ਨ ਹੈ, ਜਿਹੜਾ ਉਹਨਾਂ ਦਾ ਇੱਕ ਸਰਕਲ ਹੈ, ਉਹਨਾਂ ਦਾ ਘੇਰਾ ਹੈ। ਜਦੋਂ ਅਸੀਂ ਕਾਲਪਨਿਕ ਘੇਰਾ ਦੇਖਦੇ ਹਾਂ ਤਾਂ ਉਹ ਇੱਕ ਇਹ ਵੀ ਬਣਦਾ ਹੈ ਕਿ ਕਿਸਾਨੀ ਦਾ ਰੰਗ ਹੈ, ਜਿਹੜਾ ਸ਼ੇਡ ਹੈ, ਉਹ ਰਾਮ ਸਰੂਪ ਅਣਖੀ ਦੀਆਂ ਕਹਾਣੀਆਂ ਤੇ ਨਾਵਲਾਂ ਦੇ ਵਿੱਚ ਬਹੁਤ ਹੀ ਸਾਨੂੰ ਪ੍ਰਮਾਣਿਕ ਰੂਪ ਦੇ ਵਿੱਚ ਮਿਲਦਾ ਹੈ। ਕਦੇ ਵੀ ਉਹਨਾਂ ਨੇ ਪਾਪੂਲਰ ਹੋਣ ਦੇ ਵਾਸਤੇ ਸਾਹਿਤ ਨਹੀਂ ਲਿਖਿਆ। ਮੈਨੂੰ ਲੱਗਿਆ ਉਹ ਹਮੇਸ਼ਾ ਹੀ ਉਸ ਪਾਤਰ ਨੂੰ, ਉਸ ਘਟਨਾ ਨੂੰ, ਉਸ ਵਿਸ਼ੇ ਤੇ ਸੰਕਟ ਨੂੰ ਚੁਣਦੇ ਸੀ ਜਿਹੜਾ ਪ੍ਰਮਾਣਿਕ ਹੈ। ਐਸੇ ਕਰਕੇ ਉਹਨਾਂ ਦਾ ਲਿਖਿਆ ਹੋਇਆ ਗਲਪ ਹੈ ਜਿਹੜਾ ਉਹ ਪ੍ਰਮਾਣਿਕ ਹੈ। ਅਸੀਂ ਅੱਜ ਵੀ ਉਹਦੀਆਂ ਗੱਲਾਂ ਕਰ ਰਹੇ ਹਾਂ ਔਰ ਹਮੇਸ਼ਾ ਹੁੰਦੀਆਂ ਰਹਿਣਗੀਆਂ। ਵਾਹ ਵਾਹ ਜਸਵੀਰ ਜੀ, ਬਹੁਤ ਸੋਹਣਾ ਤੁਸੀਂ ਜੀ ਜ਼ਰੂਰ ਜੀ। ਰਾਣਾ ਸਾਹਿਬ, ਇੱਥੇ ਤੁਹਾਡੀਆਂ ਗੱਲਾਂ ਦੇ ਵਿੱਚ ਗੱਲ ਮੇਰੇ ਸਾਹਮਣੇ ਆਈ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਉਹ ਹਮੇਸ਼ਾ ਪਾਪੂਲਰ ਹੋਣ ਵਾਸਤੇ ਨਹੀਂ ਲਿਖਿਆ ਉਹਨਾਂ ਨੇ। ਇੱਕ ਗੱਲ ਸ਼ਾਇਦ ਤੁਹਾਡੇ ਜਹਿਨ ਦੇ ਵਿੱਚ ਹੋਵੇ ਇਹ ਗੱਲ ਵੀ, ਅਣਖੀ ਸਾਹਿਬ ਕਹਿੰਦੇ ਹੁੰਦੇ ਸੀ ਵੀ ਕਦੇ ਵੀ ਇਨਾਮਾਂ ਖਨਾਮਾਂ ਲਈ ਨਾ ਲਿਖੋ, ਬਸ ਲਿਖਦੇ ਜਾਓ, ਚੰਗਾ ਲਿਖੋ। ਕਦੇ ਉਹ ਆਪ ਵੀ ਇਨਾਮਾਂ ਖਨਾਮਾਂ ਪਿੱਛੇ ਨਹੀਂ ਭੱਜੇ। ਵਾਹ ਵਾਹ, ਕਿੰਨੀ ਸੋਹਣੀ ਗੱਲ। ਬਿਲਕੁਲ 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 ਕਹਿੰਦੇ ਸੀ। ਵਾਹ, ਇਹ ਦੇਖੋ ਬੇਅੰਤ ਭਾਈ, ਜਿਹੜੀ ਚੰਗੀਆਂ ਗੱਲਾਂ ਹੁੰਦੀਆਂ ਨਾ ਜੀ, ਜਿਸ ਤਰ੍ਹਾਂ ਜਸਵੀਰ ਵੀਰ ਨੇ ਬਹੁਤ ਸੋਹਣੀ ਤਸਵੀਰਕਸ਼ੀ ਕੀਤੀ, ਔਰ ਮੈਂ ਇਸ ਗੱਲ ਤੇ ਵੀ ਤੁਹਾਡਾ ਧੰਨਵਾਦੀ ਹਾਂ ਬੇਅੰਤ ਜੀ, ਕਿਉਂਕਿ ਐਸਾ ਕਹਾਣੀਕਾਰ ਚੁਣਿਆ ਜਿਹੜਾ ਇਹ ਪਹਿਲੇ ਦਿਨਾਂ ਤਕਰੀਬਾਤ ਤੇ ਬੜਾ ਜ਼ਰੂਰੀ ਸੀ। ਜਸਵੀਰ ਵੀਰ ਜਿਵੇਂ ਗੱਲ ਕਰ ਰਹੇ ਹਾਤਾ ਉਹਨਾਂ ਦੀ ਸ਼ਖਸੀਅਤ ਦਾ ਬੜਾ ਸਵਾਦ ਆ ਰਿਹਾ, ਸੁਣਨ ਵਾਲੇ ਵੀ ਬੜੀ ਦਿਲਚਸਪੀ ਦਾ ਇਜ਼ਹਾਰ ਕਰ ਰਹੇ ਨੇ। ਅੱਛਾ, ਮੈਨੂੰ ਲੱਗਦਾ ਹੈ ਕਿ ਜਿਹੜਾ ਵੀ ਚੰਗੀ ਲਿਖਾਰੀ ਹੁੰਦਾ ਉਹ ਆਪਣੇ ਜੀ ਤੁਹਾਡੇ ਨਾਲ ਸਾਂਝ ਪੈ ਗਈ। ਸਾਡੇ ਕੋਲ ਸਾਰੇ ਬੰਦੇ ਹੀਰੇ ਆ, ਜਸਵੀਰ ਰਾਣਾ ਜੀ ਹੋ ਗਏ, ਦਲਜੀਤ ਸ਼ਾਹੀ ਜੀ ਹੋ ਗਏ। ਆਪਾਂ ਇੱਕ ਇੱਕ ਕਰਕੇ ਸਾਰਿਆਂ ਨੂੰ ਲੈ ਕੇ ਆਉਣਾ, ਤੇ ਜਿੱਦੇ ਆਪਣਾ ਇਸ ਹਫ਼ਤੇ ਦਾ ਆਖਰੀ ਆਪਣਾ ਪ੍ਰੋਗਰਾਮ ਹੋਊਗਾ ਉਹਦੇ ਆਪਣਾ ਸਾਰੇ ਕਹਾਣੀਕਾਰ ਇਕੱਠੇ ਕਰਨੇ ਆ। ਸਾਡਾ ਇਹ ਆਪਾਂ ਕਹਿ ਲਈਏ ਵੀ ਇੱਕ ਟੀਮ ਆ, ਇੱਕ ਆਪਾਂ ਕਹਿ ਲਈਏ ਵੀ ਰੀੜ ਦੀ ਹੱਡੀ ਆ ਸਾਹਿਤ ਦੀ, ਚੜ੍ਹਦੇ ਪੰਜਾਬ ਦੀ। ਮੈਨੂੰ ਵੀ ਮਾਣ ਆ ਸਾਰੀ ਕਹਾਣੀਕਾਰ ਜੁੜੇ। ਅਸੀਂ ਇੱਧਰੋਂ ਵੀ ਜ਼ਾਹਦ ਹਸਨ ਨੂੰ ਕਿਹਾ ਜੀ, ਜ਼ਾਹਦ ਹਸਨ ਨੂੰ ਕਿਹਾ, ਅਨਵਰ ਅਲੀ ਨੂੰ ਕਿਹਾ, ਔਰ ਕਰਾਮਤ, ਜਿਹੜੇ ਇੱਧਰ ਵੀ ਸੋਹਣੇ ਕਹਾਣੀਕਾਰ ਨੇ ਉਹ ਵੀ ਜੁੜਨਗੇ ਤੁਹਾਡੇ ਨਾਲ, ਔਰ ਇੱਕ ਸੋਹਣਾ ਇੱਕ ਤਾਲੁਕ ਬਣੇਗਾ ਅਣਖੀ ਸਾਹਿਬ ਦੇ ਵਸੀਲੇ ਨਾਲ। ਅੱਛਾ, ਮੈਂ ਸਮਝਦਾ ਅੱਛਾ ਲਿਖਾਰੀ ਲੈਣਾ ਜੋ ਆਪਣੇ ਆਲੇ ਦੁਆਲੇ ਤੋਂ ਕਦੀ ਵੀ ਅੱਖ ਬਚਾ ਕੇ ਨਹੀਂ ਲੰਘਦਾ, ਉਹ ਆਲੇ ਦੁਆਲੇ ਦੇ ਮਸਲਿਆਂ ਦਾ ਹੱਲ ਵੀ ਦੱਸਦਾ। ਤੇ ਮੈਨੂੰ ਇਹ ਕਦੀ ਕਦੀ ਜਾਪਦਾ ਹੈ ਕਿ ਨਾਵਲ ਦੇ ਵਿੱਚ ਕਈ ਪੜ੍ਹਨਾਂ ਨੂੰ ਪਨਾਹ ਮਿਲਦੀ ਹੈ ਜਦੋਂ ਉਹਦੇ ਆਲੇ ਦੁਆਲੇ ਮਰਜ਼ੀ ਦੀ ਜ਼ਿੰਦਗੀ ਨਹੀਂ ਹੁੰਦੀ, ਤੇ ਨਾਵਲ ਨਗਾਰ ਉਹਦੀ ਰਹਿਨੁਮਾਈ ਕਰਦਾ, ਉਹਨੂੰ ਅੱਗੇ ਲੈ ਕੇ ਟੁਰਦਾ ਹੈ, ਜਿਹੜਾ ਅਣਖੀ ਸਾਹਿਬ ਕਰਦੇ ਰਹੇ। ਅੱਛਾ, ਇਹ ਦੱਸੋ ਜਸਵੀਰ ਵੀਰ ਜੀ, ਅਣਖੀ ਕਿਉਂ ਲਿਖਦੇ ਸਨ? ਅਣਖੀ ਬੜਾ ਸੋਹਣਾ ਸ਼ਬਦ ਹੈ। ਬਹੁਤ ਸੋਹਣਾ ਸਵਾਲ ਪੁੱਛਿਆ ਮਲਿਕ ਸਾਹਿਬ, ਤੁਸੀਂ ਬਹੁਤ ਹੀ ਸੋਹਣਾ ਸਵਾਲ ਪੁੱਛਿਆ। ਇੰਨਾ ਹੀ ਸੋਹਣਾ ਇਹਦਾ ਜਵਾਬ ਹੈ। ਜੀ ਜੀ। ਜਦੋਂ ਰਾਮ ਸਰੂਪ ਅਣਖੀ ਹੋਣੀ ਮਹਿੰਦਰਾ ਕਾਲਜ ਪਟਿਆਲੇ ਵਿੱਚ ਪੜ੍ਹਦੇ ਸੀ ਤਾਂ ਉਸ ਵਕਤ ਉਹਨਾਂ ਦਾ ਕੁਦਰਤੀ ਹੈ ਕਿ ਸਾਹਿਤ ਵੱਲ ਝੁਕਾਅ ਸੀ। ਉਹ ਲਿਖਣ ਪੜ੍ਹਨ ਵਾਲੇ ਜਿਹੜੇ ਮੁੰਡੇ ਸੀ ਉਹਨਾਂ ਦੇ ਵਿੱਚ ਬੈਠਦੇ ਉੱਠਦੇ ਸੀ, ਉਹਨੂੰ ਇਹ ਗੱਲਾਂ ਦੇ ਵਿੱਚ ਦਿਲਚਸਪੀ ਲੈਂਦੇ ਸੀ। ਉਸ ਵਕਤ ਮੁੰਡਿਆਂ ਨੇ ਇੱਕ ਰਾਏ ਬਣਾਈ ਕਿ ਆਪਾਂ ਮਹਿੰਦਰਾ ਕਾਲਜ ਦੇ ਵਿੱਚੋਂ ਇੱਕ ਮੈਗਜ਼ੀਨ ਸ਼ੁਰੂ ਕਰੀਏ, ਤੇ ਉਸ ਮੈਗਜ਼ੀਨ ਦਾ ਪ੍ਰਚਾਰ ਸਕੱਤਰ ਹੈ ਜਿਹੜਾ ਉਹ ਰਾਮ ਸਰੂਪ ਹੁਣਾਂ ਨੂੰ ਬਣਾਇਆ ਗਿਆ। ਉਦੋਂ ਇਹਨਾਂ ਦਾ ਨਾਮ ਕੱਲਾ ਰਾਮ ਸਰੂਪ ਸੀ। ਤੇ ਉਸ ਵਕਤ ਇਹਨਾਂ ਦੀ ਡਿਊਟੀ ਲਾਈ ਗਈ, ਕਹਿੰਦੇ ਵੀ ਫੰਡਿੰਗ ਵੀ ਹੋ ਜੂਗੀ, ਰਚਨਾਵਾਂ ਵੀ ਹੋ ਜਾਣਗੀਆਂ, ਛਪਣ ਛਪਾਈ ਵੀ ਹੋ ਜੂਗੀ, ਸਭ ਤੋਂ ਪਹਿਲਾਂ ਉਹਦਾ ਪ੍ਰਚਾਰ ਜ਼ਰੂਰੀ ਹੈ। ਪ੍ਰਚਾਰ ਸਕੱਤਰ ਲਾਇਆ ਗਿਆ ਰਾਮ ਸਰੂਪ ਅਣਖੀ ਉਹਨਾਂ ਨੂੰ। ਉਹਨਾਂ ਨੇ ਕਿਹਾ, ਕਹਿੰਦੇ ਭਾਈ ਰਾਮ ਸਰੂਪ ਤੂੰ ਇਸ ਤਰ੍ਹਾਂ ਕਰ ਕਿ ਕੋਈ ਸਲੇਟੀਆਂ, ਚਾਕ ਲੈ ਕੇ ਜਾਂ ਕੋਲੇ ਲੈ ਕੇ, ਜਿਹੜੀ ਵੀ ਚੀਜ਼ ਤੁਹਾਡੇ ਕੋਲ ਲਿਖਣ ਵਾਸਤੇ ਹੱਥ ਚ ਆਉਂਦੀ ਆ ਉਸ ਟਾਈਮ ਦੇ ਹਿਸਾਬ ਨਾਲ, ਕਹਿੰਦੇ ਉਹ ਤੂੰ ਸਾਰੇ ਵੱਧ ਤੋਂ ਵੱਧ ਮਸ਼ਹੂਰੀ ਕਰਦੇ, ਐਡ ਕਰਦੇ ਕਿ ਅਣਖੀ ਮੈਗਜ਼ੀਨ ਆ ਰਿਹਾ। ਉਹਦਾ ਨਾਮ ਰੱਖਿਆ ਗਿਆ ਅਣਖੀ। ਮਹਿੰਦਰਾ ਕਾਲਜ ਦੇ ਵਿੱਚ ਮੁੰਡਿਆਂ ਨੇ, ਕਹਿੰਦੇ ਉਹ ਹੈਗਾ ਅਣਖੀ। ਰਾਮ ਸਰੂਪ ਨੇ ਸਾਰੇ ਕਾਲਜ ਦੇ ਵਿੱਚ ਜਿੱਥੇ ਜਿੱਥੇ ਉਹਦਾ ਵਸ ਚੱਲਿਆ ਦੂਰ ਦੂਰ ਤੱਕ ਲਿਖਤਾ ਕਿ ਜਲਦੀ ਹੀ ਪੰਜਾਬੀ ਦਾ ਬਹੁਤ ਖੂਬਸੂਰਤ ਮੈਗਜ਼ੀਨ ਛਪ ਕੇ ਆ ਰਿਹਾ ਅਣਖੀ, ਜਲਦੀ ਹੀ ਪੰਜਾਬੀ ਦਾ ਬਹੁਤ ਖੂਬਸੂਰਤ ਮੈਗਜ਼ੀਨ ਛਪ ਕੇ ਆ ਰਿਹਾ ਅਣਖੀ। ਇਸ ਤਰ੍ਹਾਂ ਉਹਨਾਂ ਨੇ ਬਹੁਤ ਪ੍ਰਚਾਰ ਕਰ ਦਿੱਤਾ। ਔਰ ਕਮਾਲ ਦੀ ਗੱਲ ਮਲਿਕ ਸਾਹਿਬ ਬਾਜਵਾ ਜੀ ਇਹ ਹੋਈ ਕਿ ਉਹ ਮੈਗਜ਼ੀਨ ਛਪਿਆ ਨਹੀਂ। ਛਪਣ ਤੋਂ ਪਹਿਲਾਂ ਹੀ ਉਹ, ਪਹਿਲੇ ਅੰਕ ਤੋਂ ਪਹਿਲਾਂ ਹੀ ਉਹ, ਹੋਂਦ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਉਹ ਪ੍ਰਪੋਜ਼ਲ ਹੈ, ਜਿਹੜਾ ਸਕੀਮ ਹੈ, ਉਹ ਪ੍ਰੋਜੈਕਟ ਹੈ, ਉਹ ਮਤਾ ਬੰਦ ਹੋ ਗਿਆ। ਉਹਦੇ ਕਾਰਨ ਆਪਣੇ ਹੋਣਗੇ। ਹੁਣ ਉਸ ਤੋਂ ਬਾਅਦ ਜਿਵੇਂ ਕਾਲਜ ਦੇ ਮੁੰਡਿਆਂ ਨੂੰ ਇਹ ਆਦਤ ਹੁੰਦੀ ਹੈ ਕਿ ਉਹ ਕਿਸੇ ਦਾ ਨਾਮ ਤੇ ਕੁਨਾਹ ਰੱਖ ਲੈਂਦੇ ਨੇ, ਕਿਉਂਕਿ ਸਾਰਾ ਪ੍ਰਚਾਰ ਹੈ ਜਿਹੜਾ ਕੰਧਾਂ ਦੇ ਉੱਤੇ ਰਾਮ ਸਰੂਪ ਨੇ ਲਿਖਿਆ ਸੀ ਵੀ ਅਣਖੀ ਮੈਗਜ਼ੀਨ ਆ ਰਿਹਾ। ਅਣਖੀ ਮੈਗਜ਼ੀਨ ਤਾਂ ਨਹੀਂ ਆਇਆ, ਪਰ ਅਣਖੀ ਸ਼ਬਦ ਹੈ ਜਿਹੜਾ ਰਾਮ ਸਰੂਪ ਦੇ ਪਿੱਛੇ ਹਮੇਸ਼ਾ ਵਾਸਤੇ ਜੁੜ ਗਿਆ।
ਵਾਹ ਸਾਰੇ ਮੁੰਡੇ ਨੇ ਜਿਹੜੇ ਕਾਲਜ ਦੇ ਵਿੱਚ ਇਲਾਕੇ ਦੇ ਵਿੱਚ ਉਹਨਾਂ ਨੂੰ ਇਹ ਨਾਮ ਲੈ ਕੇ ਬੁਲਾਉਣ ਲੱਗ ਪਏ ਕਿ ਹੋਰ ਵੀ ਅਣਖੀ ਕਦੋਂ ਆਉਣਾ ਮੈਗਜ਼ੀਨ, ਅਣਖੀ ਹਾਂ, ਕਦੋਂ ਆਉਣਾ ਮੈਗਜ਼ੀਨ। ਮੈਗਜ਼ੀਨ ਤਾਂ ਨਹੀਂ ਆਇਆ, ਪਰ ਪੰਜਾਬੀ ਕਹਾਣੀ ਤੇ ਗਲਪ ਦੇ ਵਿੱਚ ਰਾਮ ਸਰੂਪ ਅਣਖੀ ਆ ਗਿਆ। ਵਾਹ ਇਸ ਤਰ੍ਹਾਂ ਉਹਨਾਂ ਦੇ ਨਾਮ ਨਾਲ ਅਣਖੀ ਸ਼ਬਦ ਜੁੜਿਆ। ਔਰ ਮੈਨੂੰ ਇਹ ਦੱਸਦੇ ਹੋਏ ਬਹੁਤ ਜ਼ਿਆਦਾ ਵੱਡੀ ਖੁਸ਼ੀ ਵੀ ਹੋ ਰਹੀ ਹੈ, ਹੈਰਾਨੀ ਵੀ ਹੋ ਰਹੀ ਹੈ, ਤੇ ਇੱਕ ਚਮਤਕਾਰ ਵਰਗੀ ਘਟਨਾ ਹੈ ਜਿਹੜੀ ਉਹਦਾ ਅਹਿਸਾਸ ਵੀ ਹੋ ਰਿਹਾ ਹੈ। ਮੈਂ ਉਹ ਸਾਂਝੀ ਕਰਨ ਲੱਗਿਆ। ਜੀ ਜੀ ਬੇਅੰਤ ਬਾਜਵਾ ਹੁਣ ਜਿਹੜੇ ਆਪਣੇ ਸਾਹਮਣੇ ਬੈਠੇ ਨੇ, ਇਹਨਾਂ ਨੇ ਧੌਲੇ ਪਿੰਡ ਦੇ ਵਿੱਚ ਅਣਖੀ ਦੇ ਸਾਹਿਤ ਸਭਾ ਬਣਾਈ। ਸਾਹਿਤ ਸਭਾ ਨਾ, ਅਣਖੀ ਸਾਹਿਤ ਸਭਾ ਧੌਲਾ। ਹੁਣ ਇਹਨਾਂ ਦੇ ਬਹੁਤ ਸਾਰੇ ਕਈ ਸਾਲਾਂ ਤੋਂ ਇਹ ਰਾਮ ਸਰੂਪ ਅਣਖੀ ਦਾ ਸਾਹਿਤ ਹੋ ਗਿਆ, ਕਹਾਣੀ ਗੋਸ਼ਟੀਆਂ ਹੋ ਗਈਆਂ, ਸੈਮੀਨਾਰ ਹੋ ਗਏ, ਉਹਨਾਂ ਦੀ ਵਰਸੀ ਹੋ ਗਈ, ਉਹਨਾਂ ਦਾ ਜਨਮ ਦਿਨ ਹੋ ਗਿਆ। ਅਣਖੀ ਨਾਲ ਜਿੰਨੇ ਵੀ ਜੁੜੇ ਹੋਏ ਸਰੋਕਾਰ ਨੇ, ਸਾਹਿਤ ਤੋਂ ਲੈ ਕੇ ਉਹਨਾਂ ਦੀ ਸ਼ਖਸੀਅਤ ਤੱਕ, ਬਾਜਵਾ ਹੋਣਾ ਦੀ ਜਿਹੜੀ ਟੀਮ ਹੈ, ਇਹਨਾਂ ਦੀ ਸਭਾ ਹੈ ਜਿਹੜੀ, ਉਹਨਾਂ ਨੂੰ ਬਹੁਤ ਹੀ ਸ਼ਿੱਦਤ ਨਾਲ, ਤਨ ਮਨ ਤੇ ਧਨ ਨਾਲ ਇੰਨਾ ਨਿਭਾ ਰਹੀ ਹੈ ਸ਼ਾਇਦ ਜਿੰਨਾ ਅਣਖੀ ਜੀ ਵੀ ਨਹੀਂ ਨਿਭਾ ਰਹੇ ਸੀ। ਔਰ ਇਹਨਾਂ ਦੀ ਜਿਹੜੀ ਸਭ ਤੋਂ ਵੱਡੀ ਮੈਂ ਚਮਤਕਾਰ ਵਰਗੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਸਾਰੇ ਸੁਣਨ ਵਾਲਿਆਂ ਨਾਲ, ਉਹ ਇਹ ਹੈ ਕਿ ਜਿਹੜਾ ਮੈਗਜ਼ੀਨ ਮਹਿੰਦਰਾ ਕਾਲਜ ਦੇ ਵਿੱਚ ਕਿਸੇ ਟਾਈਮ ਜਦੋਂ ਰਾਮ ਸਰੂਪ ਅਣਖੀ ਪੜ੍ਹਦੇ ਸੀ, ਉੱਥੇ BA ਕਰਦੇ ਸੀ, ਉਦੋਂ ਨਹੀਂ ਛਪਿਆ ਸੀ। ਜਿਸ ਮੈਗਜ਼ੀਨ ਦਾ ਨਾਮ ਰਾਮ ਸਰੂਪ ਦੇ ਨਾਲ ਹਮੇਸ਼ਾ ਵਾਸਤੇ ਅਣਖੀ ਬਣ ਕੇ ਲੱਗ ਗਿਆ, ਜਿਹਨੇ ਉਹਨਾਂ ਨੂੰ ਮਸ਼ਹੂਰ ਵੀ ਕੀਤਾ, ਉਹਨਾਂ ਦੇ ਇੰਨੇ ਸਾਲ ਗੁਜ਼ਰਨ ਤੋਂ ਬਾਅਦ ਬੇਅੰਤ ਬਾਜਵਾ ਹੋਣਾ ਦੀ ਟੀਮ, ਇਹਨਾਂ ਦੀ ਸਭਾ, ਇਹਨਾਂ ਨੇ ਇੱਕ ਨਵਾਂ ਮੈਗਜ਼ੀਨ ਛਾਪਣਾ ਸ਼ੁਰੂ ਕਰਨ ਦਾ ਐਲਾਨ ਕੀਤਾ। ਉਸ ਮੈਗਜ਼ੀਨ ਦਾ ਨਾਮ ਰੱਖਿਆ ਇਹਨਾਂ ਨੇ ਅਣਖੀ। ਵਾਹ ਵਾਹ ਵਾਹ। ਜਲਦੀ ਹੀ ਪੰਜਾਬੀ ਸਾਹਿਤ ਦੇ ਦੁਨੀਆ ਦੇ ਵਿੱਚ, ਮੈਗਜ਼ੀਨਾਂ ਦੀ ਦੁਨੀਆ ਦੇ ਵਿੱਚ ਅਣਖੀ ਮੈਗਜ਼ੀਨ ਆਉਣ ਲੱਗਿਆ, ਜਿਹੜਾ ਨੌਜਵਾਨਾਂ ਦਾ ਮੈਗਜ਼ੀਨ ਹੋਊਗਾ, ਜਿਹਦੇ ਵਿੱਚ ਨਵੀਂ ਪੀੜ੍ਹੀ ਦੇ ਲੇਖਕਾਂ ਦੀਆਂ ਰਚਨਾਵਾਂ ਵੀ ਛਪਣਗੀਆਂ, ਪੁਰਾਣੇ ਵੀ ਉਹਨਾਂ ਦੇ ਨਾਲ ਹੋਣਗੇ। ਔਰ ਮੈਨੂੰ ਇਹ ਘਟਨਾ ਕੋਈ ਚਮਤਕਾਰ ਵਰਗੀ ਲੱਗਦੀ ਹੈ ਮਲਿਕ ਸਾਹਿਬ, ਕਿ ਕਿੱਥੇ ਉਹ ਜ਼ਮਾਨਾ ਜਦੋਂ ਰਾਮ ਸਰੂਪ ਅਣਖੀ ਮਹਿੰਦਰਾ ਕਾਲਜ ਪੜ੍ਹਦਾ ਸੀ, ਉਹਨੇ ਪ੍ਰਚਾਰ ਕੀਤਾ ਕਿ ਮੈਗਜ਼ੀਨ ਅਣਖੀ ਆ ਰਿਹਾ, ਆਇਆ ਨਹੀਂ। ਕਿੱਥੇ ਹੁਣ ਇਹ ਜ਼ਮਾਨਾ ਜਦੋਂ ਉਹਨਾਂ ਨੂੰ 10-12 ਸਾਲ ਹੋ ਗਏ ਸਰੀਰਕ ਤੌਰ ਤੇ ਸਾਡੇ ਵਿੱਚੋਂ ਰੁਖਸਤ ਹੋਇਆ। ਹੁਣ ਉਹ ਮੈਗਜ਼ੀਨ 2020 ਦੇ ਵਿੱਚ ਐਲਾਨ ਹੁੰਦਾ ਹੈ ਕਿ ਅਣਖੀ ਮੈਗਜ਼ੀਨ ਛਪ ਕੇ ਆ ਰਿਹਾ ਹੈ। ਨਿਸ਼ਚਿਤ ਤੌਰ ਤੇ ਇਹ ਕਿਸੇ ਚਮਤਕਾਰ ਤੋਂ ਘੱਟ ਗੱਲ ਨਹੀਂ। ਨਿਸ਼ਚਿਤ ਤੌਰ ਤੇ ਇਹ ਜਿਹੜੀ ਡੈਡੀਕੇਸ਼ਨ ਤੇ ਕਮਿਟਮੈਂਟ ਹੁੰਦੀ ਹੈ ਬੰਦੇ ਦੀ ਕਿਸੇ ਲੇਖਕ ਨਾਲ, ਉਹਦੇ ਕੰਮਾਂ ਨਾਲ, ਉਹਦੀ ਸ਼ਖਸੀਅਤ ਨਾਲ, ਉਹਦੇ ਨਾਮ ਨਾਲ, ਉਹਦੇ ਸਾਹਿਤ ਨਾਲ, ਲਾਜ਼ਮੀ ਤੌਰ ਦੇ ਉੱਤੇ ਪਿੰਡ ਧੌਲਾ, ਡਾਕਟਰ ਕ੍ਰਾਂਤੀਪਾਲ, ਬੇਅੰਤ ਬਾਜਵਾ ਤੇ ਇਹਨਾਂ ਦੀ ਸਮੁੱਚੀ ਟੀਮ ਉਸ ਅਧੂਰੇ ਸੁਪਨੇ ਨੂੰ ਕਿੱਥੇ ਆ ਕੇ ਇੱਕ ਜ਼ਮਾਨੇ ਤੇ ਯੁੱਗ ਤੋਂ ਬਾਅਦ ਪੂਰਾ ਕਰਨ ਲੱਗੀ ਹੈ। ਇਹਨਾਂ ਨੂੰ ਸਲਾਮ ਕਰਦਾ ਮੈਂ। ਵਾਹ 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 ਜੀ, ਵਾਕਈ ਜੀ ਸਲਾਮ ਯੋਗ ਨੇ। ਧੰਨਵਾਦ ਕਰਦਾ ਮਲਕ ਸਾਹਿਬ, ਰਾਣਾ ਸਾਹਿਬ ਦਾ, ਤੇ ਇਹਨਾਂ ਦੇ ਜਿਹੜੇ ਸਾਥੀ ਨੇ ਜਤਿੰਦਰ ਹਾਨ ਜੀ ਤੇ ਹੋਰ, ਕਿਉਂਕਿ ਸਾਡੇ ਇੱਕ ਪਹਿਲੇ ਬੋਲ ਤੇ, ਕਿਉਂਕਿ ਅੱਜ ਦੇ ਯੁੱਗ ਦੇ ਵਿੱਚ, ਅੱਜ ਦੇ ਸਮੇਂ ਦੇ ਵਿੱਚ ਜਦੋਂ ਸਮਾਗਮ ਹੁੰਦੇ ਆ, ਤੁਸੀਂ ਲਹਿੰਦੇ ਪੰਜਾਬ ਦੇ ਵਿੱਚ ਵੀ ਦੇਖਿਆ ਹੋਊ ਤੇ ਚੜ੍ਹਦੇ ਪੰਜਾਬ ਦੇ ਵਿੱਚ ਜਦੋਂ ਸਮਾਗਮ ਹੁੰਦੇ ਆ, ਤਾਂ ਉੱਥੇ ਜਿਹੜੇ ਪ੍ਰਧਾਨਗੀ ਮੰਡਲ ਆ ਜਾਂ ਜਿਨ੍ਹਾਂ ਨੇ ਸਭਾ ਬਣਾਈ ਆ, ਉਹ ਸਥਾਪਿਤ ਆਲੋਚਕ ਨੇ, ਲੇਖਕ ਨੇ, ਹਨਾ, ਕਹਾਣੀਕਾਰ ਤੇ ਨਾਵਲਕਾਰ ਹੋਣਗੇ, ਲੇਖਕ ਨੇ, ਉਹ ਸਾਰੇ ਆਪਾਂ ਕਹਿ ਲਈਏ ਵੀ ਵਡੇਰੀ ਉਮਰ ਦੇ ਲੇਖ ਨੇ। ਹੁਣ ਇੱਕ ਨੌਜਵਾਨਾਂ ਨੇ ਸਭਾ ਬਣਾਉਣੀ ਤੇ ਉੱਥੇ ਪਹਿਲੇ ਬੋਲ ਤੇ ਰਾਣਾ ਜੀ ਨੇ, ਹੋਰ ਸਾਰਿਆਂ ਨੇ ਇੰਨਾ ਇੱਜ਼ਤ ਪਿਆਰ ਬਖਸ਼ਣਾ, ਮੁਹੱਬਤ ਦੇਣੀ, ਤਾਂ ਸਾਨੂੰ ਮੱਲੋ ਮੱਲੀ ਐਪਰੀਸ਼ੀਏਸ਼ਨ ਮਿਲਦੀ ਆ, ਅੰਦਰੋਂ ਹੱਲਾਸ਼ੇਰੀ ਮਿਲਦੀ ਆ, ਹੌਸਲਾ ਵੀ ਅਸੀਂ ਸਾਹਿਤ ਲਈ ਕੁਛ ਨਾ ਕੁਛ ਕਰ ਜੀਏ, ਕਿਉਂਕਿ ਆਹੀ ਜਿਹੜੀ ਸਪ੍ਰਿੰਟ ਹੁੰਦੀ ਆ ਉਮਰ ਦੇ ਵਿੱਚ ਜ਼ਿਆਦਾ ਹੁੰਦੀ ਹੈ। ਤੇ ਸਾਨੂੰ ਇਸ ਡੈਡੀਕੇਸ਼ਨ ਇਹਨਾਂ ਵੱਲੋਂ ਦਿੱਤੀ ਹੋਈ ਹੈ, ਡਾਕਟਰ ਕ੍ਰਾਂਤੀਪਾਲ ਜੀ ਹੋ ਗਏ, ਹੋਰ ਸਾਰੀ ਟੀਮ, ਤਾਂਹੀਓ ਅਸੀਂ ਇਸ ਪਲੇਟਫਾਰਮ ਦੇ, ਇਸ ਮੰਚ ਤੇ ਕੰਮ ਕਰ ਰਹੇ ਹਾਂ। ਬਾਕੀ ਅਣਖੀ ਸਾਹਿਬ ਸਾਡੇ ਪਿੰਡ ਦੀ ਵਿਰਾਸਤ ਨੇ, ਵਿਰਾਸਤ ਨੂੰ ਸਾਂਭਣਾ ਸਾਡਾ ਫਰਜ਼ ਆ, ਕਿਉਂਕਿ ਹਰ ਪਿੰਡ ਵਾਲਿਆਂ ਨੂੰ ਚਾਹੀਦਾ ਉਹ ਆਪਣੇ ਆਪਣੇ ਲੇਖਕਾਂ ਦੀ ਜਿਹੜੀ ਇੱਜ਼ਤ ਕਰਨ, ਉਹਨਾਂ ਨੂੰ ਸਨਮਾਨ ਕਰਨ, ਉਹਨਾਂ ਦਾ ਬਣਦਾ ਜਿਹੜਾ ਰੁਤਬਾ ਉਹ ਬਹਾਲ ਰੱਖਣ, ਉਹਨਾਂ ਦੇ ਜਾਣ ਪਿੱਛੋਂ ਵੀ। ਤੇ ਇਹੀ ਅਸੀਂ ਇਹ ਇੱਕ ਦੋ ਮੋਟਿਵ ਜਿਹੜੇ ਅਸੀਂ ਲੈ ਕੇ ਚੱਲਦੇ ਹਾਂ। ਤੇ ਕਿਉਂਕਿ ਆਊਟ ਆਫ ਪ੍ਰਿੰਟ ਸਾਹਿਤ ਅਣਖੀ ਸਾਹਿਬ ਦਾ ਬਹੁਤ ਪਿਆ ਸੀ, ਉਹ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਨਿੱਕੀਆਂ ਨਿੱਕੀਆਂ, ਤੇ ਉਹ ਸਾਰਾ ਪਿੱਛੇ ਉਹਦੇ ਇੱਕ ਜਿਹੜਾ ਆਪਾਂ ਕਹਿ ਲਈਏ ਵੀ ਸਟਰੋਂਗ ਜਿਹੜੀ ਬੋਡੀ ਆ, ਉਹ ਜਿਵੇਂ ਜਸਵੀਰ ਰਾਣਾ ਜੀ, ਹੋਰ ਕਹਾਣੀਕਾਰ ਨੇ ਜਿੰਨੇ ਵੀ ਸਾਡੇ, ਉਹ ਆਪਣੇ ਅਗਲੇ ਇਸ ਹਫ਼ਤੇ ਦੇ ਵਿੱਚ ਸਾਹਮਣੇ ਆਉਣਗੇ ਆਪਣੇ ਨਾਲ ਇਸ ਮੰਚ ਤੇ। ਤੇ ਇਹ ਸਾਰੇ ਸਟਰੋਂਗ ਬੋਡੀ ਸਾਡੇ ਪਿੱਛੇ ਖੜੀ ਹੈ, ਤਾਂ ਅਸੀਂ ਕਰਨ ਦੇ ਯੋਗ ਹੁੰਦੇ ਹਾਂ। ਮੈਂ ਇੱਥੇ ਸ਼ੁਕਰੀਆ ਕਰਦਾ ਰਾਣਾ ਸਾਹਿਬ ਦਾ। ਤੇ ਕੋਲ ਸਾਡੇ ਨਾਲ ਇੱਕ ਸਵਾਲ ਕੀਤਾ ਦੀਪ ਦਵਿੰਦਰ ਜੀ ਨੇ, ਉਹ ਕਹਿੰਦੇ ਅਣਖੀ ਸਾਹਿਬ ਨੇ ਇੱਕ ਡਲਹੌਜੀ ਕਹਾਣੀ ਗੋਸ਼ਟੀ ਦੀ ਪਿਰਤ ਪਾਈ ਸੀ, ਉਹਦੇ ਬਾਰੇ ਵੀ ਜ਼ਰੂਰ ਦੱਸਣ ਜੀ।
ਅੱਛਾ ਚਲੋ ਉਹਨਾਂ ਦਾ ਕਨੈਕਸ਼ਨ ਜਿਹੜਾ ਡਿਸਕਨੈਕਟ ਹੋ ਗਿਆ ਹੈ, ਜੋ ਹੀ ਉਹ ਜੁੜਦੇ ਨੇ ਤੇ ਇਸ ਸਵਾਲ ਦਾ ਅਸੀਂ ਜਵਾਬ ਜ਼ਰੂਰ ਦੇਵਾਂਗੇ। ਮੈਂ ਇਹ ਬੜੀ ਸੋਹਣੀ ਗੱਲ ਅਣਖੀ ਵਾਲੀ ਯਾਰ ਤੁਸੀਂ ਕੀਤੀ ਕਿ ਮੈਂ ਸਮਝਦਾ ਕਿ ਇੰਨੇ ਰਾਮ ਸਰੂਪ ਅਣਖੀ ਹਰੀ ਇੰਨੇ ਅਣਖ ਵਾਲੇ ਸਨ ਕਿ ਉਹਨਾਂ ਦੀ ਜਿਹੜੀ ਕਾਲਜ ਦੇ ਪੜਿਆਰਾਂ ਨੇ ਛੇੜ ਬਣਾਈ, ਉਹਨਾਂ ਨੂੰ ਆਪਣੇ ਨਾਂ ਦਾ ਹਿੱਸਾ ਬਣਾ ਕੇ ਸਾਬਤ ਕੀਤਾ ਕਿ ਮੈਂ ਤੇ ਕਿੰਨੇ ਤਗੜੇ ਇਰਾਦਿਆਂ ਦਾ ਬੰਦਾ ਵਾਂ ਤੇ ਮੈਂ ਇਸ ਗੱਲ ਤੋਂ ਪਿੱਛਾ ਨਹੀਂ ਹਟਣਾ। ਪਰ ਅੱਜ ਉਹਨਾਂ ਦੀ ਗੱਲ ਜਿਹੜੀ ਹੈ, ਜਿਵੇਂ ਸਾਡੇ ਬਜ਼ੁਰਗ ਕਹਿੰਦੇ ਸਨ ਕਿ ਸਾਡੇ ਵੱਡੇ ਆਖਦੇ ਸਨ ਕਿ ਸਿਆਣਿਆਂ ਦਾ ਆਖਿਆ ਤੇ ਔਲਿਆਂ ਦਾ ਖਾਦਾ ਬਾਅਦ ਚੋਂ ਪਤਾ ਲੱਗਦਾ, ਤੇ ਮੈਨੂੰ ਲੱਗਦਾ ਕਿ ਜੋ ਆਖੇ ਸਨ ਅੱਜ ਪਤਾ ਲੱਗ ਰਿਹਾ ਹੈ ਕਿ ਅਣਖੀ ਮੈਗਜ਼ੀਨ ਵੀ ਆ ਰਿਹਾ ਹੈ। ਔਰ ਤੁਹਾਨੂੰ ਬੇਅੰਤ ਜੀ ਬਾਜਵਾ ਜੀ, ਮੈਂ ਤੁਹਾਨੂੰ ਸਾਹਮਣੇ ਨਹੀਂ ਸੀ ਕਹਿਣਾ ਚਾਹੁੰਦਾ, ਤੁਹਾਨੂੰ ਵਡਿਆਉਣਾ ਚਾਹੁੰਦਾ ਬਾਅਦ ਚੋਂ ਕੱਢ ਪਿੱਛੇ ਵੀ, ਕਿ ਤੁਹਾਨੂੰ ਵੇਖ ਕੇ ਮੇਰੇ ਦਿਲ 'ਚ ਇਹ ਲੱਗਾ ਕਿ ਸਾਡੇ ਇੱਧਰ ਇੱਕ ਮਨਸ਼ਾ ਯਾਦ ਬਹੁਤ ਵੱਡੇ ਕਹਾਣੀਕਾਰ ਹੋਏ ਨੇ, ਵਗਦਾ ਪਾਣੀ ਉਹਨਾਂ ਦੇ ਕਹਾਣੀਆਂ ਦਾ ਮਜਮੂਆ ਸੀ। ਉਹਨਾਂ ਦੇ ਪਿੰਡ ਦੇ ਵਿੱਚ ਉਹ ਚੁੱਕੇ ਇਸਲਾਮਾਬਾਦ ਸ਼ਿਫਟ ਹੋ ਗਏ ਸਨ ਤੇ ਉਹਨਾਂ ਦੇ ਪਿੰਡ 'ਚ ਕਿਸੇ ਦਾ ਉਹਨਾਂ ਨੂੰ ਪਤਾ ਨਹੀਂ, ਤੇ ਮੇਰਾ ਦਿਲ ਕਰਦਾ ਹੈ ਕਿ ਤੁਹਾਨੂੰ ਵੇਖ ਕੇ ਮੈਂ ਵੀ ਇੱਕ ਦੀਵਾ ਬਾਲਾਂ ਤੋਂ ਉਹਨਾਂ ਦੇ ਪਿੰਡ 'ਚ ਉਹਨਾਂ ਦੇ ਨਾਂ ਦੀ ਸਭਾ ਬਣਾਵਾਂ, ਕਿਉਂਕਿ ਅਸੀਂ ਇੱਕ ਦੂਜੇ ਕੋਲ ਸਿੱਖਣੇ ਆ ਔਰ ਇੱਕ ਦੂਜੇ ਕੋਲ ਖੁੱਲੇ ਦਿਲ ਹੀ ਮੰਨਣਾ ਚਾਹੀਦਾ ਹੈ। ਤੇ ਇਹ ਜਦੋਂ ਮੈਂ ਬਣਾਵਾਂਗਾ ਯਕੀਨ ਤੁਹਾਡਾ ਜ਼ਿਕਰ ਵੀ ਹੋਏਗਾ ਔਰ ਤੁਹਾਨੂੰ ਦੱਸਾਂਗਾ ਵੀ ਕਿ ਤੁਹਾਨੂੰ ਵੇਖ ਕੇ ਆ ਮੈਂ ਸਿੱਖਿਆ ਤੁਹਾਡੇ ਕੋਲ ਨਵੀਂ ਪੀੜ੍ਹੀ ਕੋਲੋਂ, ਤੇ ਇਹ ਬਹੁਤ ਅੱਛਾ ਕੰਮ ਹੈ ਜਿਹੜਾ ਤੁਸੀਂ ਕਰ ਰਹੇ ਹੋ। ਤੁਹਾਡੇ ਸਾਥੀਆਂ ਨੂੰ ਵੀ ਬਹੁਤ ਜ਼ਿਆਦਾ ਧੰਨਵਾਦ ਉਹਨਾਂ ਦਾ ਵੀ, ਤੇ ਜਿੰਨੀ ਸੋਹਣੀ ਗੱਲਬਾਤ ਕਰ ਰਹੇ ਸਨ ਜਸਵੀਰ ਰਾਣਾ ਹਰੀ, ਮੈਨੂੰ ਲੱਗਾ ਕਿ ਬਿਲਕੁਲ ਤੁਸੀਂ ਸਹੀ ਬੰਦਾ ਚੁਣਿਆ ਸਹੀ ਫੋਰਮ ਲਈ, ਤੇ ਅੱਗੇ ਵੀ ਅਸੀਂ ਚੁਣਦੇ ਰਵਾਂਗੇ, ਨਾਲ ਨਾਲ ਉਹਨਾਂ ਦੀ ਗੱਲ ਚੱਲਦੀ ਰਹੇਗੀ। ਅੱਛਾ ਤੁਸੀਂ ਬੇਅੰਤ ਬਾਜਵਾ ਜੀ ਕੋਈ ਸ਼ੇਰ ਤੁਹਾਨੂੰ ਯਾਦ ਹੈ ਕੋਈ ਰਾਮ ਸਰੂਪ ਅਣਖੀ ਹਰਾਂ ਦਾ? ਕਿਉਂਕਿ ਮੈਂ ਪੜ੍ਹਿਆ ਉਹਨਾਂ ਬਾਰੇ ਕਿ ਸ਼ੁਰੂ 'ਚ ਉਹਨਾਂ ਨੇ ਸ਼ਾਇਰੀ ਵੀ ਕੀਤੀ ਤੇ ਸੁਣਨ ਵਾਲਾ ਦਾ ਦਿਲ ਵੀ ਕਰਦਾ ਮੇਰਾ ਵੀ ਉਹਨਾਂ ਦਾ ਕਲਾਮ ਕੋਈ ਅਗਰ ਕੁਛ ਯਾਦ ਹੋਵੇ ਤੁਹਾਨੂੰ। ਬਿਲਕੁਲ ਜੀ, ਕਿਉਂਕਿ ਦੋ ਗੱਲਾਂ ਨੇ, ਕਿਉਂਕਿ ਸ਼ਾਇਰੋ ਸ਼ਾਇਰੀ ਆਪਾਂ ਜਦੋਂ ਕੱਲ ਆਪਾਂ ਜਿਹੜਾ ਸੈਗਮੈਂਟ ਆਪਣਾ ਕੱਲ ਦਾ ਉਹਦੇ ਵਿੱਚ ਆਪਾਂ ਸ਼ਾਇਰੀ ਬੁਲਾਇਆ ਜੀ, ਤੇ ਸ਼ਾਇਰਾਂ ਦੇ ਨਾਲ ਗੱਲਬਾਤ ਆਪਾਂ ਕਰਾਂਗੇ ਉਸ ਪ੍ਰੋਗਰਾਮ ਦੇ ਵਿੱਚ। ਤਾਂ ਮੈਂ ਵੀ ਜ਼ਰੂਰ ਇੱਕ ਕਲਾਮ ਜਿਹੜਾ ਪੜ੍ਹੂੰਗਾ, ਤੇ ਮੈਂ ਇੱਕ ਜ਼ਰੂਰ ਦੱਸਣਾ ਚਾਹੁੰਦਾ ਵੀ ਰਾਮ ਸਰੂਪ ਅਣਖੀ ਨੇ ਜੇ ਬਾਲ ਸਾਹਿਤ ਲਿਖਿਆ, ਕਿਉਂਕਿ ਅੱਜ ਦੇ ਜਿਹੜੇ ਲੇਖਕ ਆ ਉਹ ਬੱਚਿਆਂ ਬਾਰੇ ਲਿਖਦੇ ਆ, ਜੇ ਬਾਲ ਸਾਹਿਤ ਲਿਖਿਆ ਜਾਂਦਾ ਤਾਂ ਬੱਚਿਆਂ ਬਾਰੇ ਲਿਖਿਆ ਜਾਂਦਾ। ਦੇਖੋ ਇੱਥੇ ਇੱਕ ਸ਼ਬਦ ਦੀ ਕਿੰਨਾ ਆਪਾਂ ਕਹਿ ਲਈਏ ਬਦਲਾਅ ਕਰਤਾ। ਜੇ ਅੱਜ ਦੇ ਲੇਖ ਬੱਚਿਆਂ ਬਾਰੇ ਲਿਖਦੇ ਆ, ਅਣਖੀ ਸਾਹਿਬ ਨੇ ਬੱਚਿਆਂ ਲਈ ਲਿਖਿਆ ਜੀ, ਕਿੰਨਾ ਫਰਕ ਆ ਦੇਖੋ। ਇੱਕ ਤਾਂ ਬੱਚਿਆਂ ਬਾਰੇ ਲਿਖਣਾ, ਇੱਕ ਬੱਚਿਆਂ ਲਈ ਲਿਖਣਾ। ਤਾਂ ਕਣਕ ਦੀ ਕਹਾਣੀ ਉਹਨਾਂ ਦੀ ਕਿਤਾਬ ਸੀ, ਮਟਕ ਚਾਨਣਾ ਕਿਤਾਬ ਸੀ ਬੱਚਿਆਂ ਦੀ, ਤੇ ਉਹਦੇ ਬਾਰੇ ਆਪਾਂ ਜ਼ਰੂਰ ਕੱਲ ਨੂੰ ਜਿਹੜੀ ਸ਼ਾਇਰੋ ਸ਼ਾਇਰੀ ਆਪਾਂ ਸ਼ੁਰੂ ਕਰਾਂਗੇ ਸੈਗਮੈਂਟ, ਉਹਦੇ ਵਿੱਚ ਆਪਾਂ ਇਸ ਗੱਲ ਦੀ ਚਰਚਾ ਕਰਾਂਗੇ। ਮੈਨੂੰ ਲੱਗਦਾ ਜਸਵੀਰ ਰਾਣਾ ਜੀ ਦੀ ਕੋਈ ਸਮੱਸਿਆ ਆ ਗਈ ਸੀ ਟੈਕਨੀਕਲ, ਉਹ ਕੱਟ ਗਏ ਨੇ, ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹ ਸਾਡੇ ਨਾਲ ਜੁੜੇ ਆ, ਉਹਨਾਂ ਨੇ ਸਮਾਂ ਦਿੱਤਾ, ਕਿਉਂਕਿ ਸਵਾ ਘੰਟੇ ਦਾ ਪ੍ਰੋਗਰਾਮ ਹੋ ਚੁੱਕਿਆ ਜੀ। ਤੇ ਮਲਕ ਸਾਹਿਬ ਆਪਾਂ ਹੁਣ ਸਮਾਪਤੀ ਕਰੀਏ ਤੇ ਉਸ ਤੋਂ ਬਾਅਦ ਆਪਾਂ ਕੱਲ ਫੇਰ ਇਸੇ ਵੇਲੇ 3:30 ਜੀ ਅਤੇ ਬੇਦਵਾਜ ਅਸੀਂ ਜੋ ਕਿ ਅੱਜ ਪਹਿਲਾ ਦਿਨ ਸੀ, ਅਸੀਂ ਦਰਸ਼ਕਾਂ ਕੋ ਇਸ ਗੱਲ ਦੀ ਮਾਫੀ ਚਾਹੁੰਦੇ ਹਾਂ ਕਿ ਅੱਜ ਸਾਡਾ ਟੈਕਨੀਕਲੀ ਉਸ ਤਰ੍ਹਾਂ ਅਸੀਂ ਲੇਟ ਆਏ ਔਰ ਤੁਹਾਨੂੰ ਬਾਅਦ ਚ ਪਤਾ ਲੱਗਾ। ਕੱਲ ਅਸੀਂ ਕੋਸ਼ਿਸ਼ ਕਰਾਂਗੇ ਕਿ ਪੂਰੇ ਟਾਈਮ ਤੇ ਲਾਈਵ ਹੋਈਏ ਤਾਂ ਕਿ ਤੁਹਾਨੂੰ ਬਹੁਤਾ ਡਿੱਕਣਾ ਨਾ ਪਵੇ। ਕੱਲ ਪੂਰੇ 3:30 ਵਜੇ ਅਸੀਂ ਉਹ ਦੋਸਤ ਇੰਡੀਆ 'ਚ ਔਰ 3 ਵਜੇ ਪਾਕਿਸਤਾਨ 'ਚ ਇਹ ਦੁਬਾਰਾ ਅਸੀਂ ਜੁੜਾਂਗੇ ਬਹੁਤ ਸੋਹਣੇ ਸ਼ਾਇਰਾਂ ਦੇ ਨਾਲ, ਤਾਂ ਕਿ ਸ਼ਾਇਰ ਵੀ ਜਿਹੜੇ ਨੇ ਇਸ ਵੱਡੇ ਲੇਖਕ ਨੂੰ, ਇਸ ਵੱਡੇ ਬੰਦੇ ਬਾਰੇ ਗੱਲ ਕਰ ਸਕਣ ਔਰ ਨਵੀਂ ਪੀੜ੍ਹੀ ਨੂੰ ਦੱਸ ਸਕਣ ਕਿ ਰਾਮ ਸਰੂਪ ਅਣਖੀ ਜੀ ਕੀ ਗੁਣਾਂ ਦੇ ਮਾਲਕ ਸਨ, ਉਹਨਾਂ ਦੀ ਜ਼ਾਤ ਦੇ ਵਿੱਚ ਕਿੰਨੇ ਜਹਾਨ ਲੁਕੇ ਹੋਏ ਸਨ ਔਰ ਕਿੰਨੇ ਕਿਸਮ ਦੇ ਸਾਹਿਤ ਦੀ ਉਹਨਾਂ ਨੇ ਸੇਵਾ ਕੀਤੀ ਔਰ ਸਾਡੇ ਵਾਸਤੇ ਕੀ ਛੱਡ ਗਏ ਜੀ। ਇੱਕ ਛੋਟੀ ਜਿਹੀ ਗੱਲ ਜਾਂਦੇ ਜਾਂਦੇ ਹੋਰ ਆਪਾਂ ਕਰਾਂਗੇ। ਸਾਨੂੰ ਵੀ ਬੇਨਤੀ ਹੈ, ਰਿਕੁਐਸਟ ਆ ਵੀ ਆਪਾਂ ਇੱਧਰੋਂ ਵੀ ਕੱਲ ਨੂੰ ਇੱਕ ਦੋ ਸ਼ਾਇਰ ਆ ਜਿਹੜੇ ਉਹ ਨਾਲ ਜੋੜ ਲਈਏ, ਤੇ ਇੱਧਰੋਂ ਵੀ ਸ਼ਾਇਰ ਆਪਾਂ ਜਿਹੜੇ ਜੁੜਨਗੇ। ਤੇ ਦੂਜੀ ਗੱਲ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਣਾ ਵੀ ਅਸੀਂ ਇੱਕ ਤੋਂ ਇੱਕ ਜਿਹੜਾ ਵਧੀਆ ਲੇਖ ਕੇ ਇਸ ਮੰਚ ਤੇ ਇਸ ਪੂਰੇ ਹਫ਼ਤੇ ਵਿੱਚ ਲੈ ਕੇ ਆਵਾਂਗੇ। ਤੁਸੀਂ ਇਸ ਤਰ੍ਹਾਂ ਦੀ ਗੱਲਬਾਤ ਸੁਣੋਗੇ ਕਿ ਤੁਹਾਨੂੰ ਪੂਰਾ ਸਵਾਦ ਆਊਗਾ, ਪੂਰਾ ਸਾਹਿਤ ਰਸ ਆਊਗਾ। ਇਹ ਤੁਹਾਡੇ ਨਾਲ ਵਾਧਾ ਰਿਹਾ ਜੀ। ਲਓ ਜੀ, ਇਸੇ ਯਕੀਨ ਦੇ ਨਾਲ ਔਰ ਬੇਅੰਤ ਬਾਜਵਾ ਦੇ ਇਸੇ ਵਾਅਦੇ ਦੇ ਨਾਲ ਆਪਣੇ ਮਜਮਾਨ ਆਜ਼ਮ ਮੁਲਕ ਨੂੰ ਇਜਾਜ਼ਤ ਦਿਓ। ਕੱਲ ਇਸੇ ਵੇਲੇ ਤੁਹਾਡੇ ਨਾਲ ਮੁਲਾਕਾਤ ਹੋਏਗੀ। ਅੱਲਾ ਬੇਲੀ ਰੱਬ ਰੱਖ।